सरकार कहती है कि तुहाडे पक्ष का बिल है, पर जिन्होंने कह रही है कि तुहाडे पक्ष का उन्होंने पुछया ही नहीं। हुण कि ये तो पहली बार मैं देखा कि जिन्हों सरकार कहती है फायदा है वो तो थोड़े पिछे पिछे भज रहा है। सरकार अगे कि तुहानूं फायदा फायदा, वो पिछे भज रहे कि सानूं सुण तां लो, सानूं की फायदा दसो। पूरे हो जाएंगे कट कटांगे जो भी है कि अंबानी 2 किल्लियां वास्ते उत्थे बॉम्बे या करनाटका केरला जाके 2 किल्लियां नूं दे दूगा। पहली गल कि पहले गलों पहुँच जूगा। उन्हां दा कौन है वाली वर्ष कौन होगा उहदे बच्चों वास्ते जो ये आड़ती आ ते दा 9 मास बहुत बहुत ही एक खून के रिश्ते के बराबर का रिश्ता सी। उन्हां दे हक ले नहीं, मैं अपने हक लिए खड़ा। मैं किसान हाँ, मैं कलाकार बादशाह, मैं अपने हक लिए खड़ा और खड़ूंगा मरूंगा। मैं मरन फाहा लैण नालों फाहा देना बेहतर समझूंगा। जट्टां दे गाने वरत के, जट्टां दा नां लैके, जट्टां दे घरां चों पैदा हो के, जट्टां दे विआहां 'च गा के, जट्टां दे मेलिਆਂ 'ਚ गा के इन्हां दा खाधा इत्थे तुहानूं हुण मुੱਲ मोड़ना पैना। नहीं तां यही जट तुहानूं वड़न नहीं देणगे। जे लीडरां नूं ना वड़न देणगे, वड़न इन्हां कलाकारां नूं देना। ਜਿਹੜੇ ਅੱਜ ਖੜਨਗੇ ਉਹੀ ਵੜਨਗੇ, ਦੂਜੇ ਨਹੀਂ ਵੜਨਗੇ। ਪਹਿਲਾਂ ਤਾਂ ਬੋਲੇ ਨਹੀਂ, ਲੁੱਟਣ ਦਿੱਤਾ ਪੰਜਾਬ, ਲੁੱਟਣ ਦਿੱਤਾ। ਐਂਡ ਤੇ ਜਦੋਂ ਇਹਨਾਂ ਨੂੰ ਪਤਾ ਸੀ ਨਾ ਪੰਜਾਬ 'ਚ ਨਹੀਂ ਵੜਨ ਦੇਣਾ, ਇਹ ਪੰਜਾਬ ਦੀ ਰਾਹਦਰੀ ਲੈਣ ਲਈ ਇਹ ਅਸਤੀਫਾ ਦਿੱਤਾ। ਉਸ ਤੋਂ ਬਾਅਦ ਤੁਸੀਂ ਤਲਾਕ ਤਾਂ ਦੇ ਦਿੱਤਾ, ਖਾਸਮ ਨੂੰ ਛੱਡੋ ਤਾਂ ਸੀ, ਬੀਜੇਪੀ ਨੂੰ ਛੱਡ ਕਿਉਂ ਨਹੀਂ ਰਹੇ ਤੁਸੀਂ? ਜਿੰਨੇ ਏਡਾ ਨੁਕਸਾਨ ਕਰਤਾ ਤੁਸੀਂ ਉਹਨੂੰ ਛੱਡ ਕੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨੇਹਾ ਮਨਹਾਸ। ਦਿੱਲੀ ਦੇ ਵਿੱਚ ਕਿਸਾਨਾਂ ਲਈ ਲਿਆ ਜਿਹੜਾ ਫੈਸਲਾ ਹੈ ਖੇਤੀ ਆਰਡੀਨੈਂਸ ਬਿੱਲ, ਤੁਹਾਨੂੰ ਸਭ ਨੂੰ ਪਤਾ ਹੈ ਅੱਜ ਕੱਲ੍ਹ ਬਹੁਤ ਜ਼ਿਆਦਾ ਉਸ ਦਾ ਜਿਹੜਾ ਹੈ ਰੋਸ ਉਸ ਲਈ ਪ੍ਰਗਟਾਇਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਨੇ ਥਾਂ ਥਾਂ। ਔਰ ਇਸ ਵਾਰ ਜਿਹੜੀ ਵਧੀਆ ਚੀਜ਼ ਇਹ ਹੈ, ਬਿੱਲ ਹਾਲਾਂਕਿ ਮਾੜਾ ਹੈ ਪਰ ਵਧੀਆ ਚੀਜ਼ ਇਹ ਹੋਈ ਕਿ ਸਿਰਫ ਕਿਸਾਨ ਹੀ ਨਹੀਂ, ਇਸ ਬਿੱਲ ਦੇ ਵਿਰੋਧ ਦੇ ਵਿੱਚ ਜਿਹੜੇ ਕਲਾਕਾਰ ਵੀ ਹੈ ਉਹ ਵੀ ਸਾਹਮਣੇ ਆ ਰਹੇ ਨੇ। ਮੇਰੇ ਨਾਲ ਇਸ ਵੇਲੇ ਨੇ ਗਲਬ ਵੜੈਚ ਜੀ। ਗਲਬ ਜੀ ਗਾਇਕ ਨੇ, ਤੁਹਾਨੂੰ ਪਤਾ ਹੈ, ਔਰ ਪਰਫਾਰਮਰ ਵੀ ਨੇ। ਗਲਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਜੀ ਨੇਹਾ ਜੀ ਔਰ ਜਗਬਾਣੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਮੈਂ ਕਿਹਾ ਕਿ ਦਿੱਲੀ ਵਿੱਚ ਜੋ ਫੈਸਲਾ ਲਿਆ ਗਿਆ ਹੈ ਕਿਸਾਨਾਂ ਦੇ ਲਈ, ਹਰ ਕੋਈ ਉਸ ਦਾ ਵਿਰੋਧ ਕਰ ਰਿਹਾ ਹੈ। ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੇ ਹਿੱਤ ਵਿੱਚ ਜਿਹੜਾ ਹੈ ਫੈਸਲਾ ਲਿੱਤਾ ਗਿਆ ਉਹਨਾਂ ਦੇ ਹੱਕਾਂ ਦੇ ਲਈ ਹੈ। ਪਰ ਜਿਹੜੇ ਕਿਸਾਨ ਨੇ, ਚਾਹੇ ਤੁਸੀਂ ਉਹ ਜਿਹੜੀ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦੇ ਨੇ, ਕਿਸਾਨਾਂ ਨੂੰ ਪਤਾ ਹੈ ਕਿ ਇਸ ਦੇ ਵਿੱਚ ਕੀ ਪ੍ਰੋਬਲਮ, ਜਿਹੜੀ ਦਿੱਕਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਫੇਸ ਕਰਨੀਆਂ ਪੈਣੀਆਂ। ਸੋ ਕੀ ਕਹੋਗੇ ਇਸ ਖੇਤੀ ਆਰਡੀਨੈਂਸ ਬਿੱਲ ਦੇ ਲਈ? ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਕਿ ਜਿੱਥੇ ਕਲਾਕਾਰਾਂ ਦਾ ਸਵਾਲ ਹੈ, ਜਿੰਨੇ ਵੀ ਕਲਾਕਾਰ ਨੇ ਮੋਸਟਲੀ ਕਲਾਕਾਰ ਕਿਸਾਨੀ 'ਚੋਂ ਪੈਦਾ ਹੋਏ ਨੇ, ਕਿਸਾਨ ਪਰਿਵਾਰਾਂ 'ਚੋਂ ਆਏ ਹੋਏ ਆ। ਤਾਂ ਸਾਡਾ ਇਹ ਸਭ ਤੋਂ ਪਹਿਲਾਂ ਫਰਜ਼ ਬਣਦਾ ਹੈ। ਉਸ ਤੋਂ ਵੀ ਵੱਡੀ ਗੱਲ ਹੈ, ਅਸੀਂ ਜਿੰਨਾ ਵੀ ਐਜ਼ ਏ ਆਰਟਿਸਟ ਬਿਜ਼ਨਸ ਕਰਦੇ ਹਾਂ ਤਾਂ ਕਿਸਾਨਾਂ ਤੋਂ, ਜੱਟਾਂ ਦੇ ਮੁੰਡੇ ਸਾਨੂੰ ਅਖਾੜੇ ਵੀ ਕਿਸਾਨ ਲਵਾਉਂਦੇ ਆ, ਜੱਟਾਂ ਦੇ ਮੁੰਡੇ ਲਾਉਂਦੇ ਆ। ਈਵਨ ਕਿ ਜਿਹੜੇ ਬਾਹਰ ਨੇ ਉਹ ਵੀ ਜ਼ਿਮੀਂਦਾਰੀ ਘਰਾਣੇ ਤੋਂ ਸੰਬੰਧਿਤ ਹੋ ਕੇ ਬਾਹਰ ਗਏ ਆ, ਇੱਥੋਂ ਸਰਕਾਰਾਂ ਤੋਂ ਸਤਾਏ ਹੋਏ। ਅਤੇ ਜਿਹੜੇ ਮੇਲੇ ਕਬੱਡੀ ਟੂਰਨਾਮੈਂਟ ਹੁੰਦੇ ਆ ਉਹ ਵੀ ਜੱਟਾਂ ਦੇ ਮੁੰਡੇ ਹੀ ਸਰਪੰਚ ਪੰਚ ਰਲ ਕੇ ਕਰਾਉਂਦੇ ਆ। ਤਾਂ ਸਾਡੀ ਤਾਂ ਜੜ ਕਿਸਾਨੀ ਹੈ ਜਿਹੜੀ। ਜਿੱਥੋਂ ਤੱਕ ਬਿੱਲ ਦੀ ਸਵਾਲ ਹੈ, ਸਰਕਾਰ ਕਹਿੰਦੀ ਹੈ ਕਿ ਤੁਹਾਡੇ ਪੱਖ ਦਾ ਬਿੱਲ ਹੈ, ਪਰ ਜਿਨ੍ਹਾਂ ਕਹਿ ਰਹੀ ਹੈ ਕਿ ਤੁਹਾਡੇ ਪੱਖ ਦਾ ਉਹਨਾਂ ਨੂੰ ਪੁੱਛਿਆ ਹੀ ਨਹੀਂ। ਹੁਣ ਕਿ ਇਹ ਤਾਂ ਪਹਿਲੀ ਵਾਰ ਮੈਂ ਦੇਖਿਆ ਕਿ ਜਿਹਨੂੰ ਸਰਕਾਰ ਕਹਿੰਦੀ ਹੈ ਫਾਇਦਾ ਹੈ ਉਹ ਤਾਂ ਤੁਹਾਡੇ ਪਿੱਛੇ ਪਿੱਛੇ ਭੱਜ ਰਿਹਾ। ਸਰਕਾਰ ਅੱਗੇ ਕਿ ਤੁਹਾਨੂੰ ਫਾਇਦਾ ਫਾਇਦਾ, ਉਹ ਪਿੱਛੇ ਭੱਜ ਰਿਹਾ ਕਿ ਸਾਨੂੰ ਸੁਣ ਤਾਂ ਲਓ, ਸਾਨੂੰ ਕੀ ਫਾਇਦਾ ਦੱਸੋ। ਤਾਂ ਸਾਨੂੰ ਫਾਇਦਾ ਹੀ ਨਹੀਂ। ਕਿ ਪਹਿਲੀ ਵਾਰ ਸਰਕਾਰ ਜਿਹਨੂੰ ਫਾਇਦਾ ਦੇਣਾ ਚਾਹੁੰਦੀ ਹੈ ਉਹ ਅੱਗੋਂ ਕਹਿ ਰਿਹਾ ਕਿ ਇਹਦਾ ਫਾਇਦਾ ਹੈ ਸਾਨੂੰ। ਕਹਿੰਦਾ ਤੁਸੀਂ ਸਾਨੂੰ ਪੁੱਛੋ ਤਾਂ ਸੀ, ਤੁਸੀਂ ਚੱਕ ਕੇ ਬਿੱਲ ਪਹਿਲਾਂ ਤੁਸੀਂ ਆਰਡੀਨੈਂਸ ਲੈ ਕੇ ਤੁਸੀਂ ਬਿੱਲ ਬਣਾ ਕੇ ਹੁਣ ਤੁਸੀਂ ਕਾਨੂੰਨ ਬਣਾ ਦੇਣਾ ਲੱਗੇ ਹੋ। ਈਵਨ ਕਿ ਬਣਾ ਤਾ ਪਰ ਪੁੱਛੇ ਹੀ ਨਹੀਂ। ਮਤਲਬ ਤੁਸੀਂ, ਸਾਡੇ ਪ੍ਰੋਬਲਮ ਕੀ ਹੈ, ਸਾਨੂੰ ਕਿਸਾਨਾਂ ਨੂੰ ਇਹਨਾਂ ਨੇ ਸਿਰਫ ਆਪਣੇ ਵੋਟਾਂ ਦੇ ਰਾਜ ਲਈ ਕਿਸਾਨ ਨੂੰ ਕੀ ਕਿਹਾ ਜੀ? ਇਹ ਭੋਲਾ ਕਿਸਾਨ ਕੀ ਹੈ ਜੀ? ਇਹ ਤਾਂ ਜੀ ਅੰਨਦਾਤਾ ਸਿਰਫ ਬਾਬਾ ਨਾਨਕ ਸੀ, ਜਿਨ੍ਹਾਂ ਨੇ ਖੇਤੀ ਕੀਤੀ, ਕਿਰਤ ਦਾ ਸਾਨੂੰ ਕਿਰਤ ਕਰਨੀ ਸਿਖਾਈ, ਜਿਨ੍ਹਾਂ ਨੇ ਫਿਰ ਲੰਗਰ ਚਲਾਇਆ ਕਿ ਤੁਸੀਂ ਭੁੱਖੇ ਨੂੰ ਖਵਾਉਣਾ। ਉਹ ਇੱਕ ਜਿਹੜੀ ਉਹਨਾਂ ਨੇ ਇੱਕ ਲਾ ਲਓ ਵੀ ਉਸ ਟਾਈਮ ਦਾ ਕਾਨੂੰਨ ਜਿਹੜਾ ਉਹਨਾਂ ਨੇ ਬਣਾਇਆ, ਲੋਕਾਂ ਲਈ ਬਣਾਇਆ, ਭੁੱਖਿਆਂ ਲਈ ਬਣਾਇਆ। ਇਹ ਜਿਹੜੀ ਕਿਸਾਨੀ ਅਸੀਂ ਕਰਦੇ ਹਾਂ, ਲੋਕਾਂ ਦਾ ਢਿੱਡ ਭਰਦੇ ਹਾਂ, ਸਾਡਾ ਕਿੱਤਾ ਹੈ। ਸਾਡੇ ਪਰਿਵਾਰ ਸਿਰਫ ਅਨਾਜ ਹੀ ਨਹੀਂ, ਸਾਡੇ ਕੱਪੜੇ ਧੋਣਾ, ਰਹਿਣਾ ਸਹਿਣਾ, ਇਹ ਕਿਸਾਨੀ ਤੋਂ ਸ਼ੁਰੂ ਹੁੰਦਾ ਸਾਡਾ। ਅਤੇ ਇਹ ਸਾਨੂੰ ਜਾਣ ਕੇ ਗੁੰਮਰਾਹ, ਇਮੋਸ਼ਨਲ ਬਲੈਕਮੇਲ ਜਿਹੜਾ ਕਰਦੇ ਨਾ ਕਿਸਾਨ ਨੂੰ, ਇਹ ਤਾਂ ਇਹ ਤਾਂ ਭੋਲੇ ਨੇ। ਨਾ ਕਿਸਾਨ ਭੋਲਾ, ਨਾ ਕਿਸਾਨ ਤੁਹਾਡਾ ਅੰਨਦਾਤਾ ਹੈ, ਪਰ ਉਹਦਾ ਬਿਜ਼ਨਸ ਹੈ। ਤੁਸੀਂ ਉਸ ਬਿਜ਼ਨਸ ਨੂੰ, ਉਹਦੀ ਕਮਾਈ ਨੂੰ ਕਿਉਂ ਮਾਰ ਰਹੇ ਹੋ? ਜਿੱਥੋਂ ਤੱਕ ਭੋਲੇ ਦੀ ਸਵਾਲ ਹੈ, ਭੋਲਾ ਨਹੀਂਗਾ, ਚੁੱਪ ਹੈ। ਤੁਸੀਂ ਇਸ ਚੁੱਪ ਨੂੰ ਜੇ ਤੁਸੀਂ ਹੁਣ ਛੇੜੋਗੇ ਤਾਂ ਇਹ ਉਹ ਤੂਫਾਨ ਹੈ ਕਿ ਜਿਹੜਾ ਇਹ ਮੁੜ ਕੇ ਰੁਕਣਾ ਨਹੀਂ। ਇਹ ਉਹ ਤੂਫਾਨ, ਇਹ ਉਹ ਕਿਸਾਨ ਨੇ ਜਿਹੜੇ, ਇਹ ਕਿਸਾਨਾਂ ਦੀ ਬੱਚੇ ਹੈ ਜਿਹੜੇ ਬਾਰਡਰਾਂ 'ਤੇ ਲੜਦੇ ਆ। ਤੁਸੀਂ ਚਾਹੇ ਹਰਿਆਣੇ 'ਚੋਂ ਜਾਟ ਦਾ
ਜੱਟ ਦਾ ਮੁੰਡਾ ਜਾਂ ਕੋਈ ਜਿਹੜਾ ਜ਼ਿਮੀਂਦਾਰ ਹੈ ਲੇਬਰ ਥੱਲੇ ਕਰਦਾ ਉਹਦਾ ਬੱਚਾ ਫੌਜ 'ਚ ਜਾਂਦਾ, ਜਾਂ ਕਿਸਾਨ ਇੱਕ ਤਾਂ ਖੇਤ 'ਚ ਤੁਹਾਡੇ ਲਈ ਕਮਾਈ ਕਰਦਾ ਹੈ, ਤੁਹਾਡਾ ਢਿੱਡ ਭਰਨ ਲਈ, ਇੱਕ ਤੁਹਾਡੇ ਲਈ ਰੱਖਿਆ ਲਈ ਬਾਰਡਰ ਤੇ ਲੜਦਾ ਹੈ। ਤੁਸੀਂ ਦੋਨਾਂ ਨਾਲ ਮਾੜਾ ਕਰ ਰਹੇ ਹੋ। ਤੁਸੀਂ ਉੱਥੇ ਵੀ ਵੋਟਾਂ ਨੂੰ ਵਰਤ ਕੇ ਤੁਸੀਂ ਕਿਸੇ ਨੂੰ ਸ਼ਹੀਦ ਕਰਾ ਦਿੰਦੇ ਹੋ ਆਪਦੇ ਲਾਲਚ ਨੂੰ, ਪਰ ਇੱਥੇ ਤਾਂ ਤੁਸੀਂ ਹੁਣ ਇੰਤਹਾ ਹੀ ਕਰਤੀ ਨਾ। ਤਾਂ ਹੁਣ ਇਹ ਤਾਂ ਕਹਿੰਦੇ ਵੀ ਡਿਕਟੇਟਰਸ਼ਿਪ ਹੈ ਨਾ, ਰਾਈਟ। ਪਰ ਇੰਨਾ ਜ਼ੁਲਮ ਨਹੀਂ ਸਹੂਗਾ ਤਾਂ ਹੀ ਸਾਨੂੰ ਸੜਕਾਂ ਤੇ ਆਉਣਾ ਪਿਆ। ਆਵਾਂਗੇ, ਲੜਾਂਗੇ। ਮੈਂ ਤਾਂ ਇਹ ਉਹ ਟਾਈਮ ਗਿਆ ਕਿ ਕਿਸਾਨ ਫਾਹਾ ਲੈਂਦਾ। ਹੁਣ ਅਸੀਂ ਨੌਜਵਾਨ ਵੀ ਨਾਲ ਅਸੀਂ ਫਾਹਾ ਲਵਾਂਗੇ ਨਹੀਂ। ਜਿਹੜੇ ਸਾਡੇ ਫਾਹਾ ਪਾਉਣਾ ਚਾਹੁੰਦੇ ਅਸੀਂ ਉਹਨਾਂ ਨੂੰ ਫਾਹਾ ਪਾ ਸਕਦੇ ਹਾਂ, ਪਾਵਾਂਗੇ। ਧਰਨੇ ਜਿਹੜੇ ਲੱਗ ਰਹੇ ਨੇ, ਔਰ ਮੈਂ ਜਿਵੇਂ ਕਿਹਾ ਕਿ ਜਿੰਨੇ ਵੀ ਕਲਾਕਾਰ ਨੇ ਹੁਣ ਆਲਮੋਸਟ ਸਾਰੇ ਤਾਂ ਨਹੀਂ ਕਹਿ ਸਕਦੇ, ਪਰ ਬਹੁਤਾਤ ਵਿੱਚ ਅਜਿਹੇ ਕਲਾਕਾਰ ਨੇ ਜੋ ਸੜਕਾਂ ਤੇ ਖੁਦ ਉਤਰ ਰਹੇ ਨੇ, ਧਰਨਿਆਂ ਦੇ ਵਿੱਚ ਜਾ ਰਹੇ ਨੇ, ਸ਼ਾਮਲ ਹੋ ਰਹੇ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ। ਚਾਹੇ ਤੁਸੀਂ ਵੀ ਹੋ, ਤੁਸੀਂ ਲਾਈਵ ਹੁੰਦੇ ਹੋ, ਬਹੁਤ ਸਾਰੇ ਅਜਿਹੇ ਕਲਾਕਾਰ ਨੇ ਜੋ ਲਾਈਵ ਹੋ ਕੇ ਸਪੋਰਟ ਕਰ ਰਹੇ ਨੇ ਫਾਰਮਰਸ ਦੀ, ਔਰ ਕਹਿ ਰਹੇ ਨੇ ਕਿ ਜੇਕਰ ਫਾਰਮਰ ਹੀ ਨਹੀਂ ਹੋਏਗਾ ਤੇ ਫਿਰ ਤੁਹਾਨੂੰ ਫੂਡ ਕਿੱਥੋਂ ਮਿਲੇਗਾ। ਬਿਲਕੁਲ। ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਸਰਕਾਰਾਂ ਦੇ ਕੰਨਾਂ ਤੇ ਜੂ ਰਹੇਗੀ, ਕਿ ਉਹਨਾਂ ਨੂੰ ਸਮਝ ਆਊਗੀ ਕਿ ਇਹ ਜਿਹੜੀ ਪ੍ਰੋਬਲਮ ਹੈ ਵੱਡੀ ਹੈ, ਔਰ ਕਿ ਹੁਣ ਕਿਉਂਕਿ ਫੈਸਲਾ ਤੇ ਜਿਹੜਾ ਰਾਜ ਸਭਾ ਦੇ ਵਿੱਚ ਵੀ ਇਸ ਨੂੰ ਮੰਨ ਲਿੱਤਾ ਗਿਆ, ਹੁਣ ਐਕਸੈਪਟ ਤਾਂ ਆਲਮੋਸਟ ਇਹ ਬਿੱਲ ਹੋ ਹੀ ਚੁੱਕਿਆ ਹੈ। ਜਿੱਥੋਂ ਤੱਕ ਤਾਂ ਤੁਸੀਂ ਕਹਿੰਦੇ ਵੀ ਸਰਕਾਰਾਂ ਦੇ ਜੂੰ ਕੰਨ ਤੇ ਰੇਕੂਗੀ ਨਹੀਂ, ਉਹ ਤਾਂ ਰੇਕ ਗਈ। ਉਹਦੇ ਲਈ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਕੱਲ੍ਹ ਦੇ ਸਾਡੇ PM ਮੋਦੀ ਜੀ ਪੰਜਾਬੀ 'ਚ ਟਵੀਟ ਕਰ ਰਹੇ ਨੇ, ਤਾਂ ਇਹਦਾ ਮਤਲਬ ਉਹਨਾਂ ਦੇ ਕੰਨ ਨੂੰ ਆਵਾਜ਼ ਤਾਂ ਪਹੁੰਚ ਗਈ। ਪਰ ਇਹ ਪੰਜਾਬੀ 'ਚ ਟਵੀਟ ਕਰਨ ਨਾਲ ਹੁਣ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ ਵੀ ਆਹ ਪੰਜਾਬੀ। ਇੱਕ ਪਾਸੇ ਤਾਂ ਜੰਮੂ ਕਸ਼ਮੀਰ ਸਾਡੀ ਪੰਜਾਬੀ ਬੰਦ ਕਰੀ ਜਾਂਦੇ ਹੋ, ਇੱਥੇ ਤੁਸੀਂ ਸਾਨੂੰ ਪੰਜਾਬੀ 'ਚ ਇੰਨੇ। ਹੁਣ ਉਹ ਭੋਲੇ ਵਾਲਾ ਟੈਗ ਤੁਸੀਂ ਤੁਹਾਡੀਆਂ ਇਹਨਾਂ ਦੀਆਂ AC ਰੂਮਾਂ ਦੇ ਵਿੱਚ ਹੀ ਇਹ ਸਾਨੂੰ ਭੋਲਾ ਕਹਿੰਦੇ। ਇਹਨਾਂ ਨੂੰ ਬਾਅਦ 'ਚ ਪਤਾ ਲੱਗ ਗਿਆ ਇਹ ਕਾਨੂੰਨ ਜਾਂ ਤਾਂ ਇਹਨਾਂ ਨੂੰ ਵਾਪਸ ਲੈਣਾ ਪਊਗਾ, ਨਹੀਂ ਤਾਂ ਸਾਡੀਆਂ ਕਿਸਾਨਾਂ ਦੀ ਮੰਗ ਕੀ ਹੈ? ਇਹ ਕਹਿੰਦੇ MSP। ਇਹ ਦੇਖੋ ਭਰਮਾ ਕੇ ਮੇਰਾ ਇਹ ਕਹਿੰਦੇ ਤੁਹਾਨੂੰ ਸਰਕਾਰਾਂ ਭਰਮਾਉਂਦੀਆਂ ਨੇ, ਜਾਂ ਇਹ ਕਹਿੰਦੇ ਜੀ MSP ਖਤਮ ਨਹੀਂ ਹੁੰਦੀ। ਅਸੀਂ ਵੀ ਕਹਿੰਦੇ ਹਾਂ ਤੁਹਾਡੀ MSP ਖਤਮ ਨਹੀਂ ਹੁੰਦੀ, ਪਰ MSP ਨੂੰ ਗਰੰਟੀ ਕਿਉਂ ਨਹੀਂ ਕਰਦੇ ਤੁਸੀਂ? ਮਿਨੀਮਮ ਸਪੋਰਟ ਪ੍ਰਾਈਜ਼ ਨੂੰ ਤੁਸੀਂ ਗਰੰਟੀ ਕਰ ਦਿਓ ਕਿ ਕੋਈ ਵੀ ਵਪਾਰੀ ਆਊਗਾ, ਜਿਹੜਾ ਵੀ ਖਰੀਦੂਗਾ ਉਹ ਇਸ ਪ੍ਰਾਈਸ ਤੋਂ ਘੱਟ, ਜਿਹੜਾ ਸਰਕਾਰ ਦਾ ਪ੍ਰਾਈਸ ਹੈ ਉਹਦੇ ਤੋਂ ਉੱਪਰ ਮੁੱਲ ਲਾਵੇ, ਇਸ ਤੋਂ ਘੱਟ ਨਹੀਂ ਲਾਊਗਾ। ਇਹਨੂੰ ਕਾਨੂੰਨ ਕਿਉਂ ਨਹੀਂ ਬਣਾਉਂਦੇ ਕਿ ਜੇ ਇਸ ਤੋਂ ਘੱਟ ਲਾਉਂਦੇ ਹੋ ਤਾਂ ਵਪਾਰੀ ਤੇ ਪਰਚਾ ਹੋਊਗਾ, ਉਹ ਜੇਲ੍ਹ ਜਾਊਗਾ ਤੇ ਉਹਦੀ ਪ੍ਰਾਪਰਟੀ ਵੇਚ ਕੇ ਕਿਸਾਨ ਦੇ ਪੈਸੇ ਦਿੱਤੇ ਜਾਣਗੇ ਜੇ ਨਹੀਂ ਦਿੰਦਾ। ਇੱਥੇ ਇਹ ਕਾਨੂੰਨ ਕਿਉਂ ਨਹੀਂ ਲੈ ਕੇ ਆਉਂਦੇ? ਦੂਜੀ ਗੱਲ ਇਹ ਕਹਿੰਦੇ ਜੀ ਕੰਟਰੈਕਟ ਹੋ ਜਾਊਗਾ, ਵੀ ਬੀਜਣ ਵੇਲੇ ਕੰਟਰੈਕਟ ਹੋ ਗਿਆ। ਕੱਲ੍ਹ ਨੂੰ ਇਹ ਵਪਾਰੀ ਤਾਂ ਜਦੋਂ ਫਸਲ ਪੱਕ ਗਈ ਕਹਿ ਦੂਗਾ ਤੁਹਾਡੀ ਕੁਆਲਿਟੀ ਨਹੀਂ ਵਧੀਆ, ਮੈਂ ਉਹ ਪ੍ਰਾਈਸ ਨਹੀਂ ਲਾਉਂਦਾ। ਫਿਰ ਉੱਥੇ ਜ਼ਿਮੀਂਦਾਰ ਕੀ ਕਰੂਗਾ? ਉੱਥੇ ਚਲੋ ਉਦੋਂ ਵੀ ਬਾਅਦ ਇੱਥੋਂ ਇਹ ਪੰਜਾਬ ਤੋਂ ਅੰਬਾਨੀ ਵਰਗਾ ਫਸਲ ਖਰੀਦ ਕੇ ਭੱਜ ਗਿਆ, ਜਿਵੇਂ ਮਾਲੀਆ ਭੱਜਿਆ ਜਾਂ ਹੋਰ ਨੀਰਵ ਮੋਦੀ ਵਰਗੇ ਭੱਜੇ। ਜੇ ਭੱਜ ਗਏ ਤਾਂ ਇਹ ਕਹਿੰਦੇ ਤੁਸੀਂ DC ਕੋਲ ਜਾਓ। DC ਦੀ ਕੀ ਔਕਾਤ ਹੈਗੀ ਆ? ਐਡੀ ਪਾਵਰ ਹੈਗੀ ਆ ਕਿ ਉਹ ਅੰਬਾਨੀ ਤੋਂ ਪੈਸੇ ਦਵਾ ਦੂਗਾ। ਇਹ ਕਹਿੰਦੇ ਤੁਸੀਂ ਕੇਸ ਨਹੀਂ ਕਰ ਸਕਦੇ, ਹਾਈ ਕੋਰਟ, ਸੁਪਰੀਮ ਕੋਰਟ, ਕਿਤੇ ਅਪੀਲ ਨਹੀਂ, ਦਲੀਲ ਨਹੀਂ। ਤੁਹਾਡਾ ਕੋਈ ਡਿਸਪਿਊਟ ਪੈਂਦਾ ਤਾਂ SDO ਕੋਲ ਜਾਓ, SDM ਕੋਲ ਜਾਓ, ਤੁਸੀਂ DC ਕੋਲ ਜਾਓ। DC ਕਿਹਦੇ ਅੰਡਰ ਹੈ? ਸਰਕਾਰ ਦੇ ਅੰਡਰ ਹੈ। ਕਿ ਕਿੰਨੀ ਕੁ ਸਾਨੂੰ ਨਹੀਂ ਪਤਾ ਕਰਪਸ਼ਨ ਹੈ। ਈਵਨ ਜੇ DC ਇਮਾਨਦਾਰ ਹੈ ਤਾਂ ਨਹੀਂ ਕੁਛ ਕਰਦਾ। ਪਹਿਲੀ ਗੱਲ ਤਾਂ DC ਨੇ ਪਹਿਲਾਂ ਜਿੱਥੇ 100 ਕਰੋੜ ਦੀ ਫਸਲ ਵਿੱਚੋਂ DC ਨੂੰ 5 ਕਰੋੜ ਦਿੱਤਾ, DC ਦੀ ਕਿਉਂ ਮਜਾਣਾ ਬੋਲ ਜੂਗਾ? DC ਸਾਡਾ ਫਾਇਦਾ ਨਹੀਂ ਕਰ। ਸਾਨੂੰ ਜੇ ਇਹਨਾਂ ਨੂੰ ਦੋ ਕਾਨੂੰਨ, ਇੱਕ ਤਾਂ MSP ਗਰੰਟੀ, ਇੱਕ ਕੱਲ੍ਹ ਨੂੰ ਭੱਜਦਾ, ਕੱਲ੍ਹ ਨੂੰ ਵਪਾਰੀ ਜ਼ਿਮੀਂਦਾਰ ਦੀ ਫਸਲ ਖਰੀਦ ਕੇ ਪੈਸੇ ਨਹੀਂ ਦਿੰਦਾ, ਜ਼ਿਮੀਂਦਾਰ ਦੀ ਪਾਰਟੀ ਸਰਕਾਰ ਬਣੇ, ਕਿ ਸਰਕਾਰ ਵਪਾਰੀ ਦਾ ਉਹਦੀ ਪ੍ਰਾਪਰਟੀ ਵੇਚੇ, ਉਹਦੇ ਤੇ ਪਰਚਾ ਕਰੇ, ਜੇਲ੍ਹ ਕਰੇ, ਚਾਹੇ ਸਰਕਾਰ ਆਪਦੀ ਜੇਬ 'ਚੋਂ ਪੈਸੇ ਦੇਵੇ ਜੇ ਭੱਜਦਾ, ਨਹੀਂ ਤਾਂ ਉਹਦੀ ਜੋ ਵੀ ਪ੍ਰਾਪਰਟੀ ਵੇਚੇ, ਕੁਰਕ ਕਰੇ, ਨਿਲਾਮ ਕਰੇ, ਸਰਕਾਰ ਦੇ ਜ਼ਿਮੀਂਦਾਰ ਦੇ ਪੈਸੇ ਦੇਵੇ। ਇਹ ਦੋ ਚੀਜ਼ਾਂ ਤਾਂ ਇਹਨਾਂ ਨੇ ਲਿਖੀਆਂ ਨਹੀਂ। ਇਹ ਕਹਿੰਦੇ ਜੀ ਛੋਟਾ ਜ਼ਿਮੀਂਦਾਰ, ਵੱਡਾ ਜ਼ਿਮੀਂਦਾਰ ਤਾਂ 200 ਕਿੱਲੇ, ਜਿਹਦੇ ਕੋਲ 200 ਕਿੱਲਾ, 100 ਕਿੱਲਾ, ਜਾਂ 4 ਭਰਾ ਨੇ ਜਿਹਨਾਂ ਕੋਲ 50 ਜਾਂ 25 ਕਿੱਲੇ ਆ, ਉਹ ਤਾਂ ਇਕੱਠੇ ਹੋ ਕੇ ਵਪਾਰੀ ਉਹਦਾ ਕੰਟਰੈਕਟ ਕਰ ਲੂਗਾ। ਜਿਹੜਾ 2 ਕਿੱਲੇ ਵਾਲਾ ਉਹਦੇ ਕੋਲ ਵਪਾਰੀ ਕਿਵੇਂ ਕੰਟਰੈਕਟ ਕਰ ਲੂਗਾ ਆ ਕੇ? ਫਿਰ ਉਹ ਕਿਵੇਂ ਵੇਚੂਗਾ ਵਿਚਾਰਾ? ਉਹ ਤਾਂ ਫਿਰ ਸੜਕਾਂ ਤੇ ਗਲੀਆਂ 'ਚ ਕਿਵੇਂ ਆਪਦੇ 2 ਕਿੱਲਿਆਂ ਦੀ ਕਣਕ ਜਾਂ ਚੌਲ ਵੇਚੂਗਾ? ਪਹਿਲੀ ਗੱਲ, ਮੁੰਜੀ ਕੌਣ? ਤੁਸੀਂ ਚਾਵਲ ਖਾਂਦੇ ਹੋ, ਤੁਸੀਂ ਮੁੰਜੀ ਖਰੀਦਦੇ ਹੋ ਕਿ ਚਾਵਲ ਖਰੀਦਦੇ ਹੋ? ਤਾਂ ਫਿਰ ਉਹ ਵਿਚਾਰਾ ਮੁੰਜੀ ਕਿੱਥੋਂ, ਉਹਨੂੰ ਚੌਲ ਕਿੱਥੋਂ ਕਢਾਊਗਾ, ਕਿਵੇਂ ਵੇਚੂਗਾ? ਉਹ ਤਾਂ ਪਹਿਲੇ ਮਰਿਆ ਪਿਆ। ਫਿਰ ਇਹ ਕਹਿੰਦੇ ਵਿਚੋਲੀਆ ਖਤਮ ਕਰਦੇ ਹਾਂ ਅਸੀਂ, ਆੜਤੀਏ। ਇੱਕ ਤਾਂ ਸਭ ਤੋਂ ਭਰਮ ਪਾਇਆ ਸੀ ਕਿ ਜ਼ਿਮੀਂਦਾਰ ਟੈਕਸ ਨਹੀਂ ਦਿੰਦਾ। ਜਦੋਂ ਜ਼ਿਮੀਂਦਾਰ ਸਰਕਾਰੀ ਖਰੀਦ ਕਰਦੀ ਆ, ਜ਼ਿਮੀਂਦਾਰ ਟੈਕਸ ਦਿੰਦਾ ਉੱਤੇ 2%, 4%। ਉਸੇ ਟੈਕਸ ਦੇ ਨਾਲ ਸਾਲ ਦਾ ਜਿਹੜਾ ਪੰਜਾਬ ਦਾ 3600 ਕਰੋੜ ਸੀ, ਉਹਦੇ ਨਾਲ ਹੀ ਜੇ ਕੋਈ ਖਰਾਬਾ ਹੁੰਦਾ ਸੀ ਜ਼ਿਮੀਂਦਾਰ ਦਾ, ਤਾਂ ਉਹ ਖਰਾਬੇ ਦਾ ਜਿਹੜਾ ਜਿਹਨੂੰ ਆਪਾਂ ਮੁਆਵਜ਼ਾ ਕਹਿੰਦੇ ਆ, ਉਹ ਸਰਕਾਰ
ਉਸੇ 3600 ਕਰੋੜ ਚੋਂ ਦਿੰਦੀ ਸੀ ਜਿਹੜਾ ਜ਼ਿਮੀਂਦਾਰ ਵੇਚਣ ਲੱਗਿਆ ਟੈਕਸ ਦਿੰਦਾ ਸੀ। ਉਹਦੇ ਨਾਲ ਹੀ ਜਿਹੜੇ ਉਹਦੇ ਖੇਤਾਂ ਨੂੰ ਛੋਟੀਆਂ ਲਿੰਕ ਸੜਕਾਂ ਪਿੰਡਾਂ ਨੂੰ ਜਾਂਦੀਆਂ ਸੀ ਬਣਦੀਆਂ ਸੀ, ਉਹਦੇ ਨਾਲ ਹੀ ਮੰਡੀਆਂ ਦੀ ਡਿਵੈਲਪਮੈਂਟ ਹੁੰਦੀ ਸੀ। ਉਹ ਗੱਲ ਵੱਖਰੀ ਹੈ ਸਰਕਾਰਾਂ ਕਰਪਟ ਨੇ ਕਿ ਉਹ ਜਿਹੜਾ ਮੁਆਵਜ਼ਾ ਦਿੰਦੀਆਂ ਸੀ ਘੱਟ ਦਿੰਦੀਆਂ ਸੀ ਜਾਂ ਆਪ ਖਾ ਜਾਂਦੀਆਂ ਸੀ, ਪਰ ਪੇਪਰਾਂ 'ਚ ਤਾਂ ਹੁੰਦਾ ਸੀ ਕਿਸੇ ਕੋਈ ਨਾ ਕੋਈ ਤਾਂ ਲੈਂਦਾ ਸੀ ਨਾ, ਇਹ ਕੌਣ ਦੇਊਗਾ। ਫਿਰ ਦੂਜੀ ਗੱਲ ਕਿ ਮੇਰੇ ਕੋਲ 2 ਕਿੱਲੇ ਪੈਲੀ ਹੈ, ਮੇਰਾ ਆੜਤੀ ਨਾਲ ਸਾਂਝ ਹੈ ਕਿ ਮੇਰੇ ਬੱਚੇ ਦਾ ਵਿਆਹ ਜਾਂ ਮੈਂ ਬਿਮਾਰ ਹੋ ਗਿਆ, ਮੇਰੀ ਪਰਿਵਾਰ ਬਿਮਾਰ ਹੋ ਗਿਆ ਜਾਂ ਮੇਰੇ ਬੱਚੇ ਦੀ ਫੀਸ ਭਰਨੀ ਹੈ, ਕਿ ਮੈਂ ਤਾਂ ਆੜਤੀ ਤੋਂ ਜਾ ਕੇ ਪੈਸੇ ਲੈ ਆਉਂਦਾ ਸੀ। ਫਸਲ ਆਊਗੀ ਪੂਰੇ ਹੋ ਜਾਣਗੇ, ਕੱਟ ਕਟਾਂਗੇ ਜੋ ਵੀ ਹੈ, ਕਿ ਅੰਬਾਨੀ 2 ਕਿੱਲਿਆਂ ਵਾਸਤੇ ਉਹ ਉੱਥੇ ਬੰਬੇ ਜਾਂ ਕਰਨਾਟਕਾ ਕੇਰਲਾ ਜਾ ਕੇ 2 ਕਿੱਲਿਆਂ ਨੂੰ ਦੇ ਦੂਗਾ। ਪਹਿਲੀ ਗੱਲ ਕਿ ਪਹਿਲੀ ਗੱਲ ਉਹ ਪਹੁੰਚ ਜੂਗਾ, ਉਹਨਾਂ ਦਾ ਕੌਣ ਹੈ ਵਾਲੀ ਵਾਰਸ ਕੌਣ ਹੋਊਗਾ ਉਹਦੇ ਬੱਚਿਆਂ ਵਾਸਤੇ। ਜਿਹੜੂ ਇਹ ਆੜਤੀ ਆ ਤੇ ਇਹਦਾ 9 ਮਾਸ ਬਹੁਤ ਹੀ ਇੱਕ ਖੂਨ ਦੇ ਰਿਸ਼ਤੇ ਦੇ ਬਰਾਬਰ ਦਾ ਰਿਸ਼ਤਾ ਸੀ। ਉਹ ਗੱਲ ਵੱਖਰੀ ਹੈ ਕਿ ਕੋਈ ਨਾ ਕੋਈ ਆੜਤੀਆ 100 ਪਿੱਛੇ ਇੱਕ ਆਮ ਜਿਵੇਂ ਜ਼ਿਮੀਂਦਾਰ ਨਾਲ ਘਪਲਾ ਕਰ ਜਾਂਦਾ ਸੀ ਵੀ ਘੱਟ ਵੱਧ ਤੋਲਤੀ, ਪਰ ਉਹ ਵੀ ਅੱਜ ਕੱਲ੍ਹ ਮੰਡੀਆਂ 'ਚ ਜੇ ਇੱਕ ਤੋਲਦਾ ਸੀ ਦੂਜਾ ਦੱਸ ਦਿੰਦਾ ਸੀ। ਉਹ ਵੀ ਉਹ ਇੰਨੀ ਹੁਣ ਉਹ ਨਹੀਂ ਸੀ ਚੱਲਦੀ ਕਿ ਇੰਨਾ ਵੀ ਧੱਕਾ ਚੱਲ ਜੂਗਾ। ਪਰ ਜਿਹੜਾ ਇਹ ਕਰ ਰਿਹਾ ਧੱਕਾ, ਇਹ ਤਾਂ ਛੋਟਾ ਜ਼ਿਮੀਂਦਾਰ ਕਿੱਥੇ ਜਾਊਗਾ, ਜਮੀ ਮਾਰ ਦੇਣਗੇ। ਤਾਂ ਇੱਕ ਹੋਰ ਗੱਲ ਇਹਦੇ ਵਿੱਚ ਇਸ ਬਿੱਲ ਦੇ ਵਿੱਚ ਹੈ ਕਿ ਤੁਸੀਂ ਕਿਤੇ ਵੀ ਜਾ ਕੇ ਆਪਣੀ ਫਸਲ ਜਿਹੜੀ ਹੈ ਵੇਚ ਸਕਦੇ ਹੋ। ਕਿਸਾਨ ਕੋਲ ਇੱਕ ਕਹਿ ਰਹੇ ਹੈ ਕਿ ਖੁੱਲਾ ਜਿਹੜਾ ਹੈ, ਸਰਕਾਰ ਦਾ ਇਹ ਕਹਿਣਾ ਹੈ ਕਿ ਸਰਕਾਰ ਕੋਲ ਕਿਸਾਨ ਕੋਲ ਰਾਹ ਖੁੱਲ ਗਏ। ਤੁਹਾਨੂੰ ਲੱਗਦਾ ਕਿ ਵਾਕਈ ਇਹ ਰਾਹ ਖੁੱਲਣਗੇ? ਮੇਰੀ ਗੱਲ ਦੱਸੋ, ਤੁਸੀਂ ਕਹਿੰਦੇ ਜਿੱਥੇ ਮਰਜ਼ੀ ਜਾ ਕੇ ਵੇਚ ਦਿਓ, ਉਹ ਜ਼ਿਮੀਂਦਾਰ ਤਾਂ ਵਿਚਾਰਾ ਫਸਲ ਜਿਹਦੇ 2 ਜਾਂ 3 ਕਿੱਲੇ ਨਾ ਖੇਤ ਚੋਂ ਮੰਡੀ ਲਿਆਉਣ ਵਾਸਤੇ ਵੀ ਕਿਰਾਏ ਤੇ ਟਰੈਕਟਰ ਕਰਦਾ 1500 ਚ, ਉਹਨੂੰ ਤਾਂ ਉਹ ਵੀ ਔਖਾ ਲੱਗਦਾ। ਉਹਨੂੰ ਕੰਪੈਨ ਦੀ ਵਢਾਈ ਤੋਂ ਉਹ ਥੱਲੇ ਬੋਲ ਦੇ ਉੱਥੇ ਖੇਤ 'ਚ ਕਣਕ ਨਹੀਂ ਰੱਖ ਸਕਦਾ, ਕੱਲ ਨੂੰ ਮੀਂਹ ਪੈ ਜੇ, ਉਹਦੇ ਕੋਲ ਘਰੇ ਜਗ੍ਹਾ ਨਹੀਂ ਸਟੋਰ ਕਰਨ ਦੀ। ਉਹਨੂੰ ਤਾਂ ਉਹਦਾ ਵੀ ਖਰਚਾ ਪੈਂਦਾ ਕਿ 2 ਕਿੱਲਿਆਂ ਵਾਲਾ ਇਵਨ ਕਿ 10 ਇਵਨ ਕਿ 25-50 ਕਿੱਲਿਆਂ ਵਾਲਾ ਵੀ ਉਹ ਜਾ ਕੇ ਬੰਬੇ ਕੈਨੇਡਾ ਕਿਵੇਂ ਵੇਚ ਲੂਗਾ, ਕਿ ਰੇਲ ਦੇ ਉਹਦੇ ਖਰਚੇ ਕਿੰਨੇ ਪੈਣਗੇ। ਪਹਿਲੀ ਗੱਲ ਉਹਨੂੰ ਕੀ ਪਤਾ ਕਿੱਥੇ ਵੇਚੂਗਾ, ਉਹ ਕਿਵੇਂ ਆਨਲਾਈਨ ਕੰਟਰੈਕਟ ਕਿੰਨੇ ਕੁ ਲੋਕ ਕਰ ਲੈਣਗੇ। ਜਿਹੜਾ ਆਨਲਾਈਨ ਕੰਟਰੈਕਟ ਕਰੂਗਾ ਉਹ 1000 ਕਿੱਲੇ ਦਾ 500 ਕਿੱਲੇ ਬਾਹਰ ਰਹਿਣ ਦੀ ਰੀਸ ਕਰਦੇ ਨੇ। ਬਾਹਰ ਤਾਂ 1000 2-2000 5-5000 ਕਿੱਲਿਆਂ ਦੇ ਪਲਾਟ ਨੇ, ਇੱਥੇ ਤਾਂ ਸਾਰੇ ਪਿੰਡ ਕੋਲ 1000 ਕਿੱਲਾ ਜ਼ਮੀਨ ਨਹੀਂ। ਤਾਂ ਕਿਵੇਂ ਇਹ ਕਿਸੇ ਪੋਸੀਬਲ ਹੈ? ਸਭ ਤੋਂ ਵੱਡਾ ਇਹਨਾਂ ਨੇ ਜਿਹੜਾ ਅਸੈਂਸ਼ਨਲ ਕਮੋਡਿਟ ਜਿਹੜਾ ਉਹ ਕਾਨੂੰਨ ਬਣਾਇਆ। ਪਹਿਲਾਂ ਕੀ ਸੀ ਵੀ ਫਰਜ਼ ਕਰੋ ਇੱਕ ਵਪਾਰੀ ਹੈ, ਉਹਨੇ 3 ਕੁਆਂਟਲ ਸਪੋਜ਼ ਕਰੋ ਚੀਜ਼ ਖਰੀਦ ਲਈ, ਉਸ ਤੋਂ ਬਾਅਦ ਉਹ ਖਰੀਦ ਨਹੀਂ ਸੀ ਸਕਦਾ, ਤਾਂ ਉਹਦੀ ਮਜਬੂਰੀ ਸੀ ਕਿ ਉਹਨੂੰ ਕੱਢਣੀ ਪੈਣੀ ਹੈ, ਫਿਰ ਉਹ ਅੱਗੇ ਨਵੀਂ ਲਊਗਾ, ਫਿਰ ਵੇਚੂਗਾ, ਚਾਹੇ ਉਹ ਐਕਸਪੋਰਟ ਕਰੇ ਚਾਹੇ ਇੱਥੇ ਵੇਚੇ, ਜਿਵੇਂ ਮਰਜ਼ੀ ਵੇਚੇ। ਹੁਣ ਇਹਨਾਂ ਨੇ ਕਹਿਤਾ ਜੀ ਜਿੰਨਾ ਮਰਜ਼ੀ ਤੁਸੀਂ ਜਮ੍ਹਾਂ ਕਰੋ, ਜਿੰਨਾ ਮਰਜ਼ੀ ਸਟੋਰ। ਉਹ ਕਹਿੰਦੇ ਜੀ ਕਿਸਾਨ ਨੂੰ ਫਾਇਦਾ। ਕਿਸਾਨ ਕੋਲ ਤਾਂ ਵਿਚਾਰੇ ਕੋਲ ਟਰੈਕਟਰ ਕਢਾਉਣ ਨੂੰ ਜਗ੍ਹਾ ਨਹੀਂ, ਡੰਗਰ ਬੰਨ੍ਹਣ ਨੂੰ ਜਗ੍ਹਾ ਨਹੀਂ, ਉਹ ਸਟੋਰ ਕਿੱਥੋਂ ਕਰ ਲੂਗਾ? ਜੇ ਉਹ ਕੋਲਡ ਸਟੋਰ 'ਚ ਲਾ ਲਓ, ਆਲੂ ਰੱਖਦੇ ਆ, ਮੈਂ ਦੇਖਿਆ ਕਈ ਵਾਰ ਤੁਸੀਂ ਨਾ ਜਦੋਂ ਘੱਟ ਰੇਟ ਆਉਂਦਾ, ਕਈ ਜਿਹੜੇ ਵੱਡੇ ਜ਼ਿਮੀਂਦਾਰ ਆ ਉਹ ਆਲੂ ਵਗੈਰਾ ਰੱਖ ਦਿੰਦੇ ਸੀ, ਉਹਨਾਂ ਨੂੰ ਖਰਚਾ ਇੰਨਾ ਪੈ ਜਾਂਦਾ ਸੀ, ਉਹ ਸਟੋਰ 'ਚੋਂ ਵੀ ਆਲੂ ਨਹੀਂ ਸੀ ਲੈਣੇ ਜਾਂਦੇ ਇੰਨਾ ਕਈ ਵਾਰ ਇਸ ਲੈਵਲ ਤੇ ਇਹ ਜੇ ਆਪਦੇ ਵੇਅਰ ਹਾਊਸ ਵਗੈਰਾ ਬਣਾਉਣਗੇ ਵੀ ਉੱਥੇ ਇਹ ਕਿਰਾਇਆ ਲੈਣਗੇ ਕਿ ਅਸੀਂ ਜੇ ਤੁਸੀਂ ਰੱਖ ਲਓ ਫਸਲ, ਜਦੋਂ ਰੇਟ ਆਊਗਾ ਕਿ ਉਹਨੂੰ ਖਰਚਾ ਕਿੰਨਾ ਪਊਗਾ। ਜੇ ਉਹ ਆਪ ਸਟੋਰ ਕਰਦੇ ਨੇ ਤਾਂ ਇਹਦੇ ਲਈ ਜ਼ਿਮੀਂਦਾਰ ਤੋਂ ਸਸਤੀ ਲੈ ਕੇ 10 ਰੁਪਏ ਫਰਜ਼ ਕਰੋ ਚਾਵਲ ਲੈ ਕੇ ਕੱਲ੍ਹ ਨੂੰ 100 ਵੇਚੂਗਾ, ਉਹਦੀ ਜਵਾਬਦੇਹੀ ਕੀ ਕੌਣ ਹੈ? ਸਰਕਾਰ ਦੀ। ਉੱਥੇ ਵੀ ਕੋਈ ਜਵਾਬਦੇਹੀ ਨਹੀਂ। ਸਰਕਾਰ ਕਹਿੰਦਾ ਸਟੋਰ ਜਿੰਨਾ ਮਰਜ਼ੀ ਕਰੋ, ਜਿੰਨੇ ਮਰਜ਼ੀ ਵੇਚੇ। ਉਸ ਪਹਿਲੀ ਗੱਲ ਤਾਂ ਜ਼ਿਮੀਂਦਾਰ ਮਾਰੂਗਾ, ਉਸ ਤੋਂ ਬਾਅਦ ਵਪਾਰੀ ਜਿਹੜੇ ਖਰੀਦਦਾਰ ਨੇ ਆਮ ਲੋਕ ਨੇ ਉਹਨਾਂ ਨੂੰ ਮਾਰੂਗਾ ਕਿ 100 ਰੁਪਏ ਚੌਲ ਆਪਦੀ ਮਰਜ਼ੀ ਨਾਲ ਰੇਟ ਲਾਉਣਾ। ਫਿਰ ਤੋਂ ਇਹ ਮਹਿੰਗਾਈ ਕਿੱਥੇ ਜਾਊਗੀ? ਤੁਸੀਂ ਮਤਲਬ ਥੋੜ੍ਹਾ ਬਹੁਤ ਸੋਚੋ। ਤੁਸੀਂ ਸਿਰਫ ਕਾਨੂੰਨ ਜ਼ਿਮੀਂਦਾਰ ਦਾ ਕਹਿਤਾ, ਵਪਾਰੀ ਦੇ ਉੱਤੇ ਤਾਂ ਤੁਸੀਂ ਕੋਈ ਤਲਵਾਰ ਰੱਖੀ ਨਹੀਂ। ਉਹਨੂੰ ਤਾਂ ਭੱਜਣ ਲਈ ਰਾਹ ਨੇ। ਜਿਵੇਂ ਪਹਿਲਾਂ ਬੈਂਕਾਂ ਦਾ ਪੈਸਾ ਲੈ ਕੇ ਭੱਜ ਗਏ, ਉਵੇਂ ਹੁਣ ਜ਼ਿਮੀਂਦਾਰਾਂ ਦੀ ਫਸਲ ਲੈ ਕੇ ਭੱਜਣਗੇ। ਉਹਨੂੰ ਪੁੱਛੂਗਾ ਕੌਣ? ਜਵਾਬਦੇਹੀ ਕਿਹਦੀ ਹੈ? ਅਸੀਂ ਇਹ ਤਾਂ ਕਹਿੰਦੇ ਨਹੀਂ, ਤੁਸੀਂ ਕਹਿੰਦੇ ਹੋ ਬਿੱਲ ਵਧੀਆ, ਵਪਾਰੀ ਆਉਣ, ਅਸੀਂ ਕਹਿੰਦੇ ਜਿੰਨਾ ਹੋਵੇ, ਪਰ ਉਹਦੇ 'ਚ ਕੰਪੀਟੀਸ਼ਨ ਲਈ ਤੁਸੀਂ ਇੱਕ ਸਿਸਟਮ ਤਾਂ ਬਣਾਉਣਾ ਕਿ ਉਹਦੇ 'ਚ ਕੰਪੀਟੀਸ਼ਨ ਜ਼ਿਮੀਂਦਾਰ ਨੂੰ ਤਾਂ ਫਾਇਦਾ, MSP ਗਰੰਟੀ ਹੋਊਗੀ, ਕਿਉਂਕਿ ਜ਼ਿਮੀਂਦਾਰ ਨੂੰ ਇਹ ਪਤਾ ਕਿ ਇਦੋਂ ਵੱਧ ਮੇਰੀ ਫਸਲ, ਉਦੋਂ ਬਾਅਦ ਜਿਹੜੀ ਕੁਆਲਿਟੀ ਵਧੀਆ ਹੋਊਗੀ, ਉਹ ਕੁਆਲਿਟੀ ਦੇ ਆਧਾਰ 'ਤੇ ਜਿਵੇਂ ਅਸੀਂ ਖੇਤੀ ਕਰਦੇ ਹਾਂ, ਜਿਵੇਂ ਸਾਡਾ ਨਾ ਬਾਸਮਤੀ ਚਾਵਲ ਹੈ, ਉਹਦੇ 'ਚ ਕਿਸਮਾਂ ਨੇ 11-21 ਜਾਂ ਜਿਹੜੀ ਦੇਸੀ ਬਾਸਮਤੀ ਹੈ ਨਾ, ਜਿਵੇਂ 1509, ਉਹਦੀ ਜਿਹਦੀ ਕੁਆਲਿਟੀ ਜਿਹਦੀ ਵਧੀਆ, ਜਿਵੇਂ ਇੱਕ ਮੁੱਛਲ ਜਿਹਨੂੰ ਕਹਿੰਦੇ ਆ ਝੋਨਾ ਚਾਵਲ, ਉਹਦੀ ਕੁਆਲਿਟੀ ਕਾਲਾ ਦਾਣਾ ਨਹੀਂ, ਸਾਫ਼ ਦਾਣਾ, ਉਹਦਾ ਰੇਟ ਵੱਧ ਲੱਗਦਾ। ਪਰ ਇਹ ਜਦੋਂ MSP ਕਹਿੰਦੇ MSP ਹੈਗੀ ਹੈ, ਪਰ MSP ਗਰੰਟੀ ਨਹੀਂ। ਉਹੀ ਜਿਹੜਾ ਕੁਆਲਿਟੀ ਦਾ ਚੌਲ ਹੈ ਤਾਂ ਕਹਿ ਦੂਗਾ ਕੱਲ੍ਹ ਨੂੰ, ਜੇ ਅੱਜ 10 ਰੁਪਏ ਹੈ ਸਪੋਜ਼ ਕਰੋ, ਕੱਲ੍ਹ ਨੂੰ ਤਾਂ ਕਹਿ ਦੂਗਾ ਮੈਂ ਤਾਂ 5 ਨੂੰ ਖਰੀਦਾਂ, ਤੇਰਾ ਤਾਂ ਦਾਣਾ ਹੀ ਕਾਲਾ। ਕੀ ਕਰੂਗਾ ਜ਼ਿਮੀਂਦਾਰ? ਮਤਲਬ ਇਹ ਸਿਸਟਮ ਨਹੀਂ ਸਹੀ ਹੈਗਾ। ਇਹ ਸਿਸਟਮ ਸਿਰਫ ਇਹਨਾਂ ਨੂੰ ਹੈ ਕਿ ਅਸੀਂ ਇਹਨਾਂ ਨੂੰ ਮਜ਼ਦੂਰ ਬਣਾਈਏ।
ਪੰਜਾਬ ਤੇ ਹਰਿਆਣੇ ਦੇ ਲੋਕ ਮਿਹਨਤੀ ਆ, ਕਾਮੇ ਆ। ਇਹਨਾਂ ਨੂੰ ਵੱਡੇ ਸ਼ਹਿਰਾਂ 'ਚ ਆਉਂਦੀਆਂ ਫੈਕਟਰੀਆਂ 'ਚ ਇਹਨਾਂ ਨੂੰ ਆਪਦੀ ਲੇਬਰ ਦੀ ਲੋੜ ਹੈ। ਕਿਸਾਨ ਆਪਦਾ ਕੰਮ ਕਰਦੇ ਸੀ, ਇਹਨੂੰ ਕਿਸਾਨੀ ਤੋਂ ਇਹਨਾਂ ਨੂੰ ਮਾਰ ਕੇ ਕਿ ਇੱਥੇ ਕੀ ਸੀ, ਇੱਕ ਬੰਦਾ ਕੰਮ ਕਰਦਾ ਸੀ, 4-10 ਮੈਂਬਰ ਖਾਂਦੇ ਸੀ ਇੱਕ ਪਰਿਵਾਰ ਦੇ। ਇਹਨਾਂ ਨੂੰ ਇਹ ਵੀ ਦਸੇ ਦੇ ਦਸੇ ਕੰਮ ਕਰਨਾ ਔਰ ਸ਼ਹਿਰਾਂ 'ਚ ਜਾ ਕੇ ਕੰਮ ਕਰਨਾ, ਕਿ ਇਹਨਾਂ ਨੇ ਲੇਬਰ ਤੇ ਕਰ ਦੇਣਾ ਸਾਰਾ। ਤੈਨੂੰ ਇਹ ਨਹੀਂ ਸੋਚਦੇ ਕਿ ਸਾਡਾ ਦੇਸ਼ 60% ਤੋਂ ਵੀ ਉੱਪਰ ਖੇਤੀ ਤੇ ਨਿਰਭਰ ਹੈ, ਜਿਹਦੇ ਚੋਂ 18 ਕਰੋੜ 18.5 ਕਰੋੜ ਜ਼ਿਮੀਂਦਾਰ ਆ। ਉਹ ਜ਼ਿਮੀਂਦਾਰੀ ਨਾਲ 60% ਆਬਾਦੀ ਜੁੜੀ ਹੋਈ ਹੈ। ਜੇ ਜ਼ਿਮੀਂਦਾਰ ਮਰ ਗਿਆ ਤਾਂ 60% ਲੋਕਾਂ ਨੂੰ ਤੁਸੀਂ ਕਿਵੇਂ ਸੰਭੋਗੇ? ਇਹ ਤਾਂ ਕ੍ਰਾਈਮ ਵਧੂਗਾ। ਮੇਰੇ ਕੋਲ ਜਿਵੇਂ ਪੈਸਾ ਹੀ ਨਹੀਂ, ਮੈਂ ਆਪਦਾ ਕੀ ਲੁੱਟ ਕੋਈ ਕਰੂੰਗਾ? ਜਿਹੜਾ ਆਮ ਬੰਦਾ ਕੀ ਕਰੂਗਾ ਜਿਹਦੇ ਕੋਲ ਉਹਦੇ ਕੋਲ ਆਪਸ਼ਨ ਹੀ ਨਹੀਂ। ਤੁਸੀਂ ਲੇਬਰ ਵੀ ਕਿੰਨੀ ਕੁ ਰੱਖ ਲਓਗੇ, ਉਹਦੇ 'ਚ ਤੁਸੀਂ ਲੇਬਰ ਵੀ ਡਾਊਨ ਕਰੋਗੇ, ਕਿਉਂਕਿ ਤੁਹਾਡੇ ਕੋਲ ਲੇਬਰ ਹੀ ਨਹੀਂ ਹੋਗੀ। ਤੁਸੀਂ ਕਹੋਗੇ ਤਾਂ ਇੰਨੇ ਹੀ ਪੈਸੇ ਦੇਣੇ ਨੇ। ਇਹ ਤਾਂ ਸਾਰੇ ਪਾਸੇ ਮਾਰਦੇ ਲੋਕ, ਸਾਰੇ ਪਾਸੇ ਤੋਂ ਹੀ। ਇਸੇ ਲਈ ਅਸੀਂ ਰੌਲਾ ਪਾਉਂਦੇ ਹਾਂ। ਮਤਲਬ ਅਸੀਂ, ਮੈਨੂੰ ਅੱਜ 10 ਦਿਨ ਹੋ ਗਏ, ਗਲਾ ਮੇਰਾ ਬੈਠਾ ਪਿਆ, ਰੰਗ ਮੇਰਾ ਕਾਲਾ ਹੋ ਗਿਆ। ਇਹ ਤਾਂ ਕਲਾਕਾਰ ਸੀ, ਏਸੀ ਗੱਡੀ 'ਚ ਰਹਿਣ ਵਾਲੇ। ਬੇਸ਼ੱਕ ਜ਼ਿਮੀਂਦਾਰ ਕਹਿੰਦੇ ਸੀ, ਪਰ ਸਾਡੀ ਤਾਂ ਅਸੀਂ ਮਤਲਬ ਕੰਮ ਹੀ ਕੀ ਸੀ ਸਾਡਾ? ਅੱਜ ਅਸੀਂ ਖੜੇ ਹਾਂ, ਪਹਿਲਾਂ ਅਸੀਂ ਜ਼ਿਮੀਂਦਾਰ ਹਾਂ, ਫਿਰ ਅਸੀਂ ਕਲਾਕਾਰ ਹਾਂ। ਜੇ ਕਲਾਕਾਰ ਹਾਂ ਤਾਂ ਜ਼ਿਮੀਂਦਾਰੇ ਕਰਕੇ ਕਲਾਕਾਰ ਹਾਂ। ਔਰ ਇਹਨਾਂ ਜਿਹੜੇ ਲੋਕ ਅੱਜ ਬੋਲਦੇ ਨਾ, ਮੈਂ ਭੈਣ ਜੀ ਸਭ ਤੋਂ ਵੱਡੀ ਗੱਲ ਕਹਿਣਾ, ਮੈਂ ਉਹ ਲੋਕ ਸਭ ਤੋਂ ਬੁਜ਼ਦਲ, ਡਰਪੋਕ ਅਤੇ ਸਭ ਤੋਂ ਮੈਂ ਉਹਨਾਂ ਨੂੰ ਮਤਲਬ ਉਹ ਵਰਡ ਨਹੀਂ ਮੈਂ ਬੋਲਣਾ ਚਾਹੁੰਦਾ ਜਿੰਨਾ ਮੇਰੇ ਅੰਦਰ ਗੁੱਸਾ ਹੈ। ਜਿਹੜੇ ਲੋਕ ਕਹਿੰਦੇ ਆ ਨਾ, ਸਾਨੂੰ ਕੀ ਹੈ, ਅਸੀਂ ਨਾ ਚੰਗੇ 'ਚ ਨਾ ਮਾੜੇ 'ਚ, ਅਸੀਂ ਕਿਸੇ ਪਾਸੇ ਨਹੀਂ ਆਉਣਾ। ਸਭ ਤੋਂ ਬੁਜ਼ਦਲ ਲੋਕ ਨੇ ਜਿਹੜੇ ਕਹਿੰਦੇ ਨਾ ਅਸੀਂ ਨਿਰਪੱਖ ਹਾਂ। ਨਿਰਪੱਖ ਕੋਈ ਨਹੀਂ ਹੁੰਦਾ, ਨਿਰਪੱਖ ਬੁਜ਼ਦਲ ਹੁੰਦਾ। ਉਹ ਡਰ ਹੁੰਦਾ, ਜਾਂ ਉਹਨੂੰ ਡਰ ਹੁੰਦਾ ਕਿ ਯਾਰ ਵੱਡਾ ਮੇਰੇ ਕਿਤੇ ਚੱਕਰ ਨਾ ਪੈ ਜੇ ਕੋਈ, ਜਾਂ ਉਹਨੂੰ ਪਤਾ ਮੈਂ ਵੱਡੇ ਬੰਦੇ ਤੋਂ ਕੰਮ ਲੈਣਾ। ਜਿਹੜਾ ਬੰਦਾ ਤੁਸੀਂ ਪੱਖ ਨਹੀਂ ਲੈ ਸਕਦੇ, ਨਿਰਪੱਖ ਕੀ ਹੈ? ਅਸਲੀ ਦਲੇਰ, ਅਸਲੀ ਜ਼ਮੀਰ ਉਹਦੀ ਜਾਗਦੀ ਹੈ ਜਿਹੜਾ ਪੱਖ ਲਊਗਾ। ਜੇ ਤਾਂ ਕ੍ਰਿਮੀਨਲ ਬੰਦਾ ਹੈ ਜਾਂ ਕਰਪਟ ਬੰਦਾ, ਉਹ ਵੱਡੇ ਖੜ ਜਾਊਗਾ, ਪੱਖ ਤਾਂ ਲਊਗਾ ਕੋਈ ਨਾ ਕੋਈ। ਜਿਹੜਾ ਜ਼ਮੀਰ ਜਾਗਦੀ ਵਾਲਾ ਸੱਚਾ ਸੁੱਚਾ ਬੰਦਾ, ਉਹ ਵਿਕਟਮ ਵੱਲ ਖੜੂਗਾ। ਉਹ ਮਾੜੀ ਧਿਰ, ਜਿਹੜੀ ਧਿਰ ਦਬਾਈ ਜਾਂਦੀ ਉਹਦੇ ਲਈ ਖੜੂਗਾ, ਕਿਉਂਕਿ ਉਹ ਧਿਰ ਦੀ ਗਿਣਤੀ ਜ਼ਿਆਦੀ ਹੈ। ਜੇ ਉਹ ਖੜੂਗੀ ਤਾਂ ਸਮਾਜ ਖੜੂਗਾ, ਜੇ ਉਹ ਦੱਬੀ ਗਈ ਤਾਂ ਸਮਾਜ ਇਹ ਭੁੱਲ ਜਾਣ ਸੇਕ। ਜੇ ਸਾਡੇ ਘਰਾਂ 'ਚ ਅੱਗ ਲੱਗੂਗੀ ਤਾਂ ਇਹਨਾਂ ਦੇ ਘਰ ਵੀ ਮੱਚਣਗੇ। ਇਹ ਮੱਚਣੇ ਹੀ ਮੱਚਣੇ ਜੀ। ਗਲਤ ਤੁਸੀਂ ਜਿੱਦਾਂ ਖੜੇ ਹੋ ਹੁਣ ਕਿਸਾਨਾਂ ਦੇ ਹੱਕ ਦੇ ਲਈ, ਔਰ ਬਹੁਤ ਸਾਰੇ ਹੋਰ ਕਲਾਕਾਰ, ਮੈਂ ਸਭ ਤੋਂ ਪਹਿਲਾਂ ਮੈਂ ਤੁਹਾਡੀ ਗੱਲ ਟੋਕਦਾ, ਮੈਂ ਕਿਸਾਨਾਂ ਦੇ ਹੱਕ ਲਈ ਨਹੀਂ, ਮੈਂ ਆਪਣੇ ਹੱਕ ਲਈ ਖੜਾ। ਮੈਂ ਕਿਸਾਨ ਹਾਂ, ਮੈਂ ਕਲਾਕਾਰ ਬਾਅਦ 'ਚ ਹਾਂ। ਮੈਂ ਆਪਣੇ ਹੱਕ ਲਈ ਖੜਾ ਔਰ ਖੜੂੰਗਾ, ਮਰੂੰਗਾ। ਮੈਂ ਮਰਨ ਫਾਹਾ ਲੈਣ ਨਾਲੋਂ ਫਾਹਾ ਦੇਣਾ ਬਿਹਤਰ ਸਮਝੂੰਗਾ। ਘੱਟ ਤੋਂ ਘੱਟ ਅਸੀਂ ਕੁਛ ਤਾਂ, ਸਾਡੇ ਇਤਿਹਾਸ ਸਾਡਾ ਕੀ ਬੋਲਦਾ? ਸਾਡਾ ਇਤਿਹਾਸ ਸਾਨੂੰ ਗੁਰੂਆਂ ਨੇ ਕੀ ਸਿਖਾਇਆ? ਜੇ ਸਾਨੂੰ ਕਿਰਤ ਕਰਨੀ ਸਿਖਾਈ ਹੈ, ਵੰਡ ਛਕਣਾ ਸਿਖਾਇਆ, ਨਾਮ ਜਪਣਾ ਸਿਖਾਇਆ, ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਲਈ ਕਹਿੰਦਾ, ਪਾਪ ਜੇ ਕਰਨਾ, ਜੇ ਤੁਸੀਂ ਜ਼ੁਲਮ ਕਰਦੇ ਹੋ ਤਾਂ ਸਹਿੰਦੇ ਉਦੋਂ ਵੀ ਵੱਡਾ ਉਹ ਬੰਦਾ ਪਾਪੀ ਹੈ। ਤਾਂ ਫਿਰ ਅਸੀਂ ਨਹੀਂ ਸਹਿ ਸਕਦੇ। ਸੋ ਬਹੁਤ ਅਜਿਹੇ ਵੀ, ਜਿਵੇਂ ਮੈਂ ਸ਼ੁਰੂਆਤ 'ਚ ਹੀ ਕਿਹਾ ਕਿ ਜਿਵੇਂ ਬਹੁਤਾਤ 'ਚ ਖੜੇ ਨੇ ਕਲਾਕਾਰ, ਪਰ ਕੁਝ ਅਜਿਹੇ ਕਲਾਕਾਰ ਵੀ ਜਿਨ੍ਹਾਂ ਦਾ ਨਾਮ ਬਹੁਤ ਵੱਡਾ ਪਰ ਅਜੇ ਤੱਕ ਉਹ ਸਾਹਮਣੇ ਨਹੀਂ ਆ ਰਹੇ। ਉਹਨਾਂ ਦਾ ਤੁਸੀਂ ਕੀ ਕਾਰਨ ਸਮਝਦੇ ਹੋ? ਕਿ ਜਿੱਦਾਂ ਤੁਸੀਂ ਕਿਹਾ ਕਿ ਕਈ ਕਹਿੰਦੇ ਅਸੀਂ ਤਾਂ ਨਿਰਪੱਖ ਹਾਂ, ਅਸੀਂ ਕੋਈ ਪੱਖ, ਤਾਂ ਤੁਸੀਂ ਸਮਝਦੇ ਹੋ ਕਿ ਉਸ ਚੀਜ਼ ਦੇ ਵਿੱਚ ਨੇ ਉਹ ਕਲਾਕਾਰ ਜਾਂ ਉਹ ਲੋਕ? ਮੈਂ ਸ਼ਰੇਆਮ ਕਹਿੰਦੇ ਬੁਜ਼ਦਲ ਲੋਕ ਨੇ। ਉਹ ਕੀ ਹੈ? ਮੈਂ ਉਹਨਾਂ ਦੇ ਕੀ ਹੈ, ਵੱਡੇ ਵੱਡੇ ਕਲਾਕਾਰਾਂ ਦੀ ਵੱਡੇ ਵੱਡੇ ਲੀਡਰਾਂ ਨਾਲ ਜਾ ਰਹੀ ਹੈ, ਵੱਡੇ ਵੱਡੇ ਅਫਸਰਾਂ ਨਾਲ ਜਾ ਰਹੀ ਹੈ। ਉਹ ਅਫਸਰ ਨੂੰ ਤਾਂ ਤਨਖਾਹ ਆ ਰਹੀ ਹੈ, ਲੀਡਰ ਨੂੰ ਤਾਂ ਪਤਾ ਹੈ ਉਹਨੇ ਬਹੁਤ ਮਾਲ ਬਣਾਇਆ, ਅੱਗੇ ਵੀ ਬਣਾਈ ਜਾਣਾ ਉਹਨੇ। ਉਹ ਹੁਣ ਕਲਾਕਾਰ ਨੂੰ ਗਾਉਣਾ, ਤੂੰ ਕੀ ਲੈਣਾ ਤੇਰਾ ਸਿਸਟਮ। ਉਹਨੂੰ ਇਹ ਨਹੀਂ ਪਤਾ ਕਿ ਇਹੀ ਜੱਟਾਂ ਦੇ ਜਿਨ੍ਹਾਂ ਕੋਲ 20-25 ਕਿੱਲੇ ਸੀ, ਜਿਹੜਾ ਤੈਨੂੰ 1-2 ਲੱਖ ਲਾ ਕੇ ਖਾੜਾ ਲਵਾਉਂਦਾ ਸੀ, ਇਹ ਐਤਕੀ ਇਕੱਲਾ 2 ਕਿੱਲਿਆਂ ਵਾਲਾ 4 ਕਿੱਲਿਆਂ ਨੇ, ਐਤਕੀ 50-50 100-100 ਕਿੱਲਿਆਂ ਵਾਲੇ ਵੀ ਮਰਨੇ ਆ, ਤਾਂ ਤੁਹਾਡੇ ਖਾੜੇ ਕਿਸੇ ਨੇ ਨਹੀਂ ਲਵਾਉਣੇ। ਇਹ ਬੁਜ਼ਦਲੀ ਹੈ ਕਿ ਮੈਂ ਨਾ ਚੰਗੇ 'ਚ ਨਾ ਮਾੜੇ 'ਚ, ਤੁਹਾਨੂੰ ਖੜਨਾ ਪੈਣਾ, ਕਿਸਾਨੀ ਲਈ ਖੜਨਾ ਪੈਣਾ। ਤੁਸੀਂ ਜੱਟਾਂ ਦਾ ਖਾਧਾ, ਜੱਟਾਂ ਦੇ ਗਾਣੇ ਵਰਤ ਕੇ, ਜੱਟਾਂ ਦਾ ਨਾਂ ਲੈ ਕੇ, ਜੱਟਾਂ ਦੇ ਘਰਾਂ 'ਚੋਂ ਪੈਦਾ ਹੋ ਕੇ, ਜੱਟਾਂ ਦੇ ਵਿਆਹਾਂ 'ਚ ਗਾ ਕੇ, ਜੱਟਾਂ ਦੇ ਮੇਲਿਆਂ 'ਚ ਗਾ ਕੇ ਇਹਨਾਂ ਦਾ ਖਾਧਾ। ਇੱਥੇ ਤੁਹਾਨੂੰ ਹੁਣ ਮੁੱਲ ਮੋੜਨਾ ਪੈਣਾ, ਨਹੀਂ ਤਾਂ ਇਹੀ ਜੱਟ ਤੁਹਾਨੂੰ ਵੜਨ ਨਹੀਂ ਦੇਣਗੇ ਘਰਾਂ 'ਚ। ਜੇ ਲੀਡਰਾਂ ਨੂੰ ਨਾ ਵੜਨ ਦੇਣਗੇ, ਵੜਨ ਇਹਨਾਂ ਕਲਾਕਾਰਾਂ ਨੂੰ ਦੇਣਾ। ਜਿਹੜੇ ਅੱਜ ਖੜਨਗੇ ਉਹੀ ਵੜਨਗੇ, ਦੂਜੇ ਨਹੀਂ ਵੜਨਗੇ। ਬਹੁਤ ਸਾਰੇ, ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸਾਰੇ ਕਲਾਕਾਰਾਂ ਨੇ ਜੱਟਾਂ ਦੇ ਗਾਣੇ ਗਾ ਕੇ ਜਿਹੜਾ ਹੈ ਆਪਣੀ ਕਮਾਈ ਜਿਹੜੀ ਹੈ ਬਣਾਈ ਹੈ, ਆਪਣੇ ਸ਼ੋਅ ਲਗਵਾਏ ਹੈ, ਆਪਣਾ ਨਾਮ ਜਿਹੜਾ ਹੈ ਬਣਾਇਆ ਹੋਇਆ ਹੈ। ਜੋ ਗਾਣਿਆਂ ਦੇ ਵਿੱਚ ਜੱਟ ਦਿਖਾਉਂਦੇ ਨੇ, ਜੋ ਅਸੀਂ ਦੇਖਦੇ ਹਾਂ ਕਿ ਹਾਂ ਭਾਈ ਜੱਟ ਕੋਲ ਤੇ ਰੇਂਜ ਰੋਵਰ ਤੋਂ ਥੱਲੇ ਕਾਰ ਹੀ ਨਹੀਂ ਹੈ, ਫੋਰਚੂਨਰ 'ਤੇ ਹੀ ਬਹਿੰਦਾ, ਉਹ ਤੋਂ ਥੱਲੇ ਤਾਂ ਕੋਈ ਕਾਰ ਹੀ ਨਹੀਂ ਹੈ। ਹੁਣ ਜਦੋਂ ਅਸੀਂ ਹਾਲਾਤ ਦੇਖਦੇ ਹਾਂ ਜੱਟਾਂ ਦੇ, ਜਾਂ ਅਸਲੀ ਜੱਟ ਕੌਣ ਹੈ? ਕਿਸਾਨ ਜੋ ਮਿਹਨਤ ਕਰਦਾ ਹੈ। ਹੁਣ ਜਦੋਂ ਤੁਸੀਂ ਇਹ ਚੀਜ਼ਾਂ ਦੇਖਦੇ ਹੋ, ਤੁਹਾਨੂੰ ਲੱਗਦਾ ਹੈ ਕਿ ਉਹ ਗਾਣੇ ਗਲਤ ਹੈ ਔਰ ਲੋਕਾਂ ਦੇ ਅਸਰ ਗਲਤ ਪਾਇਆ ਹੋਇਆ ਉਹਨਾਂ ਚੀਜ਼ਾਂ ਦਾ? ਮੈਂ ਨਾ ਇਹਦੇ 'ਚ ਵੀ ਸਵਾਲ ਹੈ ਭੈਣ ਜੀ ਕਿ ਨਾ ਤਾਂ ਕਲਾਕਾਰ ਪੜ੍ਹਦੇ ਆ, ਇੱਕ ਲੋਕਾਂ ਨੇ ਵੀ ਧਾਰਨਾ ਬਣਾ ਲਈ ਇਹਦੇ 'ਚ। ਜਿਹੜਾ ਜੱਟ ਦੇ ਗਾਣੇ ਗਾ ਕੇ ਤੇ ਜੱਟ ਤੋਂ ਕਮਾਉਣਾ, ਇੱਥੇ ਕਲਾਕਾਰ ਦਾ ਇੱਕ ਬਿਜ਼ਨਸ ਹੈ। ਜਿਹੜੇ ਆਪਾਂ ਇੱਕ ਵਾਰ ਇਹ ਜੇ ਮੁੱਦੇ ਤੋਂ ਹਟ ਕੇ, ਕਲਾਕਾਰੀ ਦਾ ਬਿਜ਼ਨਸ ਹੈ। ਕਲਾਕਾਰ ਨੇ
ਉਹ ਚੀਜ਼ ਕਰਨੀ ਹੈ ਜਿੱਥੋਂ ਉਹਨੂੰ ਕਮਾਈ ਆਉਣੀ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹ ਬਿੱਲ ਤੋਂ ਬਾਅਦ ਹਾਲਾਤ ਬਹੁਤ ਮਾੜੇ ਹੋਣੇ। ਇਦੋਂ ਜਿਹੜਾ ਹੁਣ ਪਹਿਲਾਂ ਸਿਸਟਮ ਚੱਲ ਰਿਹਾ ਸੀ ਕਿ ਸਾਰੇ ਜ਼ਿਮੀਂਦਾਰ ਮਾੜੇ ਨੇ। ਹੁਣ ਦੱਸੋ ਆਪਣੇ ਪੰਜਾਬ ਦਾ 12,700 ਸਮਥਿੰਗ 13,000 ਆਲਮੋਸਟ ਪਿੰਡ ਹੈ। 13,000 ਪਿੰਡ ਦੇ ਤੁਸੀਂ ਦੱਸੋ ਹਰ ਸਾਲ 5 ਸਾਲਾਂ ਬਾਅਦ ਕਿੰਨੇ ਕੁ ਸਰਪੰਚ ਨੇ ਜਿਹੜੇ ਸਹਿਮਤੀ ਨਾਲ ਚੁਣੇ ਜਾਂਦੇ ਨੇ? ਆਪਾਂ ਵੱਧ ਤੋਂ ਵੱਧ 10-20 ਪਿੰਡ ਹੋਣਗੇ, 50 ਪਿੰਡ ਹੋਣਗੇ। ਹੁਣ ਹਰੇਕ ਪਿੰਡ ਦੇ ਵਿੱਚ 2 ਸਰਪੰਚ ਲੜਦੇ ਨੇ। ਇਹ 35-35 40-40 ਲੱਖ ਲਾ ਦਿੰਦੇ ਆ ਇੱਕ ਦੂਜੇ ਤੇ। ਉਹ ਉਹਨਾਂ ਦੀ ਮੁੱਛ ਦਾ ਸਵਾਲ ਹੈ। ਜਿਹੜੇ ਜੱਟਾਂ ਦੇ ਗਾਣੇ ਆਪਾਂ ਅਸੀਂ ਫਿਲਮ ਗਾਣਿਆਂ 'ਚ ਗੱਲ ਕਰਦੇ ਆ ਨਾ, ਉਹ ਜੱਟ ਹੈਗੇ ਆ, ਫੋਰਚੂਨਰ ਵਾਲੇ ਵੀ ਹੈਗੇ ਆ, ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਇੱਕ ਪਿੰਡ 'ਚ 2 ਲਾ ਲਓ ਹੈਗੇ ਆ ਨਾ, 12,000 ਲਾ ਲਓ। 12,000 ਦੇ ਵਿੱਚੋਂ ਇੱਕ ਪਿੰਡ 'ਚ 2 ਬੰਦੇ ਨੇ ਜਿਹੜੇ ਜਿਨ੍ਹਾਂ ਦੀ ਆਪਸ 'ਚ ਗਰਾਰੀ ਅੜੀ ਆ, ਉਹਨਾਂ ਕੋਲ 4 ਪੈਸੇ ਵੀ ਹੈਗੇ ਆ। ਉਹ ਹੋ ਗਏ 24,000 ਬੰਦਾ ਹੋ ਗਿਆ। ਉਹ 24,000 ਬੰਦਾ ਹੀ ਕਲਾਕਾਰਾਂ ਦੇ ਖਾੜੇ ਲਵਾਉਂਦਾ ਤੇ ਉਹਦੇ ਲਈ ਉਹ ਬਿਜ਼ਨਸ ਕਰਦਾ। ਇਹ ਗੱਲ ਕੋਈ ਕਲਾਕਾਰ ਨਹੀਂ ਕਰੂ ਨਾ ਪਤਾ ਕਿਸੇ ਨੂੰ, ਸਰ ਧੂੜ 'ਚ ਛੱਡੀ ਜਾਂਦੇ ਆਪਦਾ ਉਧਰੋਂ ਲੋਕ ਕਹੀ ਜਾਂਦੇ ਪਏ ਨੇ। ਹੁਣ ਉਹ 12 ਇੱਕ ਕਲਾਕਾਰ ਸੀਜ਼ਨ 'ਚ ਕਿੰਨੇ ਜਿਹੜਾ ਬਹੁਤ ਟੌਪ ਤੇ ਕਲਾਕਾਰ ਚੱਲ ਰਿਹਾ 3 ਲੱਖ ਰੁਪਏ ਘੱਟੋ ਘੱਟ ਖਾੜੇ ਦਾ ਲੈਂਦਾ ਨਾ, ਉਹ 70 ਤੋਂ 80 ਪ੍ਰੋਗਰਾਮ ਲਾਉਂਦਾ ਸੀਜ਼ਨ 'ਚ ਵਿਆਹ ਦੇ। ਤੇ ਕੀ 24,000 ਬੰਦੇ ਦੀ ਗਰਾਰੀ ਆਪਸ 'ਚ 12 ਤੇ 12 24। ਹੁਣ 24,000 'ਚੋਂ ਲਾ ਲਓ ਜੇ 5,000 ਵਿਆਹ ਵੀ ਹੁੰਦਾ ਤਾਂ ਕਿੰਨੇ ਕਲਾਕਾਰਾਂ ਨੇ ਕੰਮ ਕੀਤਾ? ਟੌਪ ਦੇ 10 ਕਲਾਕਾਰਾਂ ਨੇ ਤਾਂ 70 ਤੋਂ 20 ਕਲਾਕਾਰਾਂ ਤਾਂ ਲਾਇਆ ਨਾ ਪ੍ਰੰਗ ਉਹਨਾਂ ਦਾ। ਪਰ ਇਹਦੇ ਲਈ ਕਲਾਕਾਰ ਦੀ ਇਹ ਵੀ ਜ਼ਿੰਮੇਵਾਰ ਬਣਦੀ ਹੈ ਕਿ ਜਿਹੜੇ ਥੱਲੇ ਨੇ ਨਾ ਉਹਨਾਂ ਲਈ, ਉਹਨਾਂ ਦੇ ਹੱਕ ਲਈ ਗੱਲ ਕਰੀਏ। ਹੁਣ ਉਹਦੇ 'ਚ ਵੀ ਮੈਂ ਦੱਸਦਾ ਆਪਾਂ ਕੀ ਕਰਦੇ ਹਾਂ ਜੀ, ਜਿਹੜੇ ਥੱਲੇ ਕਲਾਕਾਰ ਨੇ ਉਹਨਾਂ ਦੀ ਜੀ ਉਹਨਾਂ ਦੇ ਹੱਕ ਦੀ ਨਹੀਂ ਕੋਈ ਕਲਾਕਾਰ ਜਿਹੜਾ ਗਾਣਾ ਗਾਉਂਦਾ ਉਹਨੂੰ ਸਗੋਂ ਡੀਮੋਟੀਵੇਟ ਕਰਦੇ ਨੇ ਕਿ ਜੱਟਾ ਤੂੰ ਤਾਂ ਮਰ ਗਿਆ, ਜੱਟਾ ਤੈਨੂੰ ਤਾਂ ਲੁੱਟ ਕੇ ਖਾ ਗਏ। ਉਹ ਹੁਣ ਮੇਰੀ ਗੱਲ ਸੁਣੋ, ਮੇਰੇ ਘਰੇ ਦੁੱਖ ਹੈ ਭੈਣ ਜੀ, ਤੁਸੀਂ ਮੈਨੂੰ ਜੇ ਮੇਰੇ ਘਰੇ ਅਫਸੋਸ ਕਰਨਾ ਹੋ, ਇੱਕ ਤਾਂ ਤੁਸੀਂ ਮੈਨੂੰ ਕਹਿੰਦੇ ਹੋ ਵੀ ਪਰਵਾਹ ਨਾ ਕਰੀ, ਕੋਈ ਨਹੀਂ ਚਿੰਤਾ ਨਾ ਕਰੇ, ਵੀ ਇਹ ਤਾਂ ਰੱਬ ਦੇ ਭਾਣੇ ਨੇ, ਪਰ ਤੂੰ ਖੜਾ ਹੋ, ਤੇਰੇ ਨਾਲ ਆ, ਵੀ ਸਾਰੀ ਦੁਨੀਆ ਤੇਰੇ ਨਾਲ ਆ, ਪਰਵਾਹ ਨਾ ਕਰੀ, ਤਾਂ ਮੈਂ ਖੜਾ ਹੋ ਜਾਊਂਗਾ। ਜੇ ਮੈਨੂੰ ਤੁਸੀਂ ਉੱਥੇ ਆ ਕੇ ਕਹੋਗੇ ਵੀ ਇਹ ਤਾਂ ਪਾਣਾ ਵਰਤ ਗਿਆ, ਤੇਰਾ ਤਾਂ ਬਈ ਕੱਖ ਨਹੀਂ, ਤੇਰਾ ਤਾਂ ਅੱਗੇ ਪਿੱਛੇ ਹੀ ਕੱਖ ਨਹੀਂ, ਤੇਰਾ ਤਾਂ ਬੁਰਾ, ਉਹ ਹੋਰ ਟੁੱਟ ਜੂ। ਜੇ ਅਸੀਂ ਥੱਲੇ ਗਰੀਬ ਜੱਟ ਦੀ, ਗਰੀਬ ਜ਼ਿਮੀਂਦਾਰ ਦੀ ਗੱਲ ਕਰਨੀ ਤਾਂ ਉਹਨੂੰ ਇਹ ਕਹਿਣਾ ਪਊਗਾ ਖੜ, ਪਰਵਾਹ ਨਾ ਕਰ, ਤੇਰੇ ਨਾਲ ਜਿੱਥੇ ਤੂੰ ਹੈ ਤੇਰੇ ਨਾਲ ਜਿਹੜਾ 24,000 ਵੈਲੀ ਹੈ ਨਾ, ਔਖੇ ਵੇਲੇ ਤੇਰੇ ਨਾਲ ਖੜਾ। ਉਹ ਜਿਹੜੇ 24,000 ਜ਼ਿਮੀਂਦਾਰਾਂ ਤੋਂ ਅਸੀਂ ਕਮਾਈ ਕਰਦੇ ਹਾਂ ਉਹ ਕਲਾਕਾਰ ਵੀ ਤੇਰੇ ਨਾਲ ਨੇ। ਤੂੰ ਟੈਨਸ਼ਨ ਨਾ, ਤੂੰ ਮਰ ਨਾ, ਤੂੰ ਮਾਰ ਕੇ ਲੜ ਕੇ ਸੰਘਰਸ਼ ਕਰ। ਫਿਰ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਇੱਕ ਕਲਾਕਾਰ ਜੋ ਇਦਾਂ ਦੇ ਗੀਤ ਗਾਉਂਦੇ ਨੇ, ਜੇ ਉਹ ਆਪਣਾ ਬਿਜ਼ਨਸ ਦੇਖਦੇ, ਸਰਕਾਰ ਵੀ ਸਿਰਫ ਆਪਣਾ ਬਿਜ਼ਨਸ ਦੇਖ ਰਹੀ ਹੈ ਕਾਰਪੋਰੇਟ ਨਾਲ ਹੱਥ ਮਿਲਾ ਕੇ? ਮੈਂ ਤੈਨੂੰ ਉਹੀ ਗੱਲ ਕਰਨਾ, ਇੱਥੇ ਸਰਕਾਰ ਕਿਉਂ, ਇੱਥੇ ਤਾਂ ਦੁਨੀਆ ਦੀ ਗੱਲ ਹੈ ਨਾ। ਇੱਥੇ ਜ਼ਿਮੀਂਦਾਰ, ਉਹ ਕਹਿੰਦੇ ਜ਼ਿਮੀਂਦਾਰ ਨੂੰ ਫਾਇਦਾ ਦੇ ਰਹੇ ਨੇ। ਜਿੱਥੇ ਮੈਂ ਕਹਿੰਦਾ ਬਿਜ਼ਨਸ ਕਰੋ, ਬਿਜ਼ਨਸ ਹਰ ਬੰਦੇ ਨੇ ਕਰਨਾ, ਪਰ ਉਹਦੇ ਲਈ ਤੁਸੀਂ ਮਜ਼ਲੂਮ ਲਈ, ਵਿਕਟਮ ਲਈ ਖੜੋ ਤਾਂ ਸੀ। ਸਰਕਾਰ ਕੋਈ ਇੱਕ ਸਰਕਾਰ ਦਾ ਬਿਜ਼ਨਸ, ਸਰਕਾਰ ਸੇਵਾ ਕਰਦੀ ਹੈ। ਸਰਕਾਰ ਕਹਿੰਦੀ ਅਸੀਂ ਪ੍ਰਸ਼ਾਸਨ ਸਿਸਟਮ ਚਲਾਉਂਦੇ ਹਾਂ। ਸਰਕਾਰ ਨੇ ਜੇ ਆਪਣਾ ਪੈਸੇ ਨੂੰ ਦੇਖਣ ਲੱਗ ਗਿਆ ਫਿਰ ਤਾਂ ਦੁਨੀਆ ਖਤਮ ਹੈ। ਕੋਈ ਵੀ ਹੈ, ਬਾਕੀ ਤਾਂ ਜਿਹੜਾ ਕਲਾਕਾਰੀ ਬਿਜ਼ਨਸ ਹੈ, ਕੋਈ ਬੰਦਾ ਆੜ੍ਹਤੀ ਹੈ ਬਿਜ਼ਨਸ ਹੈ, ਕੋਈ ਕਿਸੇ ਦੀ ਗੱਡੀਆਂ ਦੀ ਏਜੰਸੀ ਹੈ ਉਹ ਬਿਜ਼ਨਸ ਹੈ। ਹੁਣ ਉਹੀ ਜੇ ਸੋਚੇ ਕਿ ਮੈਂ ਹੁਣ ਇੱਕ ਬੰਦਾ 10 ਲੱਖ ਦੀ ਕਾਰ ਲੈਣ ਆਉਂਦਾ, ਉਹ ਕੋਈ ਇੱਕ ਆਮ ਬੰਦਾ ਚੱਲ ਗਿਆ ਉੱਥੇ, ਯਾਰ ਤੁਹਾਡੀ 10 ਲੱਖ ਦੀ ਕਾਰ ਆ, ਯਾਰ ਮੈਂ ਤਾਂ ਬਹੁਤ ਸੱਚਾ, ਮੈਨੂੰ ਦਿਓ ਕਾਰ ਏ, ਜਾਂ ਯਾਰ ਕੀਤਾ ਬੰਦੇ ਨੇ ਕੱਖ ਨਹੀਂ, ਜਾਂ ਰੱਬ ਵੱਲੋਂ ਉਹਨੂੰ ਕਾਰ ਥੋੜ੍ਹਾ ਦੇ ਦੂੰਗਾ ਕੋਈ। ਇਹ ਪਰ ਕਲਾਕਾਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਦੇ ਲਈ ਖੜੋ ਨਾ, ਪਰ ਇਹ ਵੀ ਨਹੀਂ ਉਹਨੂੰ ਡੀਮੋਟੀਵੇਟ ਵੀ ਨਹੀਂ ਕਰ ਸਕਦੇ ਤੁਸੀਂ। ਤੁਹਾਨੂੰ ਇਸ ਸਿਸਟਮ ਨਾਲ, ਇਸ ਚੇਨ ਨਾਲ ਚੱਲਣਾ ਪੈਣਾ। ਜਿੱਥੇ ਕਮਾਈ ਕਰਦੇ ਹੋ ਉੱਥੇ ਤੁਸੀਂ ਇੱਧਰ ਵੀ, ਪਰ ਇੱਥੇ ਇਹ ਨਹੀਂ ਆ ਕਿ ਜਿਹੜੇ ਮੈਂ ਇਸ ਹੱਕ, ਤੁਸੀਂ ਉਹ ਬੰਦੇ ਨਾਲ ਖੜੋ ਜਾ ਕੇ ਕਿ ਯਾਰ ਪਰਵਾਹ ਨਾ ਕਰ। ਜਦੋਂ ਤੁਸੀਂ ਅਖਾੜਾ ਲਾਉਣ ਜਾਂਦੇ ਹੋ, ਜਿਹੜੇ ਸਰਪੰਚ ਤੁਹਾਨੂੰ ਬੁਲਾਉਂਦਾ ਉਹਨੂੰ ਕਹਿ ਯਾਰ ਕਿ ਯਾਰ ਤੂੰ ਖੜ ਪਿੰਡ ਦਿਆਂ ਨਾਲ, ਜਾਂ ਤੇਰੀ ਵਾਰੀ ਅਗਲੀ ਅਸੀਂ ਫ੍ਰੀ ਲਵਾਂਗੇ, ਤੂੰ ਅੱਜ ਪੈਸੇ ਦਿੱਤੇ ਨੇ, ਜਾਂ ਕਿਸੇ ਵਿਆਹ 'ਚ ਜਾਂਦੇ ਹੋ, ਯਾਰ ਜਾ ਅਗਲੀ ਵਾਰ ਐਂ ਕਰੀ, ਜਿੱਥੇ ਤੇਰੇ ਘਰ ਵਿਆਹ ਹੋਊਗਾ ਨਾ, ਇੱਕ ਗਰੀਬ ਕੁੜੀ ਦਾ ਵੀ ਵਿਆਹ ਕਰੀ, ਅਸੀਂ ਤੇਰੇ ਲਈ 50% ਡਿਸਕਾਊਂਟ ਦੇਵਾਂਗੇ। ਜਿੱਥੇ ਅਸੀਂ ਇੱਕ ਵਾਰ ਪੂਰੇ ਪੈਸੇ ਲੈ ਲਏ, ਦੂਜੀ ਵਾਰ ਜੇ 5 ਕੁੜੀਆਂ ਦਾ ਕਰੇਂਗਾ ਤੇਰੇ ਵਿਆਹ 'ਚ ਵੀ ਫ੍ਰੀ ਗਾ ਕੇ ਜਾਵਾਂਗੇ। ਇਵੇਂ 'ਚ ਇਹ ਸਿਸਟਮ, ਇਹ ਭਾਈਚਾਰਕ ਸਾਂਝ ਬਣੂਗੀ। ਇਹ ਵੀ ਨਹੀਂ ਕਿ ਇਕੱਲੇ ਹੁਣ ਕਲਾਕਾਰ ਜੇ ਕਿਸੇ ਲਈ ਵੀ ਨਹੀਂ ਗਾਊਗਾ ਫਿਰ ਕਲਾਕਾਰ ਕਾਹਦਾ। ਦੂਜੀ ਗੱਲ ਹੈ, ਇੰਟਰਟੇਨਮੈਂਟ ਦੇ ਨਾਲ ਮੈਸੇਜ ਦਿੱਤਾ ਜਾ ਸਕਦਾ। ਮੈਸੇਜ ਕਦੇ ਇੰਟਰਟੇਨਮੈਂਟ ਨਹੀਂ ਹੁੰਦੇ। ਮੈਸੇਜ ਦਿਓ ਤੁਸੀਂ, ਇੰਟਰਟੇਨਮੈਂਟ ਨਾਲ ਦਿਓ, ਬਾਕੀ ਇੰਟਰਟੇਨਮੈਂਟ ਕਰੋ। ਪਰ ਜਿੱਥੇ ਹੁਣ ਅੱਜ ਹੈ, ਅੱਜ ਮੇਰਾ ਇਹ ਹੱਕ ਨਹੀਂ ਬਣਦਾ ਜਦੋਂ ਜ਼ਿਮੀਂਦਾਰ ਸੜਕਾਂ 'ਤੇ ਹੈ, ਮੈਂ ਚਾਹੇ ਵੈਲੀ ਹੈ ਜੱਟ ਦੀ, ਚਾਹੇ ਕਿਸੇ ਗਾਣੇ ਕੱਢਾਂ, ਅੱਜ ਮੈਨੂੰ ਗਾਣੇ ਰੋਕ ਕੇ ਜ਼ਿਮੀਂਦਾਰ ਲਈ ਖੜਨਾ ਪਿਆ। ਇਹ ਇੱਥੇ ਇਹ ਇਨਸਾਨੀਅਤ ਹੈ, ਇਹ ਚੇਨ ਹੈ। ਹਰ ਚੀਜ਼ ਨੂੰ ਬੈਲੈਂਸ ਨਾਲ ਚੱਲਣਾ ਪਊਗਾ। ਅੱਜ ਜਿਹੜੇ ਕਹਿੰਦੇ ਸੀ ਅਸੀਂ ਪਿੰਡਾਂ ਦੇ ਪੁੱਤ, ਜੱਟਾਂ ਦੇ ਪੁੱਤ, ਜਿਹੜੇ ਸਿਰਫ ਜੱਟਾਂ ਦੀ ਗੱਲ ਕਰਕੇ ਅਸੀਂ ਤਾਂ ਰਹਿੰਦੀ ਪਿੰਡ 'ਚ, ਅੱਜ ਉਹ ਨਹੀਂ ਖੜਦੇ। ਫਿਰ ਉੱਥੇ ਸ਼ੱਕ, ਫਿਰ ਜਦੋਂ ਕਹਿੰਦੇ ਨਾ ਲੋਕ ਕਹਿੰਦੇ ਇਹ ਸਰਕਾਰਾਂ ਦੇ ਬੰਦੇ ਨੇ, ਫਿਰ ਜਦੋਂ ਬੋਲਦੇ ਨਹੀਂ ਫਿਰ ਸ਼ੱਕ
ਸੱਚਾਈ 'ਚ ਬਦਲਤਾ ਕਿ ਲੱਗਦਾ ਯਾਰ ਤੁਸੀਂ ਬੋਲਦੇ ਨਹੀਂ ਨਾ, ਲੱਗਦਾ ਫਿਰ ਤੁਸੀਂ ਸਰਕਾਰਾਂ ਦੇ ਫਿਰ ਉਹ ਸ਼ੱਕ ਨਹੀਂ, ਉਹ ਫਿਰ ਉਹ ਸੱਚਾਈ ਸੱਚਾਈ ਲੱਗਦੀ ਹੈ, ਫਿਰ ਸ਼ੱਕ ਤੋਂ ਬਾਹਰ ਨਿਕਲ ਜਾਂਦਾ ਹੈ। ਤੇ ਮਤਲਬ ਇੱਕ ਬੰਦਾ ਹਵਾਈ ਫਾਇਰ ਕਰਦਾ ਉਹਦੇ ਤੇ 307 ਵੀ ਲੱਗ ਜਾਂਦੀ ਹੈ। ਮਤਲਬ ਤੁਸੀਂ ਤੇ ਤੁਹਾਡੇ ਤੇ ਤੱਤੀ, ਫਿਰ ਅਸੀਂ ਕਿਵੇਂ ਨਾ ਸ਼ੱਕ, ਫਿਰ ਤੁਸੀਂ ਸਭ ਤੋਂ ਵੱਡੀ ਗੱਲ ਹੈ ਤੁਸੀਂ ਹੋਰ ਜ਼ਿੰਦਗੀ 'ਚ ਕੀ ਕਰਦੇ ਹੋ ਯਾਰ, ਤੁਸੀਂ ਕੱਲਾ ਕਰਕੇ ਆਪਸ 'ਚ ਡਾਂਗਾਂ ਖੜਕਾਓ, ਜੋ ਮਰਜ਼ੀ ਕਰੋ, ਪਰ ਜਿਹਦਾ ਖਾ ਰਹੇ ਉਹਦੇ ਲਈ ਤਾਂ ਖੜੋ। ਤੁਸੀਂ ਖਾਣੇ ਜੱਟਾਂ ਦੇ ਹੀ ਖਾਣੇ ਆ ਨਾ, ਸਾਨੂੰ ਬੁਲਾਉਂਦਾ ਤਾਂ ਜੱਟ ਹੀ ਆ। ਅੱਜ ਜਿਹੜੇ 50-50 100-100 ਕਿੱਲੇ ਲਈ ਸੋ ਅੱਜ ਨਾਲ ਖੜੇ ਨੇ। ਅੱਜ ਜਿਹੜੇ ਫੋਰਚੂਨਰਾਂ 'ਚ ਸਰਪੰਚੀ ਕਰਦੇ ਸੀ ਉਹ ਵੀ ਅੱਜ ਧਰਨਿਆਂ ਤੇ ਨੇ ਆਪਦੀਆਂ ਫੋਰਚੂਨਰ ਰੇਂਜ ਰੋਵਰ ਲੈ ਕੇ। ਪਰ ਜਿਨ੍ਹਾਂ ਨੇ ਸਿਰਫ ਵਡਿਆਈ ਕੀਤੀ ਹੈ, ਅਸੀਂ ਅੱਜ ਖੜੇ ਨਹੀਂ ਨਾਲ, ਸਾਨੂੰ ਫਰਜ਼ ਬਣਦਾ। ਕੰਗਨਾ ਰਣੌਤ ਨੇ ਇੱਕ ਬਹੁਤ ਵਿਵਾਦਿਤ ਜਿਹਾ ਟਵੀਟ ਜਿਹੜਾ ਕੀਤਾ ਹੈ ਜੀ, ਤੁਸੀਂ ਉਸ ਤੇ ਉਹਨਾਂ ਨੇ ਰਿਪਲਾਈ ਵੀ ਕੀਤਾ ਹੈ ਆਪਣੇ ਇੱਕ ਲਾਈਵ ਦੇ ਵਿੱਚ ਜੀ। ਇੱਕ ਕਿਸਾਨ ਨੂੰ ਅੱਤਵਾਦੀ ਕਹਿ ਦੇਣਾ, ਕੀ ਕਹੋਗੇ ਇਸ ਚੀਜ਼ ਦੇ ਲਈ? ਦੇਖੋ ਇਹ ਤਾਂ ਇਹ ਧੱਕਾ ਅੱਜ ਨਹੀਂ ਹੋਣ ਲੱਗਿਆ ਸਾਡੇ ਨਾਲ, ਕਿਸਾਨ ਨਾਲ ਜਿਹੜਾ ਬੰਦਾ ਉਹਦੇ ਨਾਲ ਇਹ ਅੱਜ ਨਹੀਂ, ਜਦੋਂ ਤੋਂ ਦੇਸ਼ ਦੀ ਵੰਡ ਹੋਣ ਤੋਂ ਪਹਿਲਾਂ ਹੀ ਸਾਨੂੰ ਜੇ ਭਗਤ ਸਿੰਘ ਨੇ ਆਵਾਜ਼ ਉਠਾਈ ਕਿ ਇਕੱਲੇ ਸ਼ਾਂਤੀ ਨਾਲ ਨਹੀਂ, ਥੋੜ੍ਹਾ ਜਿਹਾ ਹੋਸ਼ ਦੇ ਨਾਲ ਜੋਸ਼ ਵੀ ਦਿਖਾਉਣਾ ਪਊਗਾ, ਤਾਂ ਕੀ ਕਿਹਾ 1980 ਤੱਕ ਸਾਡੀ ਸਰਕਾਰਾਂ ਹੀ ਉਹਨੂੰ ਅੱਤਵਾਦੀ ਕਹਿੰਦੀਆਂ ਰਹੀਆਂ। ਉਦੋਂ ਬਾਅਦ ਬੁੱਤ ਲੱਗੇ ਆ, ਜਦੋਂ ਰੌਲਾ ਪਾਇਆ, ਜਦੋਂ ਪੰਜਾਬ ਦੇ ਬੰਦਿਆਂ ਨੇ ਹੋਰਾਂ ਨੇ ਕਿ ਯਾਰ ਇਹ ਬੰਦੇ ਨੇ ਕੁਰਬਾਨੀ ਕਰਤੀ, ਤੁਸੀਂ ਉਹ ਬੰਦੇ ਨੂੰ ਸਲੂਟ ਕੀਤਾ, ਤੁਸੀਂ ਉਹਨੂੰ ਹੀ ਅੱਤਵਾਦੀ। ਉਦੋਂ ਬਾਅਦ ਜਦੋਂ ਵੰਡ ਹੋਈ ਹੈ ਤੇ ਉਹਨਾਂ ਦੇ ਸੁਪਨੇ ਹੀ ਮਾਰਤੇ। ਉਹਨਾਂ ਦੇ ਸੁਪਨਿਆਂ ਤੋਂ ਬਾਅਦ ਜਦੋਂ ਫਿਰ ਸਿੱਖ ਕੌਮ 'ਚ ਜਦੋਂ ਹੱਕਾਂ ਦੀ, ਜਦੋਂ ਪਾਣੀਆਂ ਦੀ ਗੱਲ ਕੀਤੀ ਕਿ ਸਾਡੇ ਪਾਣੀ, ਜਦੋਂ ਗੱਲ ਕੀਤੀ ਸਾਡੇ ਫਸਲਾਂ ਦੇ ਰੇਟ, ਜਦੋਂ ਗੱਲ ਕੀਤਾ ਕਿ ਸਟੇਟਾਂ ਦੇ ਅਧਿਕਾਰ, ਜਦੋਂ ਉਸ ਬੰਦੇ ਅੱਗੇ ਸਰਕਾਰ ਝੁਕ ਰਹੀ ਸੀ ਤੇ ਸਾਡੇ ਹੀ ਬੰਦਿਆਂ ਨੇ ਗੱਦਾਰੀ ਕਰਕੇ ਜਿਹਦੇ ਤੇ ਇੱਕ ਵੀ FIR ਨਹੀਂ, ਉਹਨੂੰ ਫਿਰ ਅੱਤਵਾਦੀ ਕਹਿ ਕੇ ਮਰਵਾਇਆ ਤੇ ਨਾਲ ਨੌਜਵਾਨੀ ਇੱਕ ਪੀੜ੍ਹੀ ਖਤਮ ਕਰਤੀ। ਇੱਥੇ ਫਿਰ ਜਦੋਂ ਇਹਨਾਂ ਦਾ ਜ਼ੋਰ ਨਹੀਂ ਚੱਲਿਆ, ਜਦੋਂ ਲੋਕ ਖੜੇ ਹੋਣ ਲੱਗੇ, ਫਿਰ ਇਹਨਾਂ ਨੇ ਸਾਡੇ 'ਚ ਨਸ਼ੇ ਸੁੱਟਤੇ ਕਿ ਇਹ ਤਾਂ ਯਾਰ ਹਟਦੇ ਹੀ ਨਹੀਂ। ਇਹਨਾਂ ਨੇ ਹੁਣ ਕੀ ਹੋ ਰਿਹਾ, ਹੁਣ ਫਿਰ ਸਾਨੂੰ ਇਹ ਜੇ ਉੱਥੇ ਮੰਗਿਆ ਤਾਂ ਉਹ ਕਹਿੰਦੇ CAA ਵਾਲੇ ਕਹਿੰਦੇ ਅੱਤਵਾਦੀ ਨੇ, ਕੀ ਉਹ ਅੱਤਵਾਦੀ ਨੇ? ਹੁਣ ਕਿਸਾਨ ਨੇ, ਹੁਣ ਇਹਨੇ ਕਿਸਾਨਾਂ ਨੂੰ ਇਹ ਕੀ ਹੈ, ਤੂੰ ਸਿਰਫ ਆਪਦੀ ਰਾਜ ਸਭਾ ਦੀ ਕੁਰਸੀ ਮਿਲ ਜਾਊਗਾ ਇਹਨਾਂ ਨੂੰ ਕਿ ਉਹਦੇ ਨਾਲ ਤੂੰ ਜਿੱਡੀ ਤੋਂ ਪਾਪੂਲੈਰਿਟੀ, ਇਦੋਂ ਵੱਡੀ ਪਾਪੂਲੈਰਿਟੀ ਨਹੀਂ ਹੋਣੀ। ਪਰ ਇੱਥੇ ਤੁਸੀਂ ਲੋਕਾਂ ਦੇ ਆਪਦਾ ਜ਼ਮੀਰ ਇੰਨਾ ਕੁ ਮਾਰਤਾ ਕਿ ਜਿਸ ਇਨਸਾਨ ਨੇ, ਜਿਹੜੇ ਕਿਸਾਨ ਨੇ ਜਦੋਂ ਭੁੱਖ ਮਰੀ ਸੀ ਸਾਡੇ ਦੇਸ਼ 'ਚ, ਜਦੋਂ ਤੁਸੀਂ ਅਮਰੀਕਾ ਤੋਂ ਵੀ ਇੰਨੇ ਵੀ ਜੋਗੇ ਨਹੀਂ ਸੀ ਕਿ ਅਮਰੀਕਾ ਤੋਂ ਉੱਥੇ ਵੀ ਹੱਥ ਖੜੇ ਹੋ ਗਏ ਸੀ ਕਿ ਕਿੰਨਾ ਕੁ ਅਨਾਜ ਬਾਹਰੋਂ ਮੰਗਾਈਏ ਯਾਰ, ਉਦੋਂ ਇਹ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਸੀ। ਤਾਂ ਗ੍ਰੀਨ ਰੈਵੋਲੂਸ਼ਨ ਲਿਆਂਦਾ ਤੇ ਫਸਲਾਂ ਦੇ, ਇਹ ਫਸਲਾਂ ਐਵੇਂ ਨਹੀਂ ਸੀ ਉੱਗੀਆਂ, ਸਾਡੇ ਦਾਦੇ ਪੜਦਾਦੇ ਸੀ ਦੇਖਿਆ ਕਿ ਟਿੱਬੇ ਰੇਤੇ ਦੇ 50-50 40-40 ਫੁੱਟ ਟਿੱਬੇ, ਉਹਨਾਂ ਨੂੰ ਕਰਾਇਆ, ਉਹ ਖਾਲ ਐਡੇ ਐਡੇ ਪੁੱਟੇ, ਜਿਹੜੀਆਂ ਨਹਿਰਾਂ ਬਣਾਈਆਂ ਆਪਦੇ ਹੱਥੀਂ, ਜਿੱਥੇ ਕੱਲਰ ਜ਼ਮੀਨਾਂ ਸੀ, ਜਿੱਥੇ ਲੋਕ ਕਹਿੰਦੇ ਸੀ ਇੱਥੇ ਤਾਂ ਮਤਲਬ 40 ਫੁੱਟ ਪੁੱਟ ਦੋ ਤਾਂ ਵੀ ਇੱਥੇ ਦਾਣਾ ਨਹੀਂ ਉੱਗ ਸਕਦਾ, ਉਹ ਜ਼ਮੀਨਾਂ ਉਪਜਾਊ ਕੀਤੀਆਂ, ਜਿਨ੍ਹਾਂ ਨੂੰ ਉਹ ਜ਼ਮੀਨਾਂ ਜਦੋਂ ਉਪਜਾਊ ਕੀਤੀਆਂ, ਅੱਜ ਜਦੋਂ 100 ਮਣ 50-60 ਮਣ ਕਣਕ ਤੇ 70-80 ਮਣ ਜਦੋਂ ਅੱਜ ਮੁੰਜੀ ਚੌਲ ਨਿਕਲ ਲੱਗਿਆ, ਤਾਂ ਜੋ ਉਹਦੇ ਤੇ ਅਧਿਕਾਰ ਜਮਾਉਣ ਆ ਗਏ। ਤੇ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਨੂੰ ਤੁਸੀਂ ਅੱਤਵਾਦੀ ਕਹਿ ਦਿੱਤਾ। ਇਹ ਲੋਕ ਬਖਸ਼ਣਗੇ ਨਹੀਂ, ਇਹ ਲੋਕ ਬਖਸ਼ਣਗੇ ਨਹੀਂ। ਇਹ ਸਾਡੀ ਜ਼ਮੀਰ ਨੂੰ ਇੱਕ ਖੁਰੇ ਦੇ ਕੋਲੇ ਦੇਖਦੇ ਆ ਵੀ ਜਾਗਦੇ ਕਿ ਨਹੀਂ। ਇਹ ਕਹਿੰਦੇ ਨਾ ਬਜ਼ੁਰਗ, ਅੱਜ ਦੇਖੋ ਨੌਜਵਾਨ ਜਾਣ ਲੱਗਿਆ ਕਿ ਨਹੀਂ ਧਰਨਿਆਂ 'ਚ। ਅੱਤ ਤੇ ਅੰਤ ਸਿਰਫ ਅੱਧਕ ਦਾ ਹੀ ਫਰਕ ਹੈ। ਇਹਨਾਂ ਨੇ ਅੱਤ ਕੀਤੀ ਹੈ, ਇਹਨਾਂ ਦਾ ਅੰਤ ਹੋਣਾ, ਤੇ ਇਹ ਅੰਤ ਤੋਂ ਬਾਅਦ ਹੀ ਅਗਲਾ ਰਾਹ ਨਵਾਂ ਨਿਕਲਣਾ। ਇਹਦੇ 'ਚ ਸਾਨੂੰ ਇਕੱਠੇ ਹੋਣਾ। ਅਸੀਂ ਪੋਲੀਟੀਕਲੀ ਸਾਨੂੰ ਜਦੋਂ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਉਦੋਂ ਮੈਂ ਤੁਹਾਨੂੰ ਕਿਸਾਨਾਂ ਦਾ ਇੱਕ ਦੱਸਦਾ ਤੁਹਾਨੂੰ ਧਰਨੇ ਦੀ। ਪਿਛਲੇ ਸਾਲ ਤੁਸੀਂ ਨਿਊਜ਼ ਕੀਤੀ ਹੋਣੀ ਹੈ, ਦੁੱਧ ਦਾ ਮਸਲਾ ਚੱਲਿਆ ਸੀ, ਤੁਸੀਂ ਪਤਾ ਨਾ, ਕਿਸਾਨਾਂ ਨੇ ਕਿਹਾ ਸੀ 1 ਹਫ਼ਤਾ ਅਸੀਂ ਦੁੱਧ ਨਹੀਂ ਦੇਵਾਂਗੇ ਕਿਸੇ ਨੂੰ, ਕਿ ਸਾਡੇ ਨਾਲ ਧੱਕਾ ਹੁੰਦਾ ਜਾਂ ਵੇਰਕਾ ਜਿਹੜੇ ਵੀ ਜਿਹੜੀਆਂ ਦੁੱਧ ਦੀਆਂ ਵੱਡੇ ਪਲਾਂਟਸ ਆ। ਤੁਸੀਂ ਦੇਖੋ 3 ਦਿਨ, ਸਿਰਫ 3 ਦਿਨ ਇਹਨਾਂ ਦੇ ਗੋਡਿਆਂ ਤੇ ਆ ਗਏ ਸੀ, ਚੀਕਾਂ ਨਿਕਲ ਗਈਆਂ ਸੀ ਇਹਨਾਂ ਦੀਆਂ। ਫਿਰ ਇਹਨਾਂ ਨੇ ਕੀ ਕੀਤਾ ਵੀ ਇਹ ਤਾਂ ਯਾਰ ਹਫ਼ਤੇ ਤੱਕ ਤਾਂ ਬੁਰਾ ਹਾਲ ਹੋ ਜੂ। ਇਹ ਫਿਰ ਕਿਸਾਨ ਨੂੰ ਕਿਵੇਂ ਬਦਨਾਮ ਕੀਤਾ ਇਹਨਾਂ ਨੇ, ਡੈਰੀ ਫਾਰਮਸ ਨੂੰ, ਕਿਸਾਨ ਨੂੰ। ਇਹ ਕਹਿੰਦੇ ਇਹ ਤਾਂ ਬੇਅਦਬੀ ਕਰਦੇ ਆ, ਦੁੱਧ ਸੜਕਾਂ ਤੇ ਡੋਲਦੇ ਆ, ਬੇਕਦਰੀ ਹੈ। ਇਹ ਉਦੋਂ ਤੁਹਾਨੂੰ ਬੇਕਦਰੀ ਦਿਸੇ ਜਦੋਂ ਆਲੂ ਸੜਕਾਂ ਤੇ, ਟਮਾਟਰ ਸੜਕ ਤੇ, ਜਦੋਂ ਤੁਸੀਂ ਆਪ ਲੈ ਕੇ ਦੁੱਧ ਥੋੜ੍ਹਾ ਜਿਹਾ ਉਹਨੂੰ ਨਕਲੀ ਬਣਾ ਕੇ ਵੇਚਦੇ ਹੋ, ਉੱਥੇ ਬੇਕਦਰੀ ਨਹੀਂ। ਜਦੋਂ ਅਸੀਂ ਹੱਕਾਂ ਲਈ ਮੰਗਿਆ ਦੁੱਧ ਡੋਲਿਆ, ਇਹ ਸਾਡਾ ਸਿੰਬੋਲਿਕ ਸੀ। ਤੁਸੀਂ ਇਹਨਾਂ ਨੇ ਜਾਣ ਕੇ ਬਦਨਾਮ ਕਰਤਾ, ਹਾਰ ਕੇ ਫਿਰ ਉਹ ਜੀ ਖੇਰੂ ਕਰਤਾ ਸਿਸਟਮ ਸਾਰਾ, ਉਹ ਵਿੱਚ ਹੀ ਰਹੀ ਗੱਲ। ਇਹ ਕੀ 17% ਪ੍ਰੋਡਿਊਸ ਕਰਦਾ ਦੁੱਧ ਭਾਰਤ ਸਾਰਾ, ਤੇ
ਇਹ 87% ਲਾਗਤ ਹੈ। ਤੁਸੀਂ ਦੱਸੋ ਦੁੱਧ ਕਿੱਥੋਂ ਆਉਂਦਾ? ਆਪਾਂ ਕਹਿੰਦੇ ਕੈਂਸਰ, ਬਿਮਾਰੀਆਂ, ਹਾਰਟ ਫੇਲ ਹੋ ਗਿਆ 10 ਸਾਲ ਦੇ ਬੱਚੇ ਦਾ ਹਾਰਟ, 10 ਸਾਲ ਦੇ ਬੱਚੇ ਨੇ ਜਦੋਂ ਕੈਮੀਕਲ ਪੀਣਾ ਹੈ ਉਹਦਾ ਹਾਰਟ ਅਟੈਕ ਹੀ ਹੋਣਾ। ਉਹ ਤਾਂ ਨਹੀਂ ਨਸ਼ਾ ਕਰਦਾ, ਉਹਨੇ ਕੀ ਇਹੋ ਜਿਹਾ ਖਾ ਲਿਆ ਕਿ ਤੁਸੀਂ ਇਹ 17-18% ਪ੍ਰੋਡਿਊਸ ਕਰਦਾ ਕਿਸਾਨ ਦੁੱਧ, ਉਹਨੂੰ ਮੁੱਲ ਨਹੀਂ ਮਿਲਦਾ। ਆਪ ਮਤਲਬ ਕਾਲੀ ਕਮਾਈ ਕਰਦੇ ਹੋ ਵੀ ਸਾਰਾ ਕੈਮੀਕਲ ਨਕਲੀ, ਜਿਹਦੇ ਨਾਲ ਬਿਮਾਰੀਆਂ ਨਾਲ ਲੋਕ ਮਰ ਰਹੇ ਆ। ਫਿਰ ਕਹਿੰਦੇ ਕਿਸਾਨ, ਹੁਣ ਇਹਨਾਂ ਨੇ ਕੀ ਕਰਨਾ ਹੈ? ਪਰ ਹੁਣ ਅਸੀਂ ਰੌਲਾ ਪਾਵਾਂਗੇ, ਹੋਣ ਨਹੀਂ ਦਿੰਦੇ। ਹੁਣ ਇਹ ਪਾਰਟੀਆਂ ਦੇਖੋ, ਹੁਣ ਤੱਕ ਪੋਲੀਟੀਕਲੀ ਪਾਰਟੀਆਂ ਪੰਜਾਬ ਦੀਆਂ, ਤੁਸੀਂ ਦੱਸੋ, ਕਿਸਾਨ ਰੈਲੀ ਰੌਲਾ ਪਾ ਰਹੇ ਆ, ਲੜ ਰਹੇ ਆ ਆਪਣੇ ਸੰਘਰਸ਼ੀ, ਡਾਂਗਾਂ ਖਾ ਰਹੇ ਆ, ਭੁੱਖੇ ਬੈਠੇ ਆ, ਧੁੱਪੇ ਬੈਠੇ ਆ। ਸਾਰੀਆਂ ਪਾਰਟੀਆਂ ਦੱਸੋ, ਹੁਣ ਤੱਕ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ? ਇੱਕ ਵੀ ਪਾਰਟੀ ਦੱਸੋ। ਇਹ ਕੀ ਕਰ ਰਿਹਾ? ਇੱਕ ਨੇ ਆਪਦਾ ਉਧਰ ਜੀ ਇਹੀ ਟਰੈਕਟਰ ਰੈਲੀ, ਇੱਕ ਨੇ ਆਪਣਾ। ਇਹ ਸਿਰਫ ਆਪਦੇ ਵੋਟ ਬੈਂਕ 'ਚ। ਤੁਸੀਂ ਆਓ, ਜੇ ਤੁਸੀਂ ਸੱਚੇ ਹੋ ਨਾ, ਕਿਸਾਨ ਰੈਲੀਆਂ 'ਚ ਆਓ, ਪਿੱਛੇ ਬੈਠੋ, ਕਹੋ ਨਾਲ ਖੜੇ ਆ, ਤੁਸੀਂ ਕਰੋ ਵਿਵਸਥਾ। ਕਿਆ ਟਰਾਂਸਪੋਰਟ ਦੀ ਵਿਵਸਥਾ ਅਸੀਂ ਕਰਦੇ ਹਾਂ, ਰੋਟੀ ਪਾਣੀ ਦੀ ਵਿਵਸਥਾ ਅਸੀਂ ਕਰਦੇ ਹਾਂ, ਲੈ ਕੇ ਤੁਹਾਨੂੰ ਦਿੱਲੀ ਅਸੀਂ ਜਾਂਦੇ ਹਾਂ, ਚਲੋ ਆਓ ਦਿੱਲੀ ਬੈਠੀਏ। ਬੀਬੀ ਹਰਸਿਮਰਤ ਕੌਰ ਨੇ ਆਪਣੇ ਰਿਜ਼ਾਈਨ ਜਿਹੜਾ ਦਿੱਤਾ ਹੈ, ਔਰ ਆਪਣਾ ਅਸਤੀਫੇ ਦਾ ਜਿਹੜਾ ਫੈਸਲਾ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਇੱਕ ਨਾ ਮੈਂ ਤੁਹਾਨੂੰ ਕਹਾਣੀ ਸੁਣਾਉਣਾ। ਕੋਈ ਲੇਡੀ, ਇੱਕ ਲੇਡੀ ਨਾ ਆਪਦੇ ਸਹੁਰਿਆਂ ਨਾਲ ਰਲ ਕੇ ਆਪਦੇ ਪੇਕਿਆਂ ਨੂੰ ਲੁੱਟਣ ਲੱਗ ਗਈ, ਖਾਣ ਲੱਗ ਗਈ। ਜਦੋਂ ਥੋੜ੍ਹਾ ਜਿਹਾ ਸ਼ੱਕ ਹੋਇਆ ਨਾ ਪੇਕਿਆਂ ਨੂੰ, ਤੇ ਉਹ ਕਿ ਸਫਾਈਆਂ ਦੇ ਨਹੀਂ ਕਹਿੰਦੀ ਮੈਂ ਨਹੀਂ ਖਾਂਦੀ, ਹੈ ਨਾ। ਜਦੋਂ ਮੈਂ ਨਹੀਂ ਖਾਂਦੀ, ਜਦੋਂ ਅੱਤ ਹੋ ਗਈ ਵੀ ਆਪਦਾ ਤਾਂ ਸਹੁਰਿਆਂ ਨੇ ਤਾਂ ਅਯਾਸ਼ੀ 'ਚ ਫੁਗਰੇ ਬੰਦੇ 'ਚ ਨਿਬੇੜ ਲਿਆ, ਜਦੋਂ ਪੇਕਿਆਂ ਨੇ ਕਿਹਾ ਯਾਰ ਤੂੰ ਸਾਨੂੰ ਵੀ ਖਾਣ ਲੱਗ ਗਈ ਹੈ, ਫਿਰ ਉਹਨੇ ਉਲਟਾ ਘਰੇ ਉਹਦਿਆਂ ਨੇ, ਸਹੁਰਿਆਂ ਨੇ ਆਪ 'ਚ ਕਰਕੇ ਗਿੱਟ-ਮਿੱਟ ਉਹ ਜਨਾਨੀ ਨੂੰ ਕਹਿੰਦਾ ਵੀ ਤੂੰ ਤਲਾਕ ਦੇ ਦੇ ਸਾਨੂੰ। ਤਲਾਕ ਪੇਕਿਆਂ ਨੂੰ ਕਹਿੰਦੀ ਆਹ ਲਓ ਜੀ ਮੈਂ ਤਾਂ ਤਲਾਕ ਦੇਤਾ, ਮੈਂ ਤਲਾਕ ਦੇ ਦਿੱਤਾ। ਤਲਾਕ ਹੋ ਗਿਆ। ਫਿਰ ਕਹਿੰਦੀ ਪੰਚਾਇਤ 'ਚ ਤਲਾਕ ਤਾਂ ਹੋ ਗਿਆ, ਪਰ ਰਵਾਂਗੇ ਅਸੀਂ ਇਕੱਠੇ, ਮੈਂ ਰਹੂੰਗੀ ਆਪਦੇ। ਉਹੀ ਇਹ ਹੈ, ਅਸੀਂ ਪਹਿਲਾਂ ਤਾਂ ਬੋਲੇ ਨਹੀਂ, ਲੁੱਟਣ ਦਿੱਤਾ ਪੰਜਾਬ, ਲੁੱਟਣ ਦਿੱਤਾ। ਐਂਡ ਤੇ ਜਦੋਂ ਇਹਨਾਂ ਨੂੰ ਪਤਾ ਸੀ ਨਾ ਪੰਜਾਬ 'ਚ ਨਹੀਂ ਵੜਨ ਦੇਣਾ, ਇਹ ਪੰਜਾਬ ਦੀ ਰਾਹਦਾਰੀ ਲੈਣ ਲਈ ਇਹ ਅਸਤੀਫਾ ਦਿੱਤਾ। ਉਦੋਂ ਬਾਅਦ ਤੁਸੀਂ ਤਲਾਕ ਤਾਂ ਦੇ ਦਿੱਤਾ, ਖਾਸਮ ਨੂੰ ਛੱਡੋ ਤਾਂ ਸੀ, ਬੀਜੇਪੀ ਨੂੰ ਛੱਡ ਕਿਉਂ ਨਹੀਂ ਰਹੇ ਤੁਸੀਂ? ਜਿੰਨੇ ਐਡਾ ਨੁਕਸਾਨ ਕਰਤਾ ਤੁਸੀਂ ਉਹਨੂੰ ਛੱਡ ਕੇ ਨਹੀਂ। ਹੁਣ ਅੱਜ ਦੀ ਮੈਂ ਸਟੇਟਮੈਂਟ ਪੜ੍ਹੀ ਆ, ਅੱਜ ਇਹਨਾਂ ਨੇ ਕੀ ਕੀਤਾ, 25 ਤਰੀਕ ਨੂੰ ਪੰਜਾਬ ਬੰਦ ਕੀਤਾ ਕਿਸਾਨਾਂ ਨੇ। ਅਕਾਲੀ ਦਲ ਦੀ ਇਹਨਾਂ ਦੀ ਪਾਲਿਸੀ ਦੇਖੋ, ਇਹਨਾਂ ਨੇ ਕਿਹਾ ਜੀ 25 ਤਰੀਕ ਨੂੰ ਅਸੀਂ 12 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਕਰਾਂਗੇ। ਚੱਕਾ ਜਾਮ ਤਾਂ ਸਾਰੇ ਦਿਨ ਲਈ ਪੰਜਾਬ ਸਾਰਾ ਬੰਦ ਹੈ, ਵਪਾਰੀ ਵੀ ਨਾਲ ਹੈ। ਤੁਸੀਂ ਕੀ ਚੱਕਾ ਜਾਮ ਕਰੋਗੇ? ਤਾਂ ਜੋ ਲੋਕ ਸਿਰਫ ਉਹ 3 ਘੰਟੇ 'ਚ ਡਿਵਰਟ ਹੋ ਕੇ ਪਹਿਲਾਂ ਵੀ ਖੋਲ੍ਹੀ ਰੱਖਣ ਦੁਕਾਨਾਂ, ਬਾਅਦ 'ਚ ਵੀ ਖੋਲ੍ਹੀ ਰੱਖਣ, ਤੇ ਕਿਸਾਨ ਰੈਲੀਆਂ 'ਚ ਨਾ ਜਾਣ। ਕਿੱਡਾ ਦਿਮਾਗ ਲਾਉਂਦੇ ਆ। ਫਿਰ ਕਹਿੰਦੇ ਅਸੀਂ, ਉਸ ਤੋਂ ਬਾਅਦ ਅਗਲੇ ਦਿਨ ਮੈਂ ਪੜ੍ਹਿਆ ਇਹਨਾਂ ਦਾ, ਅੱਜ ਚੱਲ ਰਹੀ ਹੈ ਦਲਜੀਤ ਚੀਮੇ ਨੇ ਪਾਇਆ ਵੀਡੀਓ, ਕਿ ਸਾਰੇ ਲੱਗੇ ਆ ਫਿਰ ਚੇਲੇ ਚਪਟੇ ਪਾਉਣ। ਕਹਿੰਦੇ ਅਸੀਂ ਟਰੈਕਟਰ ਰੈਲੀ ਕੱਢਾਂਗੇ ਇੱਧਰੋਂ ਲੁਧਿਆਣੇ ਪੰਜਾਬ ਤੋਂ ਤੇ ਚੰਡੀਗੜ੍ਹ ਨੂੰ। ਚੰਡੀਗੜ੍ਹ ਕਿਹਦੇ ਕੋਲ ਜਾਓਗੇ ਤੁਸੀਂ? ਚੰਡੀਗੜ੍ਹ ਤੋਂ ਅਸੀਂ ਕਿਹਨੂੰ ਪੁੱਛਣਾ ਜਾ ਕੇ, ਕਿਹਦੇ ਤੋਂ ਬਿੱਲ ਸੋਧ ਕਰਾਉਣੀ ਹੈ ਜਾਂ ਵਾਪਸ ਕਰਾਉਣਾ? ਤੁਸੀਂ ਦਿੱਲੀ ਕਿਉਂ ਨਹੀਂ ਜਾਂਦੇ? ਉੱਥੇ ਬੈਠੇ ਆ ਬਾਦਲ ਪਿੰਡ ਜੀ ਕਿਸਾਨ, ਇੱਧਰ ਬੈਠੇ ਆ ਪਟਿਆਲੇ। ਉੱਦਾਂ ਦਾ ਕੈਪਟਨ ਸੀਐਮ ਸਾਹਿਬ ਕਹਿ ਰਿਹਾ ਮੈਂ ਨਾਲ ਆ, ਮੈਂ ਨਾਲ ਆ, ਮੈਂ ਨਾਲ ਕੇ ਕਹਿ ਵੀ ਸਾਰੇ ਆਪਦੇ ਸਾਰੀ ਮਿਨਿਸਟਰੀ ਨੂੰ, ਸਾਰੇ ਵਰਕਰਾਂ ਨੂੰ ਕਹਿ ਵੀ ਵਿਵਸਥਾ ਕਰੋ ਟਰਾਂਸਪੋਰਟ ਦੀ, ਟਰੈਕਟਰਾਂ ਦੀ, ਟਰਾਲੀਆਂ ਦੀ, ਕਾਰਾਂ ਦੀ, ਜੀਪਾਂ ਦੀ। ਆਪਾਂ ਸਾਰੇ ਕਿਸਾਨ ਅੱਗੇ ਲੈ ਕੇ ਜਾਣੇ ਨੇ। ਅੱਗੇ ਗੱਲ ਕਰੂਗੀ ਕਿਸਾਨ 13 ਮੈਂਬਰੀ ਕਮੇਟੀ ਜੋ ਵੀ ਆ, ਉਹ ਗੱਲ ਕਰਨ, ਜਿਹੜੇ ਉਹਨਾਂ ਦੇ ਸਵਾਲ ਉਹ ਮੰਨੀਆਂ ਜਾਣਗੀਆਂ ਮੰਗਾਂ, ਤਾਂ ਅਸੀਂ ਆਵਾਂਗੇ। ਉਹਦੇ ਨਾਲ ਹੀ ਉੱਧਰੋਂ ਬਾਦਲ ਤੋਂ ਕਰੇ ਟਰਾਂਸਪੋਰਟ, ਇਕੱਠੀ ਸਾਰੀ ਲੈ ਕੇ ਜਾਣ ਉੱਥੇ। ਉੱਧਰੋਂ ਆਮ ਆਦਮੀ ਪਾਰਟੀ ਵਾਲੇ ਕਰਨ ਆਪਦੇ ਬੰਦੇ ਨੂੰ, ਕਿਸਾਨਾਂ ਨੂੰ ਵਿਵਸਥਾ ਕਰਨ, ਦਿੱਲੀ ਜਾਣ। ਇੱਥੇ ਕੀ ਕਰਨ? ਇਹ ਤਾਂ ਚਾਹੁੰਦੇ ਆ ਕਿ ਇੱਥੇ ਹੀ ਰਹਿਣ। ਇਹ ਹੁਣ ਆਪਦੀ ਪੋਲਿਟਿਕਸ ਕਰੀ ਜਾਂਦੇ ਆ। ਤੁਸੀਂ ਕਹਿੰਦੇ ਜੇ ਕਿਸਾਨਾਂ ਨਾਲੋਂ ਇਕੱਠੇ ਕਿਉਂ ਨਹੀਂ? ਇੱਕ ਅਕਾਲੀ ਦਲ ਕਹਿੰਦੇ ਸੀ ਕਿਸਾਨਾਂ ਦੀ ਪਾਰਟੀਆਂ। ਤੁਹਾਨੂੰ ਬਿਆਨ ਯਾਦ ਹੋਣਾ ਜਦੋਂ ਬੀਬੀ ਜਗੀਰ ਕੌਰ ਨੇ ਕੀ ਕਿਹਾ ਸੀ, ਇਹ ਤਾਂ ਚੰਗਾ ਹੋ ਗਿਆ ਜੀ, ਇਹ ਤਾਂ ਮਰਦੇ ਨੇ ਭਲਾ ਹੁੰਦੇ, ਇਹਨਾਂ ਨੂੰ 2-2.5 ਲੱਖ ਮਿਲ ਜਾਂਦਾ, ਉੱਦਾਂ ਤਾਂ ਭੁੱਖ ਨਾਲ ਮਰਦੇ ਨੇ। ਕਹਿੰਦੀ ਇਹਨਾਂ ਇਹ ਤਾਂ ਪਰਿਵਾਰ ਦੇ ਜੀ ਕਹਿੰਦੇ ਨੇ ਸ਼ੁਕਰ ਹੈ, ਕਹਿੰਦੀ ਜਿਉਂਦੇ ਜਾਗਦੇ ਨੇ ਕੁਛ ਨਹੀਂ ਕੀਤਾ, ਮਰ ਕੇ ਸਾਨੂੰ ਕੁਛ ਦੇ ਤਾਂ ਗਿਆ। ਨਾਲੇ ਕਿਸੇ ਨਾ ਕਿਸੇ ਨੂੰ ਕਈ ਵਾਰ ਜੇ ਹੱਥ ਪੈ ਜੇ ਨੌਕਰੀ ਮਿਲ ਜਾਂਦੀ ਹੈ। ਬਿਆਨ YouTube ਤੇ ਪਿਆ ਜੇ ਤੁਸੀਂ ਨਹੀਂ ਸੁਣਿਆ। ਇਹ ਉਹ ਬੰਦੇ ਨੇ, ਇਹ ਉਹੀ ਬੰਦੇ ਜਿਨ੍ਹਾਂ ਦਾ ਤੋਤਾ ਸਿੰਘ ਨਕਲੀ ਬੀਜ ਦਵਾਈਆਂ ਕਰਕੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸੀ। ਇਹ ਕਿਸੇ ਸਿਰਫ ਵੋਟਾਂ, ਪਰ ਹੁਣ ਨਹੀਂ ਵੜਨ ਦਿੰਦੇ ਲੋਕ। ਮੈਂ ਐਜ਼ ਏ ਆਰਟਿਸਟ, ਸਾਡੀਆਂ ਇੱਕ ਬੰਦਿਸ਼ਾਂ, ਆਪਾਂ ਕਹਿੰਦੇ ਯਾਰ ਆਪਾਂ ਸਭ ਦੇ ਹਾਂ, ਅਸੀਂ ਪਾਰਟੀ ਦੇ ਨਹੀਂ ਸੀ, ਕਿਸੇ ਪੱਖ ਨਹੀਂ ਸੀ, ਅਸੀਂ ਹਰ ਬੰਦੇ ਦੇ ਹਾਂ। ਅਸੀਂ ਕਮਾਈ ਦੇ ਨਾਲ, ਅਸੀਂ ਸੋਸ਼ਲੀ ਵੀ ਹਰ ਬੰਦੇ ਨਾਲ। ਤੇ ਪਰ ਜਦੋਂ ਇਹ ਹੁਣ ਇਹ ਅੱਤ ਕਰਦੇ ਆ ਨਾ, ਫਿਰ ਮੈਂ ਤਾਂ ਇੱਕ ਧਿਰ ਦਾ, ਫਿਰ ਤਾਂ ਮੈਂ ਤਾਂ ਮਾੜੀ ਧਿਰ ਦਾ, ਮੈਂ ਤਾਂ ਉੱਧਰ ਖੜੂੰਗਾ। ਜੇ ਕਿਸਾਨ ਬਚੂਗਾ ਤਾਂ ਮੈਂ ਬਚੂੰਗਾ ਐਜ਼ ਏ ਆਰਟਿਸਟ ਵੀ, ਤਾਂ ਮੈਂ ਤਾਂ ਫਿਰ ਖੜਾ, ਅਸੀਂ ਤਾਂ ਖੜਾਂਗੇ, ਖੜਾਵਾਂਗੇ ਵੀ ਲੋਕਾਂ ਨੂੰ। ਸਾਡੀ ਗੱਲ ਦਾ ਅਸਰ ਹੈ ਨਾ। ਫਿਰ ਮੇਰੀ ਜੇ ਗੱਲ ਦਾ ਅਸਰ ਹੈ, 1 ਜੁੜੂਗਾ, 2 ਜੁੜੂਗਾ, 4, ਅੱਜ ਜੁੜੇ ਨਹੀਂ।
ਕਿੰਨੇ ਲੋਕ ਜੁੜੇ ਆ, ਬਾਹਰੋਂ ਫੋਨ ਆਉਂਦੇ ਆ ਕਿ ਯਾਰ ਬਾਈ ਸਲੂਟ ਆ। ਮੈਂ ਬਾਈ ਜੀ ਅੱਜ ਤੋਂ ਨਹੀਂ ਕੰਮ ਕਰ ਰਿਹਾ, ਇਹ ਕਿਸਾਨਾਂ ਨਹੀਂ, ਜਦੋਂ ਨਸ਼ਿਆਂ ਦਾ ਕੰਮ ਚੱਲਿਆ ਮੈਂ ਮੀਡੀਆ ਤੋਂ ਮੈਂ ਥੋੜ੍ਹੀਆਂ ਸ਼ਿਕਾਇਤਾਂ ਵੀ 1100 ਕਿਲੋ 1080 ਕਿਲੋਮੀਟਰ ਸਾਈਕਲ ਆਹੀ ਮਹੀਨੇ, ਇਸ ਤੋਂ ਪਹਿਲੇ ਮਹੀਨੇ ਜਿਹੜਾ ਆਪਣਾ ਸਤੰਬਰ ਦਾ 12 ਸਤੰਬਰ ਤੋਂ ਲੱਗ ਕੇ 8 ਦਿਨ ਬਣਦੇ ਆ, ਜਿਵੇਂ 20-21 ਤੱਕ ਮੇਰੇ ਹੋਮ ਟਾਊਨ ਪਾਤੜਾਂ ਤੋਂ ਚੱਲ ਕੇ ਸਾਈਕਲ ਮੈਂ ਕਦੇ ਉਦੋਂ ਪਹਿਲਾਂ ਸਾਈਕਲ ਸਕੂਲ ਟਾਈਮ 6ਵੀਂ 7ਵੀਂ ਚਲਾਣੇ, ਕਹਿੰਦੇ 20 ਸਾਲ ਬਾਅਦ ਘੱਟੋ ਘੱਟ ਸਾਈਕਲ ਚਲਾਇਆ ਹੁਣ, ਤੇ ਇਸ ਟਾਈਮ 37 ਸਾਲ ਦਾ ਮੈਂ, ਕਿ ਅੰਮ੍ਰਿਤਸਰ ਸਾਰੇ ਵਿੱਚੋਂ ਹੁੰਦੇ ਹੋਏ ਲੁਧਿਆਣੇ ਇਹ ਉਹ, ਤੇ ਮੈਂ ਸਲੋਗਨ ਲਿਖਿਆ ਸਾਈਕਲ ਜਿਵੇਂ ਹਵੇਲੀ ਆ ਜਿੱਥੇ ਲੋਕ ਜਾਂਦੇ ਉੱਥੇ 3-3 ਘੰਟੇ ਐਂ ਫੜ ਕੇ ਰਹਿੰਦਾ ਸੀ ਕਿ ਚਿੱਟੇ ਦੇ ਖਿਲਾਫ, ਚਿੱਟੇ ਦੇ। ਮੈਂ ਉਸ ਤੋਂ ਘੁੰਮਦਾ ਹੋਇਆ ਫਿਰ ਇੱਧਰੋਂ ਨਵਾਂ ਸ਼ਹਿਰ, ਹੁਸ਼ਿਆਰਪੁਰ, ਸਾਰਾ ਚੰਡੀਗੜ੍ਹ ਤੋਂ ਫਿਰ ਨਾਢਾ ਸਾਹਿਬ 3 ਦਿਨ, ਫਿਰ ਪੂਰੇ ਚੰਡੀਗੜ੍ਹ ਮੋਹਾਲੀ ਹਰ ਰੋਜ਼ 100-200 ਕਿਲੋਮੀਟਰ, ਫਿਰ ਫਤਿਹਗੜ੍ਹ ਸਾਹਿਬ ਪਟਿਆਲਾ ਵਾਪਸ, ਫਿਰ 8 ਦਿਨਾਂ 'ਚ ਮੈਂ ਚਲਾਇਆ। ਕਿਸੇ ਨੇ ਐਪਰੀਸ਼ੀਏਟ ਕੀਤਾ, ਕਿਸੇ ਨੇ ਮੇਰੀ ਇੰਟਰਵਿਊ ਤੱਕ ਨਹੀਂ ਕਰਨ ਆਇਆ ਕੋਈ। 2 ਚੈਨਲਾਂ ਮੈਂ ਕਿਹਾ ਧੱਕੇ ਨਾਲ, ਉਹ ਵੀ ਕਹਿੰਦੇ ਕੋਈ, ਇੱਕ ਮੈਂ ਤੁਹਾਡੇ ਵਰਗੇ ਭੈਣ ਜੀ ਸੀ, ਉਹਨਾਂ ਨੂੰ ਮੈਂ ਬਹੁਤ ਚੰਗਾ ਸਮਝਦਾ ਸੀ, ਵਧੀਆ ਮੀਡੀਆ 'ਚ ਨੇ, ਉਹ ਕਹਿੰਦੀ ਤੂੰ ਤਾਂ ਪਬਲਿਸਿਟੀ ਭਾਲਦਾ। ਮੈਂ ਕਿਹਾ ਜੀ ਪਬਲਿਸਿਟੀ ਭਾਲਦਾ ਹੁੰਦਾ ਨਾ, ਮੇਰਾ ਇੱਥੇ ਖਰਚਾ ਵੀ ਲੱਗਿਆ 8 ਦਿਨ 'ਚ ਮੈਂ 15-20 ਹਜ਼ਾਰ ਵੀ ਖਰਚਿਆ, ਐਵੇਂ ਨਹੀਂ ਲੱਗਿਆ। ਮੈਂ ਆਖਰ ਨੂੰ ਖਾਣਾ ਪੀਂਦਾ, ਰੋਟੀ ਪਾਣੀ, ਤੁਹਾਨੂੰ 100 ਰੁਪਏ ਦਾ ਰੈੱਡ ਬੁੱਲ ਆਉਂਦਾ, ਘੰਟੇ 'ਚ ਪਤਾ ਨਹੀਂ ਕਿੰਨੇ ਰੈੱਡ ਬੁੱਲ ਪੀਣੇ ਪੈਂਦੇ ਆ, ਐਵੇਂ ਨਹੀਂ। ਗਰਮੀ 'ਚ ਆਹ ਦਿਨ ਤੁਸੀਂ ਦੇਖ ਲਓ ਗਰਮੀ ਕਿੰਨੀ ਹੈ ਇਸ ਮਹੀਨੇ 'ਚ। ਮੈਂ ਕਿਹਾ ਜੇ ਮੈਂ ਪਬਲਿਸਿਟੀ ਕਰਨੀ ਹੁੰਦੀ ਨਾ, ਮੈਂ 20 ਬੰਦੇ ਇਕੱਠੇ ਕਰਦਾ, ਪ੍ਰੈਸ ਕਾਨਫਰੰਸ 15-20 ਹਜ਼ਾਰ ਲੱਗਣਾ ਸੀ ਪ੍ਰੈਸ ਕਾਨਫਰੰਸ, ਤੇ ਪ੍ਰੈਸ ਮੋਹਾਲੀ 7 ਫੇਸ ਇਕੱਠੇ ਕਰਦਾ ਸਾਰਿਆਂ ਨੂੰ, ਤੇ ਲੇਕ ਤੱਕ ਜਾਂਦਾ ਤੇ ਝੰਡੀਆਂ ਅੱਗੇ ਲਾ ਕੇ ਬੱਲੇ ਬੱਲੇ ਸਾਰੇ ਮੀਡੀਆ ਨੇ। ਮੈਂ ਕਿਹਾ ਉਹ ਸੀ ਪਬਲਿਸਿਟੀ। ਇਹ ਮੇਰਾ ਦਰਦ ਪੁੱਛੋ। ਔਰ ਮੈਂ ਅੱਜ ਤੋਂ ਨਹੀਂ, ਮੈਂ ਜੋ ਭੰਗੜਾ ਪਾਉਂਦਾ ਸੀ ਮੈਂ ਅੱਜ ਤੋਂ 2001-2002 ਤੋਂ, ਉਦੋਂ ਅਸੀਂ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਕਰਦੇ ਹੁੰਦੇ ਸੀ ਨਹਿਰੂ ਯੁਵਾ ਕੇਂਦਰ ਵੱਲੋਂ। ਉੱਥੇ ਅਸੀਂ ਭੰਗੜਾ ਤਾਂ ਪਾਉਣਾ ਹੀ ਪਾਉਣਾ, ਆਪਦੀ ਸੰਸਕ੍ਰਿਤੀ ਸਟੇਟ ਦੀ ਦਿਖਾਉਣੀ ਹੈ। ਸਾਨੂੰ ਇੱਕ ਸਮਾਜਿਕ ਮੁੱਦਿਆਂ 'ਤੇ ਸਪੀਚ ਕਰਨੀ ਪੈਂਦੀ ਸੀ, ਬੋਲਣਾ ਪੈਂਦਾ ਸੀ। ਮਤਲਬ ਉਦੋਂ ਅਸੀਂ ਬੋਲਦੇ, ਮੇਰੇ ਉਹ ਚੀਜ਼ਾਂ ਅੰਦਰ ਨੇ। ਮੈਂ ਸੰਗਤ ਕਿਹਨਾਂ ਦੀ ਕੀਤੀ ਹੈ, ਰਾਜਵੜ, ਦੇਬੀ ਭਾਜੀ, ਹਰਭਜਨ, ਮੈਂ ਵੱਡੇ ਸਿੰਗਰਾਂ ਦੀ ਸੰਗਤ ਮੇਰੇ ਅੰਦਰ ਆ ਉਹ ਚੀਜ਼ਾਂ। ਸਾਡੇ ਬਾਪੂ, ਸਾਡੇ ਡੈਡੀ ਨੇ, ਇਹ ਜਿਹੜੇ ਅਕਾਲੀ ਦਲ ਦੇ ਅੱਜ ਠੇਕੇਦਾਰ ਬਣੇ ਫਿਰਦੇ ਆ ਨਾ, ਇਹਨਾਂ ਜੇਲ੍ਹਾਂ ਕੱਟੀਆਂ ਨੇ, ਜੇਲ੍ਹਾਂ ਕੱਟੀਆਂ। ਅਸੀਂ ਸਾਡਾ ਬਾਪ ਜੇਲ੍ਹ 'ਚ, ਅਸੀਂ ਪਿੱਛੋਂ ਆਪਦੀਆਂ ਪੜ੍ਹਾਈਆਂ, ਅਸੀਂ ਸਾਨੂੰ ਪਤਾ ਕਿ ਜੇ ਬੰਦਾ ਜਹਾਨ ਛੱਡ ਜੇ ਨਾ, ਬੰਦਾ ਸਬਰ ਕਰ ਲੈਂਦਾ। ਤੁਹਾਡਾ ਬਾਪ ਹੈ ਵੀ ਆ ਪਰ ਕੋਲ ਵੀ ਨਹੀਂ। ਤੁਸੀਂ ਦਰਦ ਪੁੱਛਿਆ, ਇੱਥੇ ਕਹਿੰਦਾ ਪਬਲਿਸਿਟੀ ਕਰਦਾ। ਪਬਲਿਸਿਟੀ ਕਰਨੀ ਹੁੰਦੀ, ਮੈਨੂੰ ਅੱਜ ਤੱਕ ਤੁਸੀਂ ਦੇਖਿਆ ਵੀ ਮੈਂ ਕਿਸੇ ਸਿੰਗਰ ਦੇ ਖਿਲਾਫ ਬੋਲਿਆ? ਮੈਨੂੰ ਤਾਂ ਇਹ ਪਤਾ, ਇਹੋ ਜਿਹੇ ਭੇਤ ਪਤਾ ਨਹੀਂ ਕਲਾਕਾਰਾਂ ਦੇ, ਕੋਈ ਮੇਰੇ ਨਾਲ ਗੱਲ ਕਰੇ। ਪਰ ਮੇਰਾ ਪਰਿਵਾਰ ਹੈ, ਝੱਗਾ ਚੱਕੀਏ ਢਿੱਡ ਆਪਣਾ ਨੰਗਾ ਹੁੰਦਾ, ਮੈਂ ਆਪਣੇ ਪਰਿਵਾਰ ਨੂੰ ਨਹੀਂ ਭੰਡ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਪਬਲਿਸਿਟੀ ਅੱਛਾ ਮੈਂ ਸਿਰਫ ਮੁੱਦਿਆਂ 'ਤੇ, ਤੁਸੀਂ ਦੱਸੋ ਚੰਗੀ, ਤੁਸੀਂ ਮੀਡੀਆ ਕੀ ਕਹਿੰਦਾ ਹੁੰਦਾ ਕਿ ਯਾਰ ਚੰਗੀ ਚੀਜ਼ ਲੋਕ ਦੇਖਦੇ ਨਹੀਂ, ਸਾਨੂੰ ਥੋੜ੍ਹਾ ਜਿਹਾ ਕਮਰਸ਼ੀਅਲ ਵੀ ਰੱਖਣਾ ਪੈਂਦਾ, ਇਹੀ ਮੀਡੀਆ ਕਹਿੰਦਾ। ਪਰ ਮੈਂ ਤਾਂ ਫਿਰ ਵੀ ਉਸ ਚੀਜ਼ ਨਹੀਂ ਕੀਤੀ ਕਦੇ। ਮੈਂ ਜਿੱਥੇ ਮੈਂ ਬੋਲਣਾ ਨਾ, ਮੇਰੇ ਗਾਣੇ ਕਰਨੇ ਨੇ, ਉਹ ਫਿਲਮਾਂ ਅਲੱਗ ਚੀਜ਼ ਹੈ, ਪਰ ਜਿੱਥੇ ਮੈਂ ਬੋਲਣਾ ਸੱਚ, ਉਹ ਸੱਚ ਮੈਂ ਸਮਾਜ ਲਈ ਬੋਲਣਾ। ਇਹ ਸਮਾਜ 'ਤੇ ਬੋਲਣਾ ਕਰਕੇ ਈਵਨ ਕਿ ਮੇਰੀ ਇੰਡਸਟਰੀ 'ਚ ਵੀ ਮੇਰਾ ਨੁਕਸਾਨ ਹੈ, ਮੈਨੂੰ ਕੰਮ ਨਹੀਂ ਦਿੰਦਾ ਕੋਈ ਫਿਲਮਾਂ 'ਚ ਨਾ, ਇਹ ਤਾਂ ਵੀ ਮੂੰਹ 'ਤੇ ਬੋਲ ਦਿੰਦਾ। ਤੁਸੀਂ ਮੇਰਾ ਆਰਟ ਤਾਂ ਦੇਖੋ, ਤੁਸੀਂ ਮੈਨੂੰ ਬਿਨਾਂ ਮੇਰੇ ਐਕਟਿੰਗ ਕਰਾਏ, ਬੱਚਾ ਜੰਮਿਆ ਹਾਲੇ, ਉਹਨੇ ਵੱਡਾ ਹੋਣਾ, ਤੁਸੀਂ ਪਹਿਲਾਂ ਹੀ ਕਹੋ ਜੇ ਬੱਚਾ ਤਾਂ ਜੰਮਿਆ, ਇਹਦਾ ਵਿਆਹ ਨਹੀਂ ਕਰਨਾ, ਨਾ ਇਹ ਤਾਂ ਘਰ ਨਹੀਂ ਸੰਭਣਾ ਇਹਦੇ ਤੋਂ, ਤੁਸੀਂ ਪਹਿਲਾਂ ਕਿਵੇਂ ਜੱਜ ਕਰ ਲਓਗੇ? ਤੁਸੀਂ ਮਤਲਬ ਮੈਂ ਤਾਂ ਹਰ ਪਾਸਿਓਂ ਅੱਛਾ ਮੱਤ ਦੇਣ ਵਾਲੇ ਨੂੰ ਜਵਾਕ ਚੰਗਾ ਨਹੀਂ ਸਮਝਦੇ। ਮੈਂ ਤਾਂ ਮੱਤਾਂ ਦੇ ਕੇ, ਸਗੋਂ ਮੇਰੇ ਨਾਲ ਤਾਂ 16 ਸਾਲ ਤੋਂ 22 ਸਾਲ ਦਾ ਯੂਥ ਟੁੱਟਿਆ ਕਿ ਇਹ ਤਾਂ ਯਾਰ ਮੱਤਾਂ ਦਿੰਦਾ ਮੱਤ, ਤੇ ਮੈਂ ਤਾਂ ਕੀ ਕਿਸੇ ਦਾ ਮਾੜਾ ਕਰਤਾ? ਪਰ ਆਪਾਂ ਨਾ ਹਾਰਿਆਂ, 20 ਸਾਲ ਹੋ ਗਏ ਸਟਕ ਨਾ ਹਾਰਨਾ। ਰੋਟੀ ਮਿਲਣੀ ਚਾਹੀਦੀ ਹੈ, ਗੱਡੀਆਂ, ਕੋਠੀਆਂ, ਕਾਰਾਂ, ਇਹ ਜਿੰਨੀਆਂ ਤੁਸੀਂ ਆਪਣਾ ਵੱਡਾ ਆਪਣੇ ਸੁਪਨੇ ਆ, ਇਹ ਤਾਂ ਪੂਰੇ ਨਹੀਂ ਹੋਣੇ। ਤੁਹਾਨੂੰ ਸਕੂਨ ਕੀ ਹੈ? ਕੱਲ੍ਹ ਨੂੰ ਦੁਨੀਆ ਇਹ ਤਾਂ ਕਹੂਗੀ ਨਾ, ਕੋਈ ਇੱਕ ਕਲਾਕਾਰ ਇਹ ਵੀ ਸੀ ਐਵੇਂ ਬੋਲਦਾ ਸੀ। ਤੁਸੀਂ ਆਪਣੇ ਹੱਕ ਲਈ ਦੇ ਨਾਲ ਨਾਲ ਲੋਕਾਂ ਲਈ ਵੀ ਲੜਨਾ ਪਊਗਾ ਤੁਹਾਨੂੰ, ਜੇ ਸਮਾਜ ਨੂੰ ਚੰਗਾ ਬਣਾਉਣਾ। ਮੀਡੀਆ ਨੂੰ ਇਹ ਸੋਚਣਾ ਪਊਗਾ, ਜੇ ਮੀਡੀਆ ਹੀ ਇਹ ਚੀਜ਼ ਸੋਚਣ ਲੱਗ ਗਿਆ ਕਿ ਸਾਨੂੰ ਤਾਂ ਆਹ ਚੀਜ਼ ਤੋਂ ਵਪਾਰ ਘੱਟ ਆਉਂਦਾ, ਸਾਡੀ ਤਾਂ ਰੀਚ ਘਟਦੀ ਹੈ। ਮੀਡੀਆ ਤਾਂ 4th ਪਿਲਰ ਹੈ ਡੈਮੋਕ੍ਰੇਸੀ ਦਾ। ਮੀਡੀਆ ਨੂੰ ਇਹ ਚੀਜ਼ ਨਹੀਂ ਸੋਚ, ਮੀਡੀਆ ਨੇ ਤਾਂ ਦੇਖਣਾ ਅਸੀਂ ਤਾਂ ਮਾੜੀ ਧਿਰ ਵੱਲ ਖੜ੍ਹੇ ਹਾਂ, ਮਾੜੀ ਧਿਰ ਦਾ ਪੱਖ ਲੈ ਕੇ ਵੱਡੀ ਧਿਰ ਨੂੰ ਸਵਾਲ ਕਰਨੇ ਨੇ ਕਿ ਹਾਂ ਦੱਸੋ ਓਏ ਤੁਹਾਡਾ ਆਹ ਕੀ ਤੁਸੀਂ ਹਾਲ ਕੀਤਾ। ਜੇ ਮੀਡੀਆ ਸੋਚਣ ਲੱਗਿਆ ਵੀ ਆਪਾਂ ਚੰਨੀ ਸ਼ਟਰਾਂ ਵਾਲਾ ਵੱਧ ਵਾਰ ਦਿਖਾਈਏ ਤੇ ਮੁੱਦੇ ਨਾ ਦਿਖਾਈ, ਕਿਉਂਕਿ ਉਹਨੂੰ ਦੇਖਦੇ ਨਹੀਂ। ਜੇ ਮੀਡੀਆ ਇਹ ਚੀਜ਼ ਸੋਚਣ ਲੱਗਿਆ ਫਿਰ ਦਿਖਾਊਗਾ। ਤੁਹਾਨੂੰ ਲੱਗਦਾ ਨਹੀਂ ਕਿ ਮੀਡੀਆ ਗਲਤ ਵੜੈਚ ਨੂੰ ਦਿਖਾਉਂਦਾ ਹੈ, ਗਲਤ ਵੜੈਚ ਦੀ ਵੀਡੀਓਜ਼ ਜਿਹੜਾ ਚਲਾਉਂਦਾ ਹੈ, ਜੋ ਲਾਈਵ ਹੁੰਦੇ ਨੇ? ਚੰਗੀ ਗੱਲ ਹੈ ਨਾ, ਹੁਣ ਚਲਾਉਂਦਾ ਜਦੋਂ ਅਲਾਂਭੇ ਦਿੱਤੇ ਆ ਜਾਂ ਕਿੰਨੇ। ਮੈਂ ਇਹ ਨਹੀਂ ਕਹਿੰਦਾ ਦਿਖਾਓ, ਤੁਸੀਂ ਇੱਕ ਚੀਜ਼ ਤੁਹਾਨੂੰ ਲਓ, ਨੀਟੂ ਸ਼ਟਰਾਂ ਵਾਲੇ ਨੂੰ
ਇੱਕ ਚੈਨਲ ਨੇ 20 ਵਾਰ ਇੰਟਰਵਿਊ ਕੀਤਾ ਹੋਇਆ, 20 ਵਾਰ। ਅਸੀਂ ਵੀ ਦੇਖਦੇ ਹਾਂ, ਠੀਕ ਆ, ਲੋਕ ਐਂਟਰਟੇਨ ਹੁੰਦੇ, ਦਿਖਾਓ। ਮੈਂ ਸਭ ਤੋਂ ਇੱਕ ਸੁਝਾਅ ਦੇਣਾ, ਤੁਹਾਡਾ ਚੈਨਲ ਵਧੀਆ, ਤੁਸੀਂ ਨਾ ਇੱਕ ਬਾਲੀਵੁੱਡ ਤੜਕਾ ਲੱਗ ਰੱਖਿਆ, ਜਿਹੜੀਆਂ ਸਾਰਥਕ, ਜਿਹੜੀਆਂ ਸਮਾਜ ਦੀਆਂ ਗੱਲ, ਉਹ ਤੁਹਾਡਾ ਜਗਬਾਣੀ ਚੱਲਦਾ। ਮੈਂ ਕਹਿੰਦਾ ਹਰੇਕ ਚੈਨਲ ਨੂੰ ਇਹ ਕਰਨਾ ਚਾਹੀਦਾ। ਈਵਨ ਕਿ ਜਿਹੜੇ ਯੂਟਿਊਬਰ ਨੇ, ਉਹਨਾਂ ਨੂੰ ਵੀ ਆਪਦਾ ਚੈਨਲ ਇੰਟਰਟੇਨਮੈਂਟ ਰਿਲੇਟਡ, ਵੀ ਮੂਸੇ ਵਾਲੇ ਨੇ ਇਹਨੂੰ ਗਾਲ ਕਰਤੀ, ਇਹਨੇ ਆਹ ਕਰਤਾ, ਇਹਦਾ ਆਹ ਕਲੇਸ਼ ਪੈ ਗਿਆ, ਇਹ ਇੰਟਰਟੇਨਮੈਂਟ ਲੈਣ ਨਹੀਂ ਟੂ, ਇਹ ਸਾਰੇ ਅਲੱਗ ਪਾਸੇ ਰੱਖੋ। ਜਿੱਥੇ ਸਾਰਥਕ ਮੁੱਦੇ ਉਹ ਅਲੱਗ ਰੱਖੋ। ਹੁਣ ਕੀ ਹੁੰਦਾ, ਇੱਕ ਪਾਸੇ ਤਾਂ ਖਬਰ ਚੱਲ ਰਹੀ ਹੈ ਕਿ ਕਿਸਾਨ ਸੁਸਾਈਡ ਕਰ ਗਿਆ, ਉਹਦੇ ਥੱਲੇ ਕੀ ਚੱਲ ਰਹੀ ਹੁੰਦੀ ਹੈ ਖਬਰ, ਮੈਂ ਦੇਖਿਆ ਚੈਨਲਾਂ ਦੇ, ਕਿ ਜੀ ਇੰਨੇ ਮਿਲੀਅਨ ਗਾਣੇ ਨੇ ਪਾਈਆਂ ਧੂੰਮਾਂ। ਦਰਦ ਦੇ ਨਾਲ ਤੁਸੀਂ ਖੁਸ਼ੀ ਮੁਬਾਰਕ ਨਹੀਂ ਕਹਿ ਸਕਦੇ। ਤੁਹਾਡੇ ਇੰਟਰਟੇਨਮੈਂਟ ਤਾਂ ਉਹਦਾ ਫਾਰਮੈਟ ਉਹਦਾ ਹੀ ਅੱਡ ਰੱਖੋ, ਜਿਵੇਂ ਤੁਸੀਂ ਕਰ ਰਹੇ ਹੋ, ਤੁਹਾਡਾ ਠੀਕ ਹੈ। ਮਤਲਬ ਬਾਲੀਵੁੱਡ 'ਚ ਕੀ ਹੈ, ਐਂ ਹੀ ਹੈ। ਬਾਲੀਵੁੱਡ ਦੇ ਦੇਖੋ ਰਿਪੋਰਟਰ ਅੱਡ ਨੇ, ਮਤਲਬ ਉਹਨਾਂ ਦੇ ਫਾਰਮੈਟ ਹੀ ਸਾਰੇ ਅੱਡ ਨੇ, ਪਰ ਜਿਹੜਾ ਉਹ ਜਿਹੜੇ ਦੂਜੀਆਂ ਖਬਰਾਂ ਨੇ ਉਹ ਅਲੱਗ ਸਿਸਟਮ ਹੈ, ਉਹ ਗੱਲ ਵੱਖਰੀ ਆ। ਜੋ ਕਰਪਟ ਹੋ ਗਿਆ ਨੈਸ਼ਨਲ ਮੀਡੀਆ, ਪੰਜਾਬ ਦਾ ਸਾਨੂੰ ਖੁਸ਼ੀ ਹੈ ਕਿ 99% ਸਹੀ ਕਰ ਰਿਹਾ, 90, ਕਿਉਂਕਿ ਨੈਸ਼ਨਲ ਮੀਡੀਆ ਦਾ ਇਹ ਹਾਲ ਹੋ ਗਿਆ। ਪੋਲੀਟੀਕਲੀ ਬੰਦਿਆਂ ਦੇ ਤਾਂ ਚੈਨਲ ਨੇ, ਸ਼ਰੇਆਮ ਸਭ ਨੂੰ ਪਤਾ, ਉਹਨਾਂ ਨੇ ਤਾਂ ਆਪਦੇ ਚ ਪੱਖ ਦੀ ਗੱਲ ਕਰਨੀ ਹੈ। ਉਹਨਾਂ ਨੂੰ ਸੁਸ਼ਾਂਤ ਦਿਖਦਾ, ਉਹਨਾਂ ਨੂੰ ਰੀਆ ਦਿਖਦੀ ਹੈ, ਉਹਨਾਂ ਨੂੰ ਕਿਸਾਨ ਨਹੀਂ ਦਿਖਦਾ। ਉਹ ਸੁਸ਼ਾਂਤ ਮਰ ਗਿਆ, ਚਲੋ ਅਫਸੋਸ ਹੈ, ਉਹਦੀ ਪੈਰਲਲ ਤੁਸੀਂ ਜਾਂਚ ਕਰੋ, ਉਹਦਾ ਇਨਸਾਫ ਹੋਵੇ, ਪਰ ਜਿਹੜਾ ਕਿਸਾਨ ਡਾਂਗਾ ਖਾ ਰਿਹਾ, ਮਰ ਰਿਹਾ, ਜਿਹਦੇ ਤੇ ਸਾਰਾ ਦੇਸ਼ ਚੱਲਦਾ, ਉਹਨੂੰ ਤੁਸੀਂ, ਉਹਦੇ ਲਈ ਤੁਸੀਂ ਖਬਰ ਵੀ ਨਹੀਂ ਲਾਈ। ਡਿਬੇਟ ਤਾਂ ਬੜੀ ਦੂਰ ਦੀ ਗੱਲ। मतलब फिर की कह रहे हैं बॉलीवुड ड्रग में ड्रग पता की दिखा रहे हैं, इन्होंने वो पिया वीड सुल्फा। जे तुसी सुल्फे ड्रग ते बॉलीवुड फड़ते हो ना, फिर थानू हरिद्वार, थानू काशी, बद्रीनाथ, थानू कुछ निहंगां दे डेरे जिथे भंग रगड़ी जाती है तो चिलमा भर भर पीतियां जांदियां शरेआम गंगा घाट दे बैठे, फिर तो सारा बंद हो तो ताले लग जाएंगे। किनू किनू अंदर करोगे जे तुसी ये वीड ते कहने भी दो बंदियां तो की जी उन्होंने को ग्राम फड़ी गई, ओए उत्थे तो 1.5 किलो 5 किलो ऐ रखी उन्होंने। मुद्दे भटकाने की गल तुसी समझ रहे हो कि मुद्दे भटका रहे हैं? सिर्फ किसान नूं मारिया जा रहा, गरीब नूं मारिया जा रहा, भी लोगों का माइंड डिवर्ट करता। पर किन्ना चिर करोगे, किन्ना ये कहना हिटलर भी यही कीता सी ना। अंत देख लो, जिन्हें हत्या की उहदा अंत तुसी अज तक देख लो इतिहास च किवें होया होऊगा। ठीक है, अगे लगना पऊगा सानू घरां च। जे मैं कहूँगा यार मैं ना चंगे च ना माड़े च, मैं तो यार निरपक्ष बंदा, बुजदल बंदा, निरपक्ष बंदा, सब तो डरपोक ते सब तो करप्ट बंदा जिहड़ा कहंदा मैं निरपक्ष। मीडिया नूं कदे नहीं कहना चाहिए असीं निरपक्ष। मीडिया नूं कहना चाहिए तकड़े नूं सवाल है, माड़े दा जिहड़ा पक्ष आ ते तकड़े नूं सवाल है। जे नहीं हल होऊगा तो जिथे ये लोग खड़नगे असीं उन्हां दे नाल आ, तुहानूं जवाब होना ही होना। कई मीडिया वाले मैं देखदा, कई रिपोर्टर मैं देखे, तुसीं भी देखियो, बैक कैमरा मैं तुहानूं नाम ही दस दूंगा। वो गल जदों आपदी खबर दिंदे आ बहुत वड्डी सरकार ने ऐ करता, ईवन कि लीडरां दे नाम ही लैणगे, कैप्टन ने ऐ करता, वो करता, बादल ने करता, फलाणे ने ये करता। जदों उन्हां दी इंटरव्यू करन जांदे ने फिर वही अक्षय कुमार नूं तुसीं खांदे की हो, तुहाडा फिर ऐ तुसीं यार उत्थे तुसीं किवें बदल जांदे हो। एक बहुत सीनियर पत्रकार ने इस टाइम एक करदे आ हुण भी, ते उन्हां ने महाराणी परनीत कौर जी का इंटरव्यू लिया सी, ते उदां उन्हां दीयां गल्लां सुणन हुंदियां लूं गड्डे खड़े, पर जिद्दण वो मेरे मन चों लथ गए। मैं यार आह की गल, तुसीं सवाल करने सी कि तुसीं उन्हां दे शौक पुछणे सी, उत्थे दुख लगदा। तुसीं जिन्ने क्वेश्चन तत्ते डूंगे एक कॉमन मैन नूं जां एक जिहड़ा बेचारा जम नवां उठदा, जे हुण मेरे वर्गा कलाकार हुण मैनूं कई पत्रकार कल नूं आउणगे तूं तां लीडरी जाना चाहुंदा, हाँ यार जे लोग करप्ट ने, जे मैं सच्चा हुंदा मैं जाना चाहूँगा, मैं लड़ूंगा। जे मैनूं इदां नहीं मेरा इंसाफ मिलूगा फिर मैं पावर 'च जाऊँगा, लड़ना ही है ना। जे तुसीं फिर उत्थे जाण के लोग नूं कहना तुसीं ऐं क्यों करदे हो, तुसीं ऐं क्यों करदे हो, मतलब ਤੁਹਾਨੂੰ ਲੱਗਦਾ ਹੈ ਜੇ ਲੀਡਰਸ਼ਿਪ ਚ ਆਓਗੇ ਤੇ ਪਾਰਟੀ ਹੋਰ ਬਣਾਉਣ ਦੀ ਲੋੜ ਹੈ? ਕਿਉਂਕਿ ਕਹਿੰਦੇ ਆ ਕਿ ਜਿਹੜੀ ਪਾਰਟੀਆਂ ਹੁਣ ਇਸ ਵੇਲੇ ਉਹ ਇੰਨੇ ਕਾਬਿਲ ਹੈ ਹੀ ਨਹੀਂ। ਲੀਡਰਸ਼ਿਪ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਲੈਕਸ਼ਨ ਹੀ ਲੜਨਾ, ਤੁਸੀਂ ਐਮਐਲਏ ਬਣਨਾ। ਲੀਡਰਸ਼ਿਪ ਦਾ ਮਤਲਬ ਇਹ ਹੁੰਦਾ ਕਿ ਮੈਂ ਆਪਦਾ ਸੰਗਠਨ ਜੋੜ ਕੇ ਮੈਂ ਉਸ ਪੋਲੀਟੀਕਲ ਪਾਰਟੀ ਤੇ ਇੰਨਾ ਪ੍ਰੈਸ਼ਰ ਬਣਾਵਾਂ। ਉਹ ਜਿਵੇਂ ਇਹ ਬਿੱਲ ਲਿਆ ਸਕਦੇ ਹਾਂ ਅਸੀਂ ਵੀ ਆਪਣੇ ਪ੍ਰਾਈਵੇਟ ਤੌਰ ਤੇ ਆਪਣੀਆਂ ਸ਼ਰਤਾਂ ਲਿਖ ਕੇ ਕਿ ਵੋਟ ਉਹਨੂੰ ਪਊਗੀ ਤੇ ਪਬਲਿਕ ਦੇ ਸਾਹਮਣੇ, ਕੈਮਰਿਆਂ ਦੇ ਸਾਹਮਣੇ, ਮੀਡੀਆ ਦੀ ਗੱਲ ਹੋਊਗੀ। ਇਹਨਾਂ ਨੇ ਬਾਬੇ ਪੰਜਾਬ 'ਚ ਡੇਰੇ ਕਿਉਂ ਪੈਦਾ ਕੀਤੇ? ਕਿੱਥੇ ਤਾਂ ਕੱਲੇ ਘਰ ਜਾ ਕੇ ਹੱਥ ਜੋੜਨੇ ਪੈਂਦੇ ਸੀ। ਹੁਣ ਇੱਕ ਬਾਬੇ ਨੂੰ ਪੈਦਾ ਕਰਦੇ ਨੇ, ਇੱਕ ਬਾਬੇ ਨੇ ਕਹਿਣਾ ਬੱਚਾ ਅੱਜ ਇੱਧਰ ਨੂੰ ਪਾ ਦਿਓ ਵੋਟਾਂ, ਬੱਚੇ ਉੱਧਰ ਮਗਰ ਲੱਗੇ ਨੇ। ਇਹ ਡੇਰੇ ਕਿਉਂ ਪੈਦਾ ਕੀਤੇ ਜਾ ਰਹੇ ਨੇ? ਇਹ ਵੋਟਾਂ ਕਰਕੇ। ਹੋਰ ਜਿਹੜੇ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਤੇ
ਰਮਾਇਣ ਤੇ, ਮਤਲਬ ਕ੍ਰਿਸ਼ਨ ਮਹਾਰਾਜ ਤੇ, ਜਿਨ੍ਹਾਂ ਨੂੰ ਬਾਈਬਲ ਤੇ, ਜਿਨ੍ਹਾਂ ਨੂੰ ਕੁਰਾਨ ਤੇ ਵਿਸ਼ਵਾਸ ਨਹੀਂ, ਉਹ ਦੇਹਧਾਰੀ ਨੂੰ ਕਿਵੇਂ ਉਹਦੇ ਤੇ ਵਿਸ਼ਵਾਸ ਕਿਵੇਂ ਹੋ ਜਾਂਦਾ? ਜਿਹੜੇ ਨਿਚੋੜ ਲਿਖ ਗਏ ਦੁਨੀਆ ਦਾ, ਆਉਣ ਵਾਲੀਆਂ ਸਦੀਆਂ ਦਾ ਭਵਿੱਖ ਲਿਖ ਗਏ, ਉਹ ਇੱਕ ਗੋਗੜ ਵਧਾਈ ਹੁੰਦੀ ਹੈ ਰੋਟੀਆਂ ਖਾ, ਉਹਦੇ ਮਗਰ ਲੱਗ ਜਾਂਦੇ ਆ। ਤੇ ਆਪਾਂ ਦੇਖ ਲਓ ਬਾਬੇ ਕਿੰਨੇ ਨੇ ਅੱਜ, ਕੀ ਹਾਲ ਆ ਬਾਬਿਆਂ ਦਾ। ਮਤਲਬ ਤੁਹਾਨੂੰ ਚੇਲੇ ਚਪਟੇ ਲੀਡਰਾਂ ਦੇ ਬਾਬਿਆਂ ਦੇ ਬੰਦ ਦੀ ਬਜਾਏ ਤੁਹਾਨੂੰ ਆਪਦੇ ਪਿੰਡਾਂ 'ਚ ਆਪਦੇ ਸੰਗਠਨ, ਮਤਲਬ ਗਰੀਬ ਧਿਰ ਦੇ ਬਣ ਕੇ, ਮਾੜੀ ਧਿਰ ਦੇ ਬਣ ਕੇ ਲੈਣੇ ਪੈਣਗੇ। ਉਹਨਾਂ 'ਚੋਂ ਸੰਗਠਨ ਖੜਾ ਹੋਊਗਾ ਜਦੋਂ ਲੀਡਰ ਆਊਗਾ, ਸਵਾਲ ਕਰੂਗਾ। ਜਦੋਂ ਸਵਾਲ ਹੋਣਗੇ, ਹੁਣ ਇਹ ਸਵਾਲਾਂ ਨੂੰ ਵੀ ਭਟਕਾ ਦਿੰਦੇ ਆ। ਹੁਣ ਲਾ ਲਓ ਜੀ, ਇਹਨਾਂ ਨੇ ਮੈਨੀਫੈਸਟ ਕਰਤਾ ਕਿ ਤੁਹਾਨੂੰ ਨੌਕਰੀਆਂ ਦੇਵਾਂਗੇ, ਤੁਹਾਨੂੰ ਮੋਬਾਈਲ ਵੰਡਾਂਗੇ। ਹੁਣ ਕੱਲ੍ਹ ਨੂੰ ਜਦੋਂ ਲੀਡਰ ਆਉਣਾ, ਜਵਾਕ ਮੁੰਡੇ ਨੇ ਫਿਰ ਸਵਾਲ ਇਹੀ ਕਰਨਾ, ਸਾਨੂੰ ਮੋਬਾਈਲ ਨਹੀਂ ਦਿੱਤੇ। ਮੋਬਾਈਲ ਤਾਂ ਮੁੱਦਾ ਹੀ ਨਹੀਂ, ਰੁਜ਼ਗਾਰ ਦਿਓ, ਮੋਬਾਈਲ ਤਾਂ ਅਸੀਂ ਆਪ ਖਰੀਦ ਲਾਂਗੇ। ਤੁਸੀਂ ਗਰੀਬ ਨੂੰ ਕਹਿੰਦੇ ਤੁਹਾਨੂੰ ਆਟਾ ਦੇਵਾਂਗੇ, ਤੁਹਾਨੂੰ ਰੁਜ਼ਗਾਰ ਦੇ, ਆਟਾ ਤੂੰ ਆਪ ਖਰੀਦ ਲੂਗਾ। ਤੇ ਮਤਲਬ ਅਸੀਂ ਡੇਰੇ ਪੈਦਾ ਕਰਤੇ ਸੀ। ਲੀਡਰਾਂ ਨੂੰ ਜਿਹੜੇ ਸਵਾਲ ਕਰ ਰਹੇ ਨੇ, ਉਹ ਵੀ ਲੀਡਰਾਂ ਨੇ ਆਪ ਨਿਰਧਾਰਿਤ ਕਰਕੇ ਇਹਨਾਂ ਨੂੰ ਮੋਬਾਈਲ, ਕੱਲ੍ਹ ਨੂੰ ਪੁੱਛਣਗੇ ਤਾਂ ਮੋਬਾਈਲ ਪੁੱਛਣਗੇ। ਤਾਂ ਹੁਣ ਇਹ ਐਤਕੀ ਤਾਂ ਹੁਣ ਕਹਿੰਦੇ ਨੇ ਕਿ ਕਰੋਨਾ ਸੀ ਭਾਈ, ਚਾਈਨਾ ਤੋਂ ਆਇਆ ਹੀ ਨਹੀਂ। ਉਹੋ ਜਿਹੇ ਇਹਨਾਂ ਕੋਲ ਸਵਾਲ ਵੀ ਨੇ ਜਵਾਬ ਦੇ। ਇਹ ਮਤਲਬ ਸਿਰਫ ਭਟਕਾਉਣਾ ਸਿਰਫ ਇੱਥੇ ਚੱਲ ਰਿਹਾ। ਸੋ ਗੌਰਵ, ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ, ਔਰ ਮੈਂ ਬਿਲਕੁਲ ਸਮਝਦੀ ਹਾਂ ਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਦਿਲ ਦੇ ਵਿੱਚ ਹੈਗੇ, ਬਹੁਤ ਸਾਰੀ ਗੱਲਾਂ ਜ਼ਿਹਨ ਵਿੱਚ ਹੈਗੀਆਂ ਜੋ ਤੁਸੀਂ ਕਰਨਾ ਚਾਹੁੰਦੇ ਹੋ। ਪਰ 25 ਤਰੀਕ ਨੂੰ ਜੋ ਹੁਣ ਪੰਜਾਬ ਬੰਦ ਦੀ ਜੋ ਗੱਲ ਕੀਤੀ ਜਾ ਰਹੀ ਹੈ, ਔਰ ਜੋ ਧਰਨੇ ਲੱਗਣਗੇ ਕਿਸਾਨਾਂ ਵੱਲੋਂ, ਮੈਂ ਉਹਦੇ ਲਈ ਪੁੱਛਾਂਗੀ ਤੁਸੀਂ ਕਿੱਥੇ ਜਾ ਰਹੇ ਹੋ, ਕਿਹਨਾਂ ਨਾਲ, ਕਿਹੜੀ ਜਗ੍ਹਾ ਤੋਂ ਤੁਸੀਂ ਜਾ ਕੇ ਤੁਸੀਂ ਕਿਸਾਨਾਂ ਨਾਲ ਬੈਠੋਗੇ? ਮੈਂ ਕੱਲ੍ਹ ਨੂੰ ਤਾਂ ਜਾ ਰਿਹਾ ਪਟਿਆਲੇ ਜੀ, ਤੇ ਬਠਿੰਡੇ, ਤੇ 25 ਤਰੀਕ ਨੂੰ ਮੇਰੇ ਹੋਮ ਟਾਊਨ, ਜਿਹੜਾ ਮੇਰਾ ਆਪਦਾ ਸ਼ਹਿਰ ਹੈ। ਬਾਹਰ ਤਾਂ ਸਾਰੇ ਹੁਣ ਵੱਡੇ ਸੰਗਠਨ ਸਾਰੇ ਹੈਗੇ ਨੇ, ਮੇਰੇ ਸ਼ਹਿਰ ਤੋਂ ਮੈਂ ਭੱਜ ਕੇ ਕਿਤੇ ਵੱਡੇ ਜਾਵਾਂ ਵੀ ਸਿਰਫ ਪਤਾ ਨਹੀਂ ਹੈ ਨਾ। ਉਹ ਪਹਿਲਾਂ ਮੈਨੂੰ ਆਪਣੇ ਪਿੰਡ ਤੋਂ ਸੰਗਠਨ ਲੈ ਕੇ ਅੱਗੇ ਲੈ ਕੇ ਆਉਣਾ ਪਊਗਾ ਨਾ। 25 ਤੋਂ ਬਾਅਦ ਫਿਰ ਜਿੱਥੇ ਵੀ ਜਾਣਗੇ, ਦਿੱਲੀ ਸਾਡਾ ਸੰਗਠਨ ਜਾਊਗਾ। ਉਸ ਤੋਂ ਬਾਅਦ ਸਾਡਾ ਕਲਾਕਾਰਾਂ ਦਾ ਇੱਕ ਸ਼ਾਇਦ 28 ਤਰੀਕ ਨੂੰ ਅਸੀਂ ਕਰ ਰਹੇ ਹਾਂ, ਅਤੇ ਉਹ ਹਾਲੇ ਪਰਮਿਸ਼ਨਾਂ ਵਗੈਰਾ ਨੇ, ਉਹ ਜੱਸ ਬਾਜਵਾ ਬਾਈ ਹੋਰੀ ਲੱਗੇ ਅੱਗੇ। ਅਤੇ ਉੱਥੇ ਅਸੀਂ ਇੱਕ ਸਿਰਫ ਕਲਾਕਾਰ ਕਿ ਨਹੀਂ, ਅਸੀਂ ਖੜੇ ਹਾਂ, ਨਾਲ ਖੜਾਂਗੇ। ਅਤੇ ਜਿਹਦਾ ਨੂੰ ਦਰਦ ਹੈ ਉਹ ਆ ਜਾਊਗਾ। ਜਿਹਨੂੰ ਸਿਰਫ ਨੋਟਾਂ ਤੱਕ ਅਸੀਂ ਬਣਾਉਣ ਦੇ ਵੀ 4 ਸਰਪੰਚ ਵੈਲੀ ਸਾਨੂੰ ਜਾਣਦੇ ਆ, ਉਹੀ ਗੱਲ, ਉਹ ਨਹੀਂ ਆਉਣਗੇ। ਪਰ ਉਹਨਾਂ ਨੂੰ ਲੋਕ ਲਾਹਣਤਾਂ ਪਾਉਣਗੇ ਅਤੇ ਵੜਨ ਵੀ ਨਹੀਂ ਦੇਣਗੇ। ਅਤੇ ਜਿਨ੍ਹਾਂ ਨੂੰ, ਜਿਹੜੇ ਸੱਚੀ, ਪਤਾ ਕੀ ਚੱਕਰ, ਲੋਕ ਕਹਿੰਦੇ ਪਬਲਿਸਿਟੀ, ਜਿਨ੍ਹਾਂ ਨੇ ਕਾਰਾਂ ਏਸੀਆਂ 'ਚ ਰਹੇ ਨੇ ਨਾ, ਉਹ ਦੁਪਹਿਰੇ 2 ਵਜੇ ਤੋਂ ਸੜਦੀ ਧੁੱਪ 'ਚ 12 ਤੋਂ 2 ਟੈਨ ਨਹੀਂ ਕਰਾਉਂਦੇ ਕਲਰ, ਉਹ ਰੰਗ ਨਹੀਂ, ਉਹ ਧੁੱਪੇ ਨਹੀਂ ਸੜਦੇ। ਜਿਹਨਾਂ ਨੂੰ ਦਰਦ ਆ ਉਹੀ ਸੜ ਸਕਦਾ। ਉਹ ਨਹੀਂ 1100 ਕਿਲੋਮੀਟਰ ਸਾਈਕਲ ਚਲਾਉਂਦੇ, ਜਿਹਨਾਂ ਨੂੰ ਦਰਦ ਆ ਉਹੀ ਚਲਾਉਂਦੇ ਨੇ। ਮਤਲਬ ਮੇਰਾ ਜਦੋਂ ਆਪਰੇਸ਼ਨ ਹੋਇਆ ਬੈਕ ਦਾ, ਮੈਨੂੰ ਨਾ ਕਹਿੰਦੇ ਵੀ, ਮੈਨੂੰ ਸਭ ਤੋਂ ਵੱਡੀ ਵੀ ਕਹਿੰਦਾ ਮੇਰਾ ਤਾਂ ਹੌਸਲਾ ਟੁੱਟ, ਕਹਿੰਦਾ ਰੰਡੇ ਭਾ ਕੱਟ ਲੈਂਦੀ ਆ ਵਿਧਵਾ, ਉਹਨੂੰ ਲੋਕ ਨਹੀਂ ਕੱਟਣ ਦਿੰਦੇ। ਮੈਂ ਕਿ 3 ਸਾਲ ਹੋ ਗਏ ਗਾਣਾ ਕਿਉਂ ਨਹੀਂ ਆਇਆ? ਕੰਪਨੀ ਨੇ ਮੈਨੂੰ ਬਾਉਂਡ ਕਰ ਲਿਆ। ਹੁਣ ਮੈਂ ਕਹਿੰਦਾ ਕੰਪਨੀ, ਜਿਵੇਂ ਕਿਸਾਨਾਂ ਦੀ ਗੱਲ ਹੈ, ਇਹ ਮੇਰੇ ਨਾਲ ਕੰਪਨੀ ਵੱਲੋਂ ਹੱਡ ਬੀਤੀ ਹੈ। ਕੰਪਨੀ ਨੇ ਮੈਨੂੰ ਸੁਪਨੇ ਦਿਖਾਏ, ਤੇਰੀਆਂ 4 ਫਿਲਮਾਂ, ਤੇਰੇ ਉਦੋਂ ਪਹਿਲਾਂ ਮੈਂ ਆਪਦਾ ਸੋਹਣਾ ਕੰਮ ਕਰਦਾ ਸੀ, ਤੇਰੇ 4 ਗਾਣੇ, ਤੇਰੇ ਐਡੇ ਗਾਣੇ, ਤੇਰਾ ਐਡੇ ਵੱਡਾ ਵੀਡੀਓ। ਜਦੋਂ ਮੈਨੂੰ ਸਾਈਨ ਕਰ ਲਿਆ, 2 ਗਾਣੇ ਮੈਂ ਉਹਨਾਂ ਨੂੰ ਹਿੱਟ ਦਿੱਤੇ। ਉਦੋਂ ਬਾਅਦ ਕਿਹੜਾ ਗੱਲ, ਕਿਹੜੇ ਗਾਣੇ, ਕਿਹੜੀਆਂ ਫਿਲਮਾਂ, 2 ਸਾਲ ਮੈਂ ਮੂੰਹ ਵੱਲ ਵੇਖੀ ਗਿਆ, ਫਿਰ ਵੀ ਆਪਦੀ ਜੇਬ 'ਚੋਂ ਗਾਣੇ ਕੀਤੇ। ਮੁੜ ਕੇ ਜੀ ਮੈਨੂੰ ਜਮਾਂ ਹੀ ਮਤਲਬ ਨਾ NOC, ਨਾ ਮੇਰਾ ਕੋਈ ਗਾਣਾ। ਹਾਰ ਕੇ ਇੱਕ ਦਿਨ ਮੈਂ ਕਹਿੰਦਾ, ਫਿਰ ਕਹਿੰਦੇ NOC ਦੇ ਦਾਂਗੇ 6 ਮਹੀਨੇ। ਮੈਨੂੰ ਚੰਡੀਗੜ੍ਹ ਬਣਾਉਣਾ, ਅਸੀਂ ਕਰਨਾਲ ਚੱਲ ਗਏ, ਅਸੀਂ ਅਮਰੀਕਾ ਤੁਰ ਗਏ, ਅਮਰੀਕਾ ਬਣਾਉਣਾ ਅਸੀਂ ਬੰਬੇ ਤੁਰ ਗਏ, ਅਮਰੀਕਾ ਅਸੀਂ ਦਿੱਲੀ ਚੱਲ ਗਏ। ਅਤੇ ਮੈਨੂੰ ਇੰਨਾ ਭਜਾਇਆ, ਹਾਰ ਕੇ ਇੱਕ ਦਿਨ ਮੈਨੂੰ ਬੁਲਾਇਆ ਇਹਨਾਂ ਨੇ, ਮੈਂ ਮੋਹਾਲੀ ਆ, ਅਤੇ ਮੈਨੂੰ ਕਹਿੰਦਾ ਅਸੀਂ ਤਾਂ ਚੱਲ ਗਏ। ਮੈਂ ਨਿਕਲ ਗੱਗੂ ਉਹਨਾਂ ਦੀ ਗੱਡੀ ਗਈ, ਮੈਨੂੰ ਗੁੱਸਾ ਚੜਿਆ ਇਹਨਾਂ। ਮੈਂ ਰਾਤ ਨੂੰ ਫਿਰ ਲਾਈਵ ਹੋਇਆ ਫੇਸ, ਮੈਂ ਕਿਹਾ ਮੈਂ ਸੁਸਾਈਡ ਕਰਨ ਲੱਗਿਆ ਆਹ ਬੰਦਿਆਂ ਕਰਕੇ। ਉਸੇ ਰਾਤ ਨੂੰ 1 ਵਜੇ ਮੈਨੂੰ NOC ਦਿੱਤੀ ਇਹਨਾਂ ਨੇ। ਇਸ ਔਕਾਤ ਦੀਆਂ ਕੰਪਨੀਆਂ ਮਾਲਕ ਨੇ, ਐਵੇਂ ਹੀ ਕਿਸਾਨਾਂ ਨੂੰ ਕੰਪਨੀਆਂ ਮਾਰਨਗੀਆਂ। ਮੈਨੂੰ ਲੋਕ ਕਹਿੰਦੇ ਫਲੋਪ ਉਹ ਹੁੰਦਾ ਜਿਹਦੀ ਚੀਜ਼ ਚੱਲੇ ਨਾ, ਆਈ ਜਾਵੇ ਪਰ ਚੱਲੇ ਨਾ। ਮੇਰੇ ਤਾਂ 3 ਸਾਲ ਹੋ ਗਏ ਗਾਣਾ ਹੀ ਨਹੀਂ ਆਇਆ ਕੋਈ। ਮੈਂ ਗਾਣਾ ਕਰਨ ਲੱਗਿਆ, ਮੇਰਾ ਡਿਸਕ ਦੀ ਪ੍ਰੋਬਲਮ ਹੋ ਗਈ, ਸਾਲ ਫਿਰ ਮੈਂ ਬੈੱਡ 'ਤੇ ਰਿਹਾ। ਮੈਨੂੰ ਤੁਸੀਂ ਕਿਵੇਂ, ਭਾਵੇਂ ਮੈਂ ਫਲੋਪ ਆ, ਹਿੱਟ ਆ, ਮੈਂ ਲੜ ਤਾਂ ਤੁਹਾਡੇ ਲਈ ਰਿਹਾ ਨਾ। ਨਾਲੇ ਮੈਨੂੰ ਤਾਂ ਕੋਈ ਦਿੱਕਤ ਨਹੀਂ, ਮੈਨੂੰ ਤਾਂ ਪਤਾ ਹਾਲੇ ਤਾਂ ਮੇਰਾ ਟਾਈਮ ਆਉਣਾ। ਜੇ ਨਵਾਜ਼ੁਦੀਨ ਸਿੱਦੀਕੀ ਚੱਲ ਸਕਦੇ ਨੇ 50 ਸਾਲ ਦੀ ਉਮਰ 'ਚ, ਮੋਮਨ ਇਰਾਨੀ ਵਰਗੇ ਚੱਲਦੇ ਨੇ, ਬਿੰਨੂ ਢਿੱਲੋਂ ਵਰਗੇ, ਕਰਮਜੀਤ ਅਨਮੋਲ ਵਰਗੇ ਬਾਈ ਚੱਲ ਜਾਂਦੇ ਨੇ, ਮੇਰੀ ਤਾਂ ਹਾਲੇ ਉਮਰ ਹੀ ਕੁਛ ਨਹੀਂ। ਮੈਂ ਤਾਂ ਹਾਲੇ ਇਹਨਾਂ ਕੋਈ ਦਾੜੀ ਰੰਗਦਾ ਨਹੀਂ, ਨੈਚੁਰਲ ਆ ਸਭ ਕੁਝ, ਬਾਬੇ ਦੀ ਕਿਰਪਾ ਨਾਲ ਮਿਹਨਤ ਕਰੀਦੀ ਹੈ, ਸਰੀਰ 'ਤੇ ਵੀ ਕਰੀਦੀ ਹੈ, ਗਾਣੇ 'ਤੇ ਵੀ ਕਰੀਦੀ ਆ, ਅਦਾ ਕਰੀਦੀ ਹੈ, ਅਤੇ ਲੜੀਦਾ ਵੀ ਹੈ ਲੋਕਾਂ ਨੇ। ਜੇ ਮੇਰੇ ਲੋਕ ਮੈਨੂੰ ਸੁਣਨ ਵਾਲੀ ਨਾ ਰਹੇ ਤਾਂ ਮੇਰਾ ਗਾਣਾ ਕਾਹਦਾ, ਮੇਰੀਆਂ ਫਿਲਮਾਂ ਕਾਹਦੀਆਂ? ਇਹ ਗੱਲਾਂ ਸੀ।
ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਗਰਵ ਸਾਨੂੰ ਆਪਣਾ ਸਮਾਂ ਦਿੱਤਾ। ਤਾਂ ਉਮੀਦ ਕਰਦੇ ਹਾਂ ਕਿ ਜਿਹੜੀ ਤੁਸੀਂ ਆਪਣੇ ਲਈ, ਕਿਸਾਨਾਂ ਦੇ ਲਈ ਜੀ। ਜਿਹੜੀ ਤੁਸੀਂ ਇਹ ਲੜਾਈ ਲੜ ਰਹੇ ਹੋ, ਉਹ ਕਿਤੇ ਨਾ ਕਿਤੇ ਜਿਹੜਾ ਹੈ ਥੋੜਾ ਫਾਇਦਾ ਜਿਹੜਾ ਕਿਸਾਨਾਂ ਨੂੰ ਦੇਵੇ, ਔਰ ਜੋ ਚੀਜ਼ਾਂ ਜੋ ਸਰਕਾਰਾਂ ਵੱਲੋਂ ਹੋ ਰਹੀਆਂ ਨੇ ਉਹ ਵੀ ਥੋੜੀ ਸਮਝਣ ਕਿ ਕੀ ਦਿੱਕਤਾਂ ਜਿਹੜੀਆਂ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ ਸਾਰਿਆਂ ਨੂੰ। ਸੋ ਇਹ ਸਨ ਸਾਡੇ ਨਾਲ ਗੱਲਾਂ ਬੜਿਆ। ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਵਾਂਗੇ, ਪਰ ਅੱਜ ਦੇ ਲਈ ਸਿਰਫ ਇੰਨਾ ਹੀ। ਪਰ ਦੇਸ਼ ਔਰ ਦੁਨੀਆ ਦੀ ਹਰ ਤਾਜ਼ਾ ਖਬਰ ਦੇ ਲਈ ਤੁਸੀਂ ਜਗਬਾਣੀ ਟੀਵੀ ਨਾਲ ਜੁੜੇ ਰਹੋ। ਸਤਿ ਸ਼੍ਰੀ ਅਕਾਲ।